मैं अनिल जी खुद प्रत्यक्ष अनिल जी लिसन रुक लिसन जाओ लिसन मिस्टर करण, मैं एक्सप्लेन करने लगा हूं, मेरी पहले पूरी बात सुन लीजिए। जरूर मैं खुद इस चीज का प्रत्यक्ष गवाह हूं। भाजी मैं मैं बैंक खुद च काम करदा मैं मैं ਤੁਹਾਨੂੰ मैंने ਬੈਟਰ ਦੱਸ ਸਕਦਾ ਨਹੀਂ ਤੁਸੀਂ ਦੱਸ ਦਿਓ, ਪਹਿਲੇ ਮੇਰੀ ਗੱਲ ਸੁਣ ਲਿਓ, ਜਾਂ ਨੂੰ ਝੂਠ ਕਹਿ ਦਿਓ ਜਾਂ ਸੱਚ ਕਹਿ ਦਿਓ। ਮੈਨੂੰ ਇੰਨਾ ਪਤਾ ਕਿ ਬੈਂਕ ਵਾਲਿਆਂ ਨੇ 20 25% ਦਾ ਧੰਦਾ ਕੀਤਾ, 20 25% ਦਾ ਹਾਂਜੀ ਧੰਦਾ ਆ ਤਾਂ ਕੀਤਾ। ਕੀਤਾ ਵਾ, ਆ ਤਾਂ ਕੀਤਾ ਵਾ। ਬਿਲਕੁਲ ਕੀਤਾ ਭਾਈ, ਸਾਡੇ ਠੀਕ ਹੈ ਨਾ, ਪਠਾਨਕੋਟ ਵੀ ਬਹੁਤ ਹੋਇਆ, ਹਰ ਜਗ੍ਹਾ ਹੋਇਆ, ਜਿਸ ਕਰਕੇ ਇਹ ਨੋਟਬੰਦੀ ਨੂੰ ਢਾਹ ਢੇਰੀ ਹੋਈ ਹੈ। ਤਾਂ ਇਹ ਨੁਕਸਾਨ ਹੋਇਆ, ਸਾਰੀ ਬਲੈਕ ਮਨੀ ਇਹਨਾਂ ਨੇ ਵਾਈਟ ਕਰਵਾਈ ਹੈ ਬੈਂਕ ਵਾਲਿਆਂ ਤੋਂ। ਮੈਂ ਤੁਹਾਨੂੰ ਔਰ ਦੱਸਦਾ ਐਕਸਿਸ ਦੇਖੋ ਬੈਂਕ ਤੇ ਹਾਲੇ ਤੱਕ ਨਹੀਂ ਪਰ ਐਕਸ਼ਨ ਭਾਜੀ ਹੋਣ ਦੀ ਉੱਥੇ ਪੂਰੀ ਤਾਂ ਸੰਭਾਵਨਾ ਹੈਗੀ ਆਉਣ ਚਲੋ ਵਾਲੇ ਸਮੇਂ ਅਸ਼ੀਸ਼ ਵਿੱਚ। ਜੀ ਮੈਨੂੰ ਤਾਂ ਜਵਾਬ ਦੇਣ ਦਿਓ ਤੁਸੀਂ। ਦੇਖੋ ਜੋ ਤੁਸੀਂ ਗੱਲ ਕਹਿ ਰਹੇ ਹੋ ਉਹ ਬਿਲਕੁਲ ਸਹੀ ਹੈ, ਇਹ 'ਚ ਕੋਈ ਮੁਕਰ ਨਹੀਂ ਸਕਦਾ, ਬਟ ਗੱਲ ਕੀ ਹੈ ਤੁਸੀਂ ਸਹੀ ਤਰ੍ਹਾਂ ਨੂੰ ਪਕੜੋ ਕਿ ਜੇ ਤੇ ਇਮੇਜਿਨ ਕਿ ਤੁਸੀਂ ਇੱਕ ਬੈਂਕ ਦੇ ਪੀਓ ਜਾਂ ਇੱਕ ਨਾਰਮਲ ਵਰਕਰ ਹੋ, ਹੈ ਨਾ, ਜੋ ਇੱਕ ਤੁਹਾਡੇ ਕੋਲ ਕਸਟਮਰ ਆਊਗਾ ਔਰ ਤੁਹਾਨੂੰ ਇੱਕ ਲਿਮਿਟ ਦਿੱਤੀ ਜਾਂਦੀ ਹੈ, ਜੋ ਰੂਲਸ ਐਂਡ ਰੈਗੂਲੇਸ਼ਨ ਸੀਗੇ ਕੋਵਿਡ ਦੇ, ਵੀ ਇੱਕ ਟਾਈਮ ਇੰਨਾ ਅਮਾਊਂਟ ਤੁਸੀਂ ਰੱਖ ਸਕਦੇ ਹੋ, ਇੰਨਾ ਚੇਂਜ ਕਰ ਸਕਦੇ ਹੋ, ਹੈ ਨਾ। ਹੁਣ ਜੇ ਤੁਹਾਡੇ ਕੋਲ ਇੱਕ ਬੰਦਾ ਆਉਂਦਾ ਤੁਹਾਨੂੰ ਫੋਨ ਫੜਾਉਂਦਾ ਵੀ ਗੱਲ ਕਰੋ, ਗੱਲ ਫੋਨ ਤੇ ਐਮਐਲਏ, ਬਹੁਤ ਵੱਡੇ ਬਿਜ਼ਨਸਮੈਨ, ਤੁਹਾਡੇ ਸੀਨੀਅਰ ਮੈਨੇਜਰ, ਤੁਹਾਡੇ ਕੀ ਕਹਿੰਦਾ ਇਹਨੂੰ, ਸਾਡੇ ਸਰਕੂਲੇਟਰੀ ਮੈਨੇਜਰਸ ਹੁੰਦੇ ਸਾਰੇ, ਹੈ ਨਾ, ਤੇ ਜੇ ਉਹ ਤੁਹਾਨੂੰ ਕਹਿਣਗੇ ਕਿ ਵੀ ਹੈਂ ਕਰ ਦੋ ਆਪਣੇ ਬੰਦੇ, ਤੁਸੀਂ ਨਹੀਂ, ਕੋਈ ਰੋਂਗ ਨਹੀਂ ਹੋ ਜਾਂਦਾ। ਤੁਸੀਂ ਰੋਂਗ ਨਹੀਂ ਹੋ ਸੁਣੋ ਸਰ, ਫਰਜੀ ਅਕਾਊਂਟ ਵੀ ਖੋਲੇ ਗਏ ਹੈ ਨਾ। 25% ਦੀ ਗੇਮ ਹੋਈ ਹੈ, ਕੋਈ ਸਿਫਾਰਿਸ਼ ਨਹੀਂ ਸੀ, ਕੋਈ ਕਿਸੇ ਦਾ ਫੋਨ ਨਹੀਂ ਸੀ ਕਰਵਾਇਆ ਜਾਂਦਾ। ਤੁਸੀਂ ਲੱਖ ਰੁਪਇਆ ਦੇ ਕੇ 75,000 ਰੁਪਇਆ ਲੈ ਲਓ। ਤੁਸੀਂ ਮੇਰੀ ਗੱਲ ਸੁਣੋ, ਇਹ ਤੁਹਾਨੂੰ ਕਿੰਨੇ ਦੀ, ਇੱਕ ਮਿੰਟ ਵੀਰੇ, ਇੱਕ ਮਿੰਟ, ਕਿੰਨੇ ਦੀ ਲਿਮਿਟ ਸੀ? ਅਸ਼ੀਸ਼ ਜੀ ਇੱਕ ਮਿੰਟ, ਅਨਿਲ ਜੀ ਤੁਸੀਂ ਦੱਸ ਦਿਓ ਮੈਨੂੰ ਕਿੰਨੀ ਦੀ ਲਿਮਿਟ ਸੀਗੀ। ਰੁਕੋ ਅਸ਼ੀਸ਼ ਜੀ ਇੱਕ ਸੈਕਿੰਡ ਪਲੀਜ਼, ਇੱਕ ਸੈਕਿੰਡ। ਅਨਿਲ ਜੀ ਮੈਨੂੰ ਲਿਮਿਟ ਦੱਸੋ ਕਿੰਨੀ ਸੀ ਗਵਰਨਮੈਂਟ ਨੇ ਰੱਖੀ? ਲਿਮਿਟ ਤੇ ਆਈ ਥਿੰਕ ਸੋ ਮੇਰੇ ਖਿਆਲ ਨਾਲ 5,000 ਦੀ ਸੀ। ਕੁਛ ਵੀ ਨਹੀਂ ਸੀਗਾ ਭਾਜੀ, ਮੈਂ ਤੁਹਾਨੂੰ ਦੱਸਦਾ 2 ਲੱਖ ਦੀ ਲਿਮਿਟ ਸੀਗੀ। ਠੀਕ ਹੈ, ਮੈਨੂੰ ਪਤਾ ਹੈ। ਦੇਖੋ ਜੇ ਸੁਣੀ ਗੱਲ ਕਰੋਗੇ ਫਿਰ ਤਾਂ ਕੋਈ ਗੱਲ ਨਹੀਂ, ਮੈਂ ਤੁਹਾਨੂੰ ਗਲਤ ਨਹੀਂ ਕਹਿ ਰਿਹਾ। ਵਨ ਟਾਈਮ 5,000 ਦੀ ਸੀ। ਡਸਨਟ ਮੈਟਰ, ਮੈਂ ਤੁਹਾਨੂੰ ਕਹਿ ਰਿਹਾ ਤੁਸੀਂ 2 ਲੱਖ ਲੈ ਕੇ ਕੈਸ਼ 'ਚ ਜਾਓ, ਤੁਸੀਂ ਕਰ ਸਕਦੇ ਸੀ। ਦਿਸ ਇਜ਼ ਦ ਰੂਲ ਐਂਡ ਰੈਗੂਲੇਸ਼ਨ, ਤੁਸੀਂ ਅੱਜ ਵੀ ਪੜ ਸਕਦੇ ਹੋ। ਪਰ ਬੈਂਕਾਂ ਨੇ ਨਹੀਂ ਕੀਤਾ, ਜਾਣ ਕੇ ਲਾਈਨਾਂ ਲਗਵਾਤੀਆਂ, ਫਾਰਮ ਨਹੀਂ ਹੈਗੇ, ਇਹ ਨਹੀਂ ਹੈਗਾ, ਉਹ ਨਹੀਂ ਹੈਗਾ। ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਹੋ। ਜਦ ਨਵੀਂ ਕਰੰਸੀ ਆਊਗੀ ਨਹੀਂ, ਜੇ ਨਵੀਂ ਕਰੰਸੀ ਤੁਹਾਨੂੰ ਦਿੱਤੀ ਨਹੀਂ ਜਾਊਗੀ, ਤੁਸੀਂ ਪੁਰਾਣੀ ਕਿੱਥੋਂ ਚੇਂਜ ਕਰਕੇ ਕੀ ਦੋਗੇ? ਸਰ ਪੂਰੀ ਨਵੀਂ ਕਰੰਸੀ ਆਈ ਸੀ, ਪਰ ਉਹ ਬੈਕ ਡੋਰ ਦੇ ਵਿੱਚੋਂ ਚੇਂਜ ਕਰ ਦਿੱਤੀ ਜਾਂਦੀ ਸੀ। ਜਿਹੜੀ ਆਮ ਜਨਤਾ ਬਾਹਰ ਬੈਠੀ ਸੀ ਉਹਨਾਂ ਨੂੰ ਲਾਰੇ ਲਾ ਕੇ ਸਾਰਾ ਦਿਨ ਲਾਈਨਾਂ 'ਚ ਖਿਲਾਰਿਆ ਜਾਂਦਾ ਸੀ। ਐ ਹੋ ਗਿਆ ਅਨਿਲ ਜੀ, ਜੇ ਤੁਸੀਂ ਮਤਲਬ ਦੇਖੋ, ਮੈਂ ਨਹੀਂ ਤੁਹਾਨੂੰ ਗਲਤ ਕਹਿੰਦਾ, ਬਟ ਦੇਖੋ ਜੇ ਤੁਸੀਂ ਕੁਝ ਵੀ ਕਹਿ ਦੋਗੇ ਨਾ, ਤੁਸੀਂ ਮੈਨੂੰ ਕਹੋਗੇ ਕਿ ਤੁਸੀਂ ਮੰਨ ਜਾਓਗੇ, ਤੇ ਉਹ ਤਾਂ ਅਨਿਲ ਜੀ। ਉਹ ਮਿਸਟਰ ਕਰਨ, ਮੈਂ ਸਵਾ ਕਰੋੜ ਰੁਪਇਆ ਚੇਂਜ ਕਰਵਾਇਆ ਆਪਣੇ ਦੋਸਤਾਂ ਦਾ ਵੀ। ਭਾਈ ਤੁਸੀਂ ਤਾਂ ਇਹਨਾਂ ਕੀਤਾ, ਮੇਰੀ ਗੱਲ ਸੁਣੋ, 50 ਗੁਣਾ ਵੱਧ ਕਰਾਇਆਗਾ। 10 ਤਰੀਕ ਨੂੰ 8 ਤਰੀਕ ਨੂੰ ਰਾਤੀ ਨੋਟਬੰਦੀ ਹੋਈ ਹੈ। 9 ਤਰੀਕ ਛੱਡ ਕੇ 10 ਤਰੀਕ ਨੂੰ ਸਵੇਰੇ ਮੇਰੇ ਹੱਥ 'ਚ 2-2 ਹਜ਼ਾਰ ਦੇ 10 ਨੋਟ ਸੀ। ਉਹੀ ਤਾਂ ਤੁਹਾਨੂੰ ਮੈਂ ਪੁੱਛ ਰਿਹਾ ਕਿ ਅਨਿਲ ਜੀ ਮਾੜਾ ਇੱਕ ਮਿੰਟ ਮੈਨੂੰ ਦਿਓ ਜੀ, ਮੈਂ 5 ਮਿੰਟ ਬੈਠਾ ਰਿਹਾ ਹੁਣ। ਪਹਿਲੀ ਗੱਲ ਤਾਂ ਚਲੋ ਤੁਸੀਂ ਕਹਿੰਦੇ ਹੋ ਵੀ ਨੋਟਬੰਦੀ ਬੈਂਕਰਸ ਨੇ ਫੇਲ ਕਰਤੀ, ਮੀਨਸ ਬੈਂਕਰ ਨੇ ਫੇਲ ਕਰ ਸਕਦੇ ਨੇ ਬੈਂਕਰ। ਇੱਕ ਮਿੰਟ ਵੀਰੇ, ਭਾਜੀ ਬੈਂਕਰਸ ਨੇ ਕਦੋਂ ਫੇਲ ਕਰਨੀ? ਸਾਡੇ ਤੋਂ ਜ਼ਿਆਦਾ ਤੰਗ ਹੀ ਕੋਈ ਨਹੀਂ ਸੀ ਨੋਟਬੰਦੀ 'ਚ। ਇਹ ਤਾਂ ਇੱਕ ਮਿੰਟ ਵੇਟ ਕਰੋ ਸਾਰੇ ਵੀਰ। ਅਨਿਲ ਭਾਈ ਤੁਸੀਂ ਵੀ ਆਪਣੇ ਨਾਲ ਇੱਥੇ ਨਾ ਜਾਫੀ ਸਿੰਘ ਵੀ ਜੁੜੇ, ਮੈਨੂੰ ਸ਼ੋਰ ਆ ਕਿ ਜੇ ਤਾਂ ਉਹੀ ਹੈਗੇ ਆ ਜਿਹੜੇ ਅਸਲ 'ਚ ਜਾਫੀ ਸਿੰਘ ਆ, ਇਹਨਾਂ ਨਾਲ ਗੱਲ ਕਰਨ ਦਾ ਕੋਈ ਮਤਲਬ ਵੀ ਬਣਦਾ ਵਾ। ਉਦਾਂ ਕਾਫੀ ਫੋਲੋਇੰਗ ਆ ਇਹਨਾਂ ਦੀ, ਉਦਾਂ YouTube ਤੇ ਵੀ ਤੇ ਫੇਸਬੁੱਕ ਤੇ ਵੀ। ਆਸ਼ੀਸ਼ ਜੀ ਮੇਰੀ ਸੁਣੋ ਗੱਲ, ਇਹ ਨਹੀਂ ਗੱਲ ਕਹਿਣੀ ਮਤਲਬ ਨਹੀਂ ਬਣਦਾ, ਇਹ ਨਹੀਂ ਗੱਲ ਕਰਨੀ। ਆਪਣੇ ਲਈ ਸਾਰੇ ਰਿਸਪੈਕਟੇਬਲ ਹੈ, ਇਦਾਂ ਦੀ ਗੱਲ ਨਹੀਂ ਕੋਈ। ਨਹੀਂ ਭਾਜੀ ਹੋਣ ਰਿਸਪੈਕਟੇਬਲ, ਪਰ ਜਿਹੜੇ ਚੀਜ਼ ਮੇਨ ਹੁਣ ਜੇ ਮੋਦੀ ਸਾਹਿਬ ਆ ਕੇ ਗੱਲ ਕਰੂਗੇ ਤੇ ਇੱਕ ਗਲੀ ਦਾ ਕੋਈ ਟੁੱਚਾ ਜਿਹਾ ਕਾਉਂਸਲਰ ਹੋਵੇ ਉਹਨੂੰ ਥੋੜੀ ਪੁੱਛੂਗਾ, ਮੋਦੀ ਨੂੰ ਪੁੱਛੂਗਾ। ਤੇ ਇੱਥੇ ਯਾਰ ਇਹ ਨਹੀਂ ਗੱਲ ਭਾਜੀ, ਵੀ ਸੁਣੋ ਨਹੀਂ, ਜਿਹੜਾ ਵੀ ਆਂਦਾ ਉਹਦਾ ਸਵਾਗਤ ਕਰਨਾ ਚਾਹੀਦਾ। ਇੱਥੇ ਯਾਰ ਰਿਕੁਐਸਟ ਹੈ, ਪਰਸਨਲ ਫੇਰ ਬਾਹਰ ਕੱਢ ਦਿਓ ਕਿਸੇ ਨੂੰ, ਵੀ ਅਗਰ ਗਲਤ ਕਰਦਿਆ ਕੋਈ ਆ ਜਾਣ ਤੋਂ ਕੋਈ ਗੱਲ ਨਹੀਂ। ਆ ਜਾਣ ਦੋ, ਜੇ ਕੋਈ ਗਲਤ ਕਰਦਾ ਫਿਰ ਬਾਹਰ ਕੱਢ ਦਿਓ। ਇਹ ਗੱਲ ਗਲਤ ਹੈ, ਏਦਾਂ ਨਹੀਂ ਕਹਿਣਾ ਚਾਹੀਦਾ। ਜੇ ਤੁਸੀਂ ਤੁਹਾਡੇ ਪਰਸਨਲ ਕੋਈ ਇਸ਼ੂਜ਼ ਹੈਗੇ, ਏਦਾਂ ਨਹੀਂ ਕਹਿਣਾ ਚਾਹੀਦਾ। ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੁੰਦਾ। ਸਾਰੇ ਚੁੱਪ ਕਰੋਗੇ ਪਲੀਜ਼? ਇੱਕ ਮਿੰਟ, ਗੱਲ ਵੀ ਨਹੀਂ ਮੈਨੂੰ ਪੂਰੀ ਕਰਨ ਦੇ ਰਹੇ। ਕਰਕੇ ਬੋਲੋ। ਇੱਕ ਮਿੰਟ ਵੇਟ ਤਾਂ ਕਰ ਲਓ। ਜੇ ਤਾਂ ਜਾਫੀ ਭਾਜੀ ਉਹੀ ਹੈਗੇ ਆ ਜਿਹੜੇ ਕਿ ਆ, ਜਾਂ ਜੇ ਕੋਈ ਹੋ ਰਿਹਾ ਤਾਂ ਦੱਸੋ ਕਿ ਜੇ ਉਹ ਹੈਗੇ ਆ, ਫਿਰ ਸਾਨੂੰ ਗੱਲ ਕਰਨ ਦਾ ਇੱਕ ਵਧੀਆ ਯਾਰ ਜਾਫੀ ਜੀ ਜਿਹੜੇ ਵੀ ਹੈਗੇ ਉਹਨਾਂ ਦਾ ਸਵਾਗਤ ਹੈ, ਜਿਹੜੇ ਵੀ ਗਏ ਲੰਘੇ ਭਾਜੀ, ਚਲੇ ਗਏ ਬਸ ਕਰੋ, ਚਲੇ ਗਏ। ਗੱਲ ਹੈ ਜੇ ਤੁਹਾਨੂੰ ਇਹੀ ਨਹੀਂ ਪਤਾ ਉਹ ਕਿਹੜੇ ਜਾਫੀ ਜੀ ਨੇ, ਤੇ ਫਿਰ ਤੁਸੀਂ ਰਹਿਣ ਦਿਓ, ਕਮੈਂਟ ਕਰੋ ਹੀ ਨਾ ਜੀ ਉਹਨਾਂ ਤੇ, ਫਿਰ ਜਾਨੀ ਕੋਈ ਟੈਨਸ਼ਨ ਨਹੀਂ ਬਣਦੀ ਹੈ। ਆਪਾਂ ਨੋਟਬੰਦੀ ਤੇ ਵਾਪਸ ਆਈਏ। ਤੁਸੀਂ ਇਹਦਾ ਮਤਲਬ ਜਿਹੜਾ ਅਗਰ ਬੈਂਕਰਸ ਨੇ ਨੋਟਬੰਦੀ, ਬੈਂਕਰ ਫੇਲ ਕਰ ਸਕਦੇ ਸੀਗੇ, ਇਹ ਗੱਲ ਇਹਦਾ ਮਤਲਬ ਹੋਮਵਰਕ ਦੇ ਵਿੱਚ ਮੋਦੀ ਸਾਹਿਬ ਨੇ ਕੰਪਲੀਟ ਨਹੀਂ ਸੀ ਕੀਤੀ, ਨੰਬਰ 1। ਨੰਬਰ 2, ਬੈਂਕਰਸ ਨੇ ਪੈਸਾ ਕਮਾ ਲਿਆ। ਉਹਦੇ ਤੋਂ ਹਟਾ ਕੇ ਵੀ ਦਿੱਤਾ ਮੋਡਰੇਟਰ ਤੋਂ। ਹਾਂਜੀ ਆਹ ਭਾਈ ਯਾਰ ਤੁਹਾਡੇ ਕੰਮ ਚੰਗੇ ਆ ਯਾਰ, ਫੇਰ ਤੋਂ ਵਧੀਆ
ਨਹੀਂ ਯਾਰ ਮੇਰੀ ਸੁਣੋ ਗੱਲ, ਮੈਂ ਨਹੀਂ ਕੋਈ ਜ਼ਿਆਦਾ ਗੱਲ ਯਾਰ ਨਹੀਂ ਕੋਈ ਗੱਲ ਨਹੀਂ ਯਾਰ, ਕਿੰਨੇ ਹਟਾਇਆ ਮੋਡਰੇਟਰ ਆਸ਼ੀਸ਼ ਨੂੰ? ਮੈਂ ਹਟਾਇਆ ਨਾ ਬਾਈ ਯਾਰ ਹਟਾਓ ਬਿਨਾਂ ਯਾਰ। ਮਤਲਬ ਤੋਂ। ਯਾਰ ਬੰਦਾ ਕੋਈ ਗਰੁੱਪ ਦੇ ਵਿੱਚ ਆ, ਆਪਣੇ ਵਿਰੋਧੀ ਧਿਰ ਦਾ ਬੰਦਾ ਸੀਗਾ, ਉਹਨੂੰ ਚੱਕ ਕੇ ਕਹਿੰਦਾ ਇਹ ਜਾਫੀ ਸਿੰਘ ਹੋਊਗਾ। ਯਾਰ ਗਲਤ ਗੱਲ ਹੈ ਯਾਰ, ਕਿਸੇ ਦੀ ਵਿਚਾਰਧਾਰਾ ਆਪਣੇ ਨਾਲ ਨਹੀਂ ਮਿਲਦੀ ਤਾਂ ਮਤਲਬ ਤੁਸੀਂ ਇਹ ਥੋੜੀ ਉਹਨੂੰ ਟਾਰਗੇਟ ਕਰ ਦੂਗੇ ਪਰਸਨਲ ਨਹੀਂ ਨਹੀਂ ਅਟੈਕ ਨਹੀਂ ਕਰਕੇ। ਬਿਲਕੁਲ ਨਹੀਂ, ਉਹਦੇ ਆਪਾਂ ਵੀ ਆਬਜੈਕਸ਼ਨ ਕੀਤੀ ਹੈ ਇਸ ਚੀਜ਼ ਦੀ। ਮੈਂ ਉਸ ਚੀਜ਼ ਦੇ ਬਿਲਕੁਲ ਨਹੀਂ ਯਾਰ ਖਿਲਾਫ, ਇਹ ਤਾਂ ਬਿਲਕੁਲ ਸਾਡੇ ਰੂਲਸ ਦੇ ਖਿਲਾਫ ਆ, ਸਾਡੀ ਹਿਊਮੈਨਿਟੀ ਆ ਯਾਰ। ਸਾਡੇ ਗਰੁੱਪ 'ਚ ਕੋਈ ਵਿਰੋਧੀ ਧਿਰ ਦਾ ਬੰਦਾ ਵੀ ਆ ਕੇ ਬੋਲ ਸਕਦਾ, ਉਹਨੂੰ ਪੂਰਾ ਹੱਕ ਆ ਜੀ, ਪੂਰੀ ਫਰੀडम ਆਫ ਸਪੀਚ ਆ ਯਾਰ। ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ, ਤਾਨਾਸ਼ਾਹੀ ਥੋੜੀ ਹੈ। ਮੈਂ ਸਟਾਰਟ ਕਰਨ ਤੋਂ ਪਹਿਲੇ ਹੀ ਕਿਹਾ ਸੀ ਕਿ ਇੱਥੇ ਆਪਣੀ ਵਿਚਾਰਧਾਰਾ ਵਾਲੇ ਘੱਟ ਹੋਣੇ ਚਾਹੀਦੇ ਆ, ਵਿਰੋਧੀ ਵਿਚਾਰਧਾਰਾ ਦੇ ਜ਼ਿਆਦਾ ਹੋਣੇ ਚਾਹੀਦੇ ਆ, ਤਾਂ ਜੋ ਹੋ ਸਕਦਾ ਕਿ ਉਹ ਸਾਡੀ ਵਿਚਾਰਧਾਰਾ ਠੀਕ ਕਰ ਦੇਣ ਜਾਂ ਅਸੀਂ ਉਹਨਾਂ ਦੀ ਕਰ ਦਈਏ। ਦੇਖੋ ਖਾਲਿਸਤਾਨੀਆਂ ਦੇ ਵਿਚਾਰਧਾਰਾ ਅਲੱਗ ਹੋ ਸਕਦੀ ਹੈ, ਪਰ ਸਾਡੇ ਉਹ ਹੈਗੇ ਭਰਾ ਹੀ ਆ, ਚਲੋ ਭਟਕ ਗਏ ਆ, ਕੋਈ ਗੱਲ ਨਹੀਂ। ਅਸੀਂ ਨਹੀਂ ਉਹਨਾਂ ਨੂੰ ਆਪਣੇ ਵਿਰੋਧੀ ਮੰਨਦੇ, ਵਿਰੋਧੀ ਸਾਡੀ ਵਿਚਾਰਧਾਰਾ ਹੈ ਉਹਨਾਂ ਨਾਲ। ਠੀਕ ਆ, ਇਨਸਾਨ ਹੈ ਯਾਰ, ਫਿਰ ਵੀ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ। ਆਸ਼ੀਸ਼ ਨੇ ਦੇਣਾ ਚਾਹੀਦਾ। ਭਾਈ ਜੀ ਪਹਿਲਾਂ ਵੀ ਇਹੀ ਗੱਲ ਹੋਈ ਸਾਡੇ ਗਰੁੱਪ 'ਚ ਵੀ, ਉਹ ਨਾ ਪਰਸਨਲ ਹੋ ਜਾਂਦੇ ਮਿੰਟਾਂ 'ਚ ਹੀ। ਪਰਸਨਲ ਨਾ ਹੋਵੇ ਯਾਰ ਕਿਸੇ ਨਾਲ, ਰਿਕੁਐਸਟ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ ਯਾਰ। ਖਾਲਿਸਤਾਨੀ ਆ, ਕੋਈ ਨਹੀਂ, ਉਹ ਆਪਣਾ ਹੱਕ ਮੰਗਦੇ ਮੰਗੀ ਜਾਣ ਤੋਂ, ਜਦੋਂ ਉਹਨਾਂ ਨੂੰ ਮਿਲ ਜੂਗਾ ਦੇਖਾਂਗੇ। ਕੀ ਗੱਲਾਂ ਕਰੀ ਜਾਂਦੇ ਬੱਚਿਆਂ ਵਾਲੀਆਂ ਯਾਰ। ਜੇ ਜਾਫੀ ਆ ਗਿਆ ਤੇ ਫਿਰ ਕੀ ਹੋਇਆ? ਜਾਫੀ ਆ ਗਿਆ ਤੇ ਗੱਲ ਹੀ ਕਰੂਗਾ ਨਾ, ਮੂੰਹ 'ਚ ਥੋੜਾ ਪਾਲੂਗਾ। ਟੌਪਿਕ 'ਚ ਆ ਜਾਓ ਵਾਪਸ, ਸੌਰੀ। ਚਲੋ ਭਾਜੀ ਬੋਲੋ। ਤੁਸੀਂ ਬੋਲੋ ਲਾਲੀ ਜੀ। ਤੁਸੀਂ ਮਿਸਅੰਡਰਸਟੂਡ ਕਰ ਗਏ। ਆਸ਼ੀਸ਼ ਭਾਜੀ ਨੇ ਇਹ ਨਹੀਂ ਕਿਹਾ ਸੀ ਨਾ ਦਿਓ ਉਹਨਾਂ ਨੂੰ। ਆਈ ਥਿੰਕ ਜਿੱਥੇ ਤੱਕ ਮੈਂ ਸੁਣਿਆ ਆਸ਼ੀਸ਼ ਭਾਜੀ ਨੇ ਨਹੀਂ ਕਿਹਾ ਕਿ ਉਹਨੂੰ ਰੋਕੋ ਜਾਂ ਕੁਛ ਇਦਾਂ ਦੀ ਗੱਲਬਾਤ ਮੈਨੂੰ ਲੱਗਾ ਨਹੀਂ ਕਿ ਹੋਈ। ਭਾਈ ਉਹ ਹੋਈ ਸੀਗੀ, ਛੱਡ ਦਿਓ ਇਸ ਗੱਲ ਨੂੰ, ਆਪਾਂ ਡੀਰੇਲ ਨਾ ਕਰੀਏ, ਕੰਮ ਆਓਗੇ। ਚਲੋ ਉਹਨੂੰ ਕਰੋ, ਇਨਵਾਈਟ ਕਰੋ ਯਾਰ। ਆਸ਼ੀਸ਼ ਨੂੰ ਭਰਾ ਹੈ ਆਪਣਾ, ਨਾਰਾਜ਼ ਨਹੀਂ ਕਰਨਾ ਆਪਾਂ ਵੀਰ। ਨੋਟਬੰਦੀ ਨਹੀਂ ਆਪਾਂ ਕੱਢਿਆ ਨਹੀਂ ਉਹਨੂੰ, ਆਪ ਆਊਟ ਹੋਇਆ। ਚਲੋ ਦੁਬਾਰਾ ਭੇਜ ਦਿਓ ਰਿਕੁਐਸਟ। ਨੋਟਬੰਦੀ ਤੇ ਮੇਰਾ ਸਵਾਲ ਹੈ ਜੀ, ਨੋਟਬੰਦੀ ਦਾ ਚਲੋ ਬੈਂਕਰਸ ਨੇ ਫੇਲ ਕਰਤੀ, ਬੈਂਕਰਸ ਨੇ ਅਸਲ ਚ ਕਰਪਸ਼ਨ ਕਰ ਲਈ, ਵਿੱਚ ਫੇਲ ਤਾਂ ਨਹੀਂ ਆਪਾਂ ਉਹਨੂੰ ਕਹਿ ਸਕਦੇ ਵੀ ਉਹ ਪੈਸੇ ਬਣਾ ਗਏ। ਤੇ ਇਹ ਮੀਨਸ ਇਹ ਵਾਲਾ ਐਸਪੈਕਟ ਆਪਣੇ ਹੋਮਵਰਕ ਦੇ ਵਿੱਚ ਨਹੀਂ ਕਵਰ ਕੀਤਾ ਜਿਨ੍ਹਾਂ ਨੇ ਵੀ ਨੋਟਬੰਦੀ ਦਾ ਫੈਸਲਾ ਲਿਆ ਜੀ। ਨੰਬਰ 1। ਨੰਬਰ 2, ਜਿਹੜੀ ਜਿੰਨੀ ਕਰੰਸੀ ਬੈਨ ਕੀਤੀ ਮੋਦੀ ਸਾਹਿਬ ਨੇ, 500 ਦੇ ਜਿਹੜੇ ਬਿੱਲ ਸੀਗੇ, ਨੋਟ ਸੀਗੇ ਜਾਂ 1000 ਦੇ, ਠੀਕ ਹੈ ਜੀ, ਉਹ ਰਿਜ਼ਰਵ ਬੈਂਕ ਵੱਲੋਂ ਛਾਪੇ ਗਏ ਸੀਗੇ ਤੇ ਉਹ 99.3% ਉਹ ਵਾਲੀ ਕਰੰਸੀ ਵਾਪਸ ਰਿਜ਼ਰਵ ਬੈਂਕ ਦੇ ਕੋਲ ਆ ਗਈ। ਉਹ ਵੱਖਰੀ ਗੱਲ ਹੈ ਵੀ ਪੈਸੇ ਬੈਂਕ ਚ ਕਮਾ ਗਏ। ਇਹਦੇ ਵਿੱਚ ਰਾਣਾ ਭਾਜੀ ਫੇਲ ਹੋਈ, ਮੈਂ ਨਹੀਂ ਕਹਿੰਦਾ ਫੇਲ ਹੋਈ ਆ, ਮੈਂ ਨਹੀਂ ਮੰਨਦਾ ਫੇਲ। ਨਹੀਂ ਮੈਂ ਦੱਸਦਾ ਰਾਣਾ ਸਾਹਿਬ, ਮੈਂ ਤੁਹਾਨੂੰ ਆਨਸਰ ਦੇਣਾ। ਜੋ ਤੁਸੀਂ ਅੰਕੜੇ ਪੇਸ਼ ਕਰ ਰਹੇ ਹੋ ਬਿਲਕੁਲ ਸਹੀ ਅੰਕੜੇ ਪੇਸ਼ ਕਰ ਰਹੇ ਹੋ। ਇਹਦਾ ਮੈਂ ਤੁਹਾਨੂੰ ਨਹੀਂ, ਹਾਂਜੀ। ਨੋਟਬੰਦੀ ਦਾ ਮਕਸਦ ਕੀ ਸੀ ਪਹਿਲਾਂ ਤਾਂ ਮੈਨੂੰ ਇਹ ਦੱਸੋ। ਮੈਂ ਬੋਲਾਂ ਕੁਝ? ਮੈਂ ਬੋਲਾਂਗਾ ਥੋੜਾ ਜਿਹਾ। ਜੀ ਜਗਦੀਪ ਜੀ। ਸਰ ਦੇਖੋ, ਜਿਹੜਾ ਰਾਣਾ ਸਾਹਿਬ ਨੇ ਕਿਹਾ ਨੋਟਬੰਦੀ ਦਾ ਮਕਸਦ ਕੀ ਸੀ ਸਰ, ਉਹਦੇ ਦੋ ਮਕਸਦ ਸੀ। ਇੱਕ ਤੇ ਮੋਨਿਟਰੀ ਜਿਹੜਾ ਸਾਈਕਲ ਖਰਾਬ ਹੋ ਚੁੱਕਿਆ ਦਾ ਬੈਂਕਿੰਗ ਦਾ, ਉਹਨੂੰ ਵਾਪਸ ਲਿਆਣਾ। ਸੈਕੰਡਲੀ ਜਿਹੜੀ ਫੋਰਜਰੀ ਆ ਰਹੀ ਸੀ, ਇੱਕ ਹੁੰਦੀ ਹੈ ਫੇਕ ਕਰੰਸੀ ਸਰ, ਇੱਕ ਹੁੰਦੀ ਹੈ ਫੋਰਜ ਕਰੰਸੀ। ਇੰਡੀਆ ਦੇ ਸਾਈਕਲ ਦੇ ਵਿੱਚ 30% ਦੇ ਆਸ-ਪਾਸ ਫੋਰਜ ਕਰੰਸੀ ਆ ਚੁੱਕੀ ਸੀ ਆਪਣਾ ਆਬੂ ਧਾਬੀ ਔਰ ਦੁਬਈ ਦੇ ਸਾਈਕਲ ਦੇ ਨੈਟਵਰਕ ਚੋਂ। ਫੋਰਟੀਫਾਈਡ ਕਰੰਸੀ ਦੇ ਕੰਟੇਨਰ ਫੜਿਆ ਗਿਆ 5000 ਕਰੋੜ ਦੀ ਵੈਲਿਊਡ ਫੋਰਜ ਕਰੰਸੀ ਦੇ ਨਾਲ ਚੇਨਈ 'ਚ। ਉਹ ਕੰਟੇਨਰ ਟਰੈਕ ਬੈਕ ਹੋਇਆ ਕਿੱਥੇ? ਦੁਬਈ ਤੋਂ ਟਰੈਕ ਬੈਕ ਹੁੰਦਾ ਤੇ ਇੰਕ ਤੋਂ ਪੇਪਰ ਤੱਕ ਦੀ ਜਿਹੜੀ ਓਰੀਜਿਨੇਟਡ ਮਿਲਦੀ ਹੈ ਉਹ ਸੇਮ ਉੱਥੋਂ ਮਿਲਦੀ ਹੈ ਜਿੱਥੋਂ ਇੰਡੀਆ ਦੀ ਕਰੰਸੀ ਆਉਂਦੀ ਸੀ। ਕਿਉਂਕਿ 2009 ਜਾਂ 10 ਦੇ ਵਿੱਚ ਜਿਹੜੀ ਸਾਡੀ ਇੰਕ ਪ੍ਰੋਕਿਊਰਮੈਂਟ ਸੀਗੀ ਉਹ ਵੀ ਸੇਮ ਏਜੰਸੀ ਤੋਂ ਹੋ ਰਹੀ ਸੀਗੀ ਜਿੱਥੋਂ ISI ਲੈ ਰਹੇ ਸੀ, ਜਿਹਦੇ ਕਰਕੇ ਸਾਡੀ ਜਿਹੜੀ 5000 ਔਰ ਜਿਹੜੇ ਤੁਸੀਂ ਕਹਿੰਦੇ ਹੋ 1000 ਦੇ ਨੋਟ ਹੈ, ਇਹਨਾਂ ਦੀ ਫੋਰਜਰੀ ਬਹੁਤ ਜ਼ਿਆਦਾ ਸੀ। ਉਹਦੇ ਲੋਕਲ ਇੰਸੀਡੈਂਟ ਤੁਹਾਨੂੰ ਮੈਂ ਦੱਸ ਦਿੰਦਾ। ਜੰਮੂ ਦੇ ਵਿੱਚ 22 ਲੱਖ ਰੁਪਏ ਰੋਹਿੰਗਿਆ ਕੋਲੋਂ ਫੜਿਆ ਗਿਆ ਸੀ, ਜਿਹੜਾ ਸੇਮ ਨੰਬਰ ਦਾ RBHS ਦਾ ਫੋਰਜ ਨੋਟ ਸੀਗੇ। ਸੇਮ ਇੱਕ ਇੰਸੀਡੈਂਟ ਹੋਇਆ ਸੀਗਾ ਆਪਣਾ 2014 ਦੇ ਵਿੱਚ। ਮੈਂ ਉਸ ਟਾਈਮ ਸ਼੍ਰੀਨਗਰ ਸੀਗਾ, ਠੀਕ ਹੈ ਜੀ। ਸ਼੍ਰੀਨਗਰ 70 ਲੱਖ ਦੀ ਕਰੰਸੀ ਟਰੇਸ ਹੋਈ ਸੀ ਜਿਹੜੀ ਕਲਕੱਤੇੋਂ ਆਈ ਸੀਗੀ। ਔਰ ਚੇਨਈ ਦਾ ਜਿਹੜਾ ਰੈਕਟ ਸੀਗਾ ਉਹ ਫੋਰਜਡ ਕਰੰਸੀ ਸਰਕੂਲੇਟ ਕਰਦਾ ਸੀ ਇਸੇ ਤਰ੍ਹਾਂ। ਔਰ ਗਵਰਨਮੈਂਟ ਦਾ ਜਿਹੜਾ ਇੱਕ ਰੀਜ਼ਨ ਸੀਗਾ ਇਹਦੇ ਵਿੱਚ ਉਹ ਇਹ ਵੀ ਸੀਗਾ ਕਰਨ ਦਾ। ਹਾਂਜੀ ਸਰ, ਬਹੁਤ ਵਧੀਆ ਜਾਣਕਾਰੀ। ਫੋਰਜ ਕਰੰਸੀ ਹੈਗੀ ਆ, ਨੋਟਬੰਦੀ ਨੂੰ ਵੀ ਹੋ ਗਏ 6 ਸਾਲ, ਉਹ ਤਾਂ ਹੁਣ ਵੀ ਹੋ ਸਕਦੀ ਹੈ ਸਰਕੂਲੇਸ਼ਨ ਦੇ ਵਿੱਚ। ਇਹਦਾ ਮਤਲਬ ਐਵਰੀ ਅਦਰ ਸਰ ਦੇਖिए हाँ, ਅਗਰ ਜਿਹੜੀ ਫੋਰਜਡ ਕਰੰਸੀ ਹੈਗੀ ਆ, ਠੀਕ ਹੈ ਜੀ, ਕਾਊਂਟਰਫੇਟ ਕਰੰਸੀ ਹੈਗੀ ਆ, ਉਹ ਤਾਂ ਕਿਸੇ ਵੇਲੇ ਵੀ ਤੁਹਾਡੀ ਜਿਹੜੇ ਨਵੇਂ ਨੋਟ ਬਣਾਤੇ ਜਾਂ ਤਾਂ ਤੁਸੀਂ ਕੰਟੀਨਿਊਸਲੀ ਚੇਂਜ ਕਰਦੇ ਰਹੋ ਕਰੰਸੀ, ਤੇ ਉਹ ਤਾਂ ਕਿਸੇ ਵੇਲੇ, ਇਹਦਾ ਮਤਲਬ ਤੁਹਾਨੂੰ ਹਰੇਕ 3-4 ਸਾਲ ਡੀਮੋਨੀਟਾਈਜੇਸ਼ਨ ਕਰਨੀ ਪਊਗੀ। ਹਾਂ, ਇਹਦਾ ਇਸ਼ੂ ਹੈਗਾ ਫੋਰਜ ਕਰੰਸੀ ਦਾ, ਪਰ ਇਹ ਡੀਮੋਨੀਟਾਈਜੇਸ਼ਨ ਇਸ ਲੈਵਲ ਦੇ ਉੱਤੇ
ਕਰ ਦੇਣੀ ਕੋਈ ਵਧੀਆ ਸਟੈਪ ਨਹੀਂ ਸੀਗਾ। ਔਰ ਬਲੈਕ ਮਨੀ ਵੀ ਤੁਹਾਡੀ ਬਲੈਕ ਮਨੀ ਬਹੁਤ ਪਈ ਹੈਗੀ ਆ ਲੋਕਾਂ ਕੋਲ, ਜ਼ਰੂਰੀ ਨਹੀਂਗਾ ਉਹ ਕੈਸ਼ ਮਨੀ ਦੇ ਵਿੱਚ ਹੀ ਹੋਵੇ। ਪਰ ਓਵਰਆਲ ਜਿਹੜਾ ਅਟੈਂਪਟ ਇਹ, ਹਾਂਜੀ ਹੁਣ ਤੁਸੀਂ ਆਪਣੀ ਚਲੋ ਫੋਰਜ ਮਨੀ ਵਾਲੀ ਤੁਸੀਂ ਗੱਲ ਕਰੋ ਜੀ। ਇਹ ਹਿਸਾਬ ਨਾਲ ਨਹੀਂ ਤਾਂ ਸਰ, ਹਰੇਕ ਮੈਂ ਬੰਦੇ ਨੂੰ ਮੰਨ ਦੋਨਾਂ ਦੇ ਲਓ ਤੁਹਾਨੂੰ ਦੋਨਾਂ ਦੇ ਬੋਲਣਾ ਚਾਹਾਂਗਾ। ਤੁਸੀਂ ਕਿਹਾ ਕਿ ਮਤਲਬ ਬਲੈਕ ਮਨੀ ਨੂੰ ਉਹ ਨਹੀਂ ਕਰ ਸਕਦੇ। ਸਰ ਦੇਖੋ, ਜਦੋਂ ਤੁਹਾਡੀ ਨਾ ਪੇਪਰ ਟ੍ਰੇਲ ਆ ਜਾਂਦੀ ਹੈ ਕਿਸੇ ਵੀ ਉਹਦੇ ਚ ਅਕਾਊਂਟ ਚੋਂ, ਆਧਾਰ ਲਿੰਕ ਹੋ ਜਾਂਦਾ, ਇਹ ਸਭ ਹੋ ਜਾਂਦਾ, ਤੁਹਾਡੀ ਟ੍ਰਾਂਜੈਕਸ਼ਨ ਨੰਬਰ ਤੋਂ ਨੋਟ ਹੋ ਸਕਦਾ ਕਿ ਤੁਹਾਡਾ ਕਿੰਨਾ ਪੈਸਾ ਆ ਜਾਂ ਜਾ ਰਿਹਾ। ਸਰਕਾਰ ਨੂੰ ਨੋਟ ਨਹੀਂ ਗਿਣਨੇ ਆ, ਸਰਕਾਰ ਨੇ ਅਮਾਉਂਟ ਚੈੱਕ ਕਰਨਾ ਕਿਹਦੇ ਅਕਾਊਂਟ ਚੋਂ ਕਿੰਨਾ ਚੱਲ ਰਿਹਾ। ਇਹ ਫਸਟ ਚੀਜ਼ ਸੀਗੀ। ਸੈਕੰਡ, ਤੁਸੀਂ ਕਹਿ ਰਹੇ ਹੋ ਕਾਊਂਟਰਫੀਟ ਕਰੰਸੀ ਦਾ। ਸਰ ਹੁੰਦਾ ਕੀ ਹੈ ਕਿ ਜਿਹੜੀਆਂ ਸਪਲਾਇਰ ਏਜੰਸੀਜ਼ ਆ ਉਹ ਗਿਣੀਆਂ ਚੁਣੀਆਂ ਦੁਨੀਆ ਦੇ ਵਿੱਚ, ਠੀਕ ਹੈ ਜੀ। ਔਰ ਨਾਰਮਲੀ ਕੀ ਹੁੰਦਾ ਹੈ, ਜਿਹੜੀ ਤੁਹਾਡੀ ਮਤਲਬ ਜਿਸ ਦੇਸ਼ ਤੋਂ ਤੁਹਾਨੂੰ ਹੈਗਾ ਖਤਰਾ ਹੈ, ਮਤਲਬ ਤੁਹਾਡਾ ਲਾਗਤਬਾਜ਼ੀ ਹੈ, ਜਾਂ ਜਿੱਥੇ ਤੁਹਾਨੂੰ ਲੱਗਦਾ ਕਿ ਇਹ ਇਦਾਂ ਦੇ ਕੰਮ ਕਰਦਾ ਹੈ, ਕਦੇ ਵੀ ਉਹ ਏਜੰਸੀਆਂ ਜਿਹੜੀ ਉਹਨਾਂ ਨੂੰ ਡੀਲ ਕਰਦੀਆਂ ਉਹਨਾਂ ਨਾਲ ਕਦੇ ਵੀ ਤੁਹਾਡੇ ਇੰਕ ਦੇ ਉਹ ਨਹੀਂ ਕੀਤੀ ਜਾਂਦੀ। ਸਾਡੀ ਪਹਿਲੀ ਜਿਹੜੀ ਇੰਕ ਆਉਂਦੀ ਸੀ ਸਾਊਥ ਕੋਰੀਆ ਤੋਂ ਆਉਂਦੀ ਸੀ ਸਰ। 2009 ਤੱਕ ਸਾਊਥ ਕੋਰੀਆ ਤੋਂ ਸਾਡੀ ਪ੍ਰਿੰਟਿੰਗ ਇੰਕ ਆਉਂਦੀ ਸੀ, ਔਰ ਉਸ ਏਜੰਸੀ ਨਾਲ ਸਾਡਾ ਲੋਨ ਟਾਈ ਅਪ था। ਬ੍ਰਿਟਿਸ਼ ਨੂੰ ਉਹਨਾਂ ਨੇ ਇੱਕ ਵਾਰ ਸਪਲਾਈ ਕੀਤੀ, ਉਹਦੇ ਬਾਅਦ ਉਹੀ ਕੁਆਲਿਟੀ ਦੀ ਇੰਕ ਉਹ ਇੰਡੀਆ ਨੂੰ ਸਪਲਾਈ ਕਰਦੇ ਸੀ ਜੀ। ਹਾਂ ਰਾਣਾ ਸਾਹਿਬ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹੀ ਗੱਲ ਕਰਾਂਗਾ, ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰਾਂਗਾ। ਨੋਟਬੰਦੀ ਫੇਲੀਅਰ ਹੋਈ ਜਾਂ ਸਕਸੈਸ ਹੋਈ, ਮੈਂ ਇਸ ਵਿਸ਼ੇ ਤੇ ਜਾਣ ਦੀ ਬਜਾਏ ਇੱਕੋ ਗੱਲ ਕਰਾਂਗਾ ਕਿ ਸਰਕਾਰ ਦਾ ਜਿਹੜਾ ਏਮ ਸੀ ਨੋਟਬੰਦੀ ਦਾ, ਉਹ ਠੀਕ ਸੀ ਜਾਂ ਗਲਤ ਸੀ? ਗਲਤ ਸੀ ਜੀ। ਓਕੇ, ਉਹਦੇ ਪਿੱਛੇ ਰੀਜ਼ਨ? ਕਿਉਂਕਿ ਜੋ ਉਹਦਾ ਵਿੱਚ ਜਿਹੜਾ ਆਬਜੈਕਟਿਵਸ ਨੇ ਉਹ ਬੜੇ ਨਾਨ ਰੀਅਲਿਸਟਿਕ ਆਬਜੈਕਟਿਵ ਸੀਗੇ ਜੀ। ਤੁਹਾਡੀ ਵੀ ਅੱਤਵਾਦੀਆਂ ਕੋਲ ਕਰੰਸੀ ਜਾਣੀ ਬੰਦ ਹੋ ਜੂਗੀ, ਠੀਕ ਹੈ ਜੀ। ਤੁਹਾਡੀ ਜਿਹੜੀ ਬਲੈਕ ਮਨੀ ਉਹ ਬਾਹਰ ਨਿਕਲ ਆਊਗੀ। ਕਾਊਂਟਰਫੇਟ ਕਰੰਸੀ ਵਾਲਾ ਮੈਂ ਹਲੇ ਵੀ ਭਾਈ ਸਾਹਿਬ ਤੋਂ ਜੱਦੀ ਸ਼ਾਇਦ ਨਾ ਆਇਆ, ਮੈਂ ਕਨਵਿੰਸ ਨਹੀਂ ਹੈਗਾ। ਕਾਊਂਟਰਫੇਟ ਕਰੰਸੀ ਜਿੰਨੀ ਕੁ ਜ਼ਿਆਦਾ ਤੁਹਾਡੀ ਇਹ ਟੈਕਨੋਲੋਜੀ ਵੱਧ ਚੁੱਕੀ ਹੋਈ ਹੈ, ਜਿੰਨੀ ਮਰਜ਼ੀ ਤੁਸੀਂ ਸਾਡੇ ਇੱਥੇ ਕੈਨੇਡਾ 'ਚ ਵੀ ਪ੍ਰੋਬਲਮ ਹੈ ਜੀ, ਪਰ ਗਵਰਨਮੈਂਟ ਰਾਣਾ ਜੀ, ਸ਼ਾਇਦ ਤੁਸੀਂ ਮੇਰਾ ਕੁਐਸਚਨ ਨਹੀਂ ਸਮਝੇ। ਮੈਂ ਤੁਹਾਡੀ ਗੱਲ ਤੋਂ 100% ਐਗਰੀ ਹਾਂ। ਸੁਣੋ, ਮੈਂ ਤੁਹਾਡੀ ਗੱਲ ਨੂੰ ਨਹੀਂ ਕੱਟ ਰਿਹਾ ਕਿ ਫੇਕ ਕਰੰਸੀ ਆਣੀ ਬੰਦ ਨਹੀਂ ਹੋਈ, ਜੋ ਵੀ ਹੋਇਆ ਕੁਝ ਵੀ ਨਹੀਂ ਹੋਇਆ, ਠੀਕ ਹੈ, ਬਲੈਕ ਮਨੀ ਵੀ ਨਹੀਂ ਹੋਈ, ਸਾਰਾ ਕੁਝ ਮੈਂ ਐਗਰੀ ਕਰਦਾ ਵਾਂ। ਲੇਕਿਨ ਜਿਹੜਾ ਉਹਨਾਂ ਦਾ ਪ੍ਰਯਾਸ ਸੀ ਉਹਦੇ ਤੇ ਸ਼ੱਕ ਤੇ ਨਹੀਂ ਕੀਤਾ ਜਾ ਸਕਦਾ। ਹਾਂ, ਉਹਨਾਂ ਦਾ ਪ੍ਰਯਾਸ ਸਕਸੈਸ ਨਹੀਂ ਹੋਇਆ, ਇਹ ਆਪਾਂ ਕਹਿ ਸਕਦੇ ਹਾਂ ਕਿ ਫੇਲ ਹੋ ਗਿਆ, ਪਰ ਉਹਨਾਂ ਦੀ ਸੋਚ ਤੇ ਠੀਕ ਸੀ ਨਾ। ਕਾਮਯਾਬ ਨਹੀਂ ਹੋਈ ਉਹ ਗੱਲ ਅਲੱਗ ਹੈ। ਕੀ ਕਹਿੰਦੇ ਹੋ ਤੁਸੀਂ ਕਿ ਸੋਚ ਗੰਦੀ ਸੀ ਉਹਨਾਂ ਦੀ? ਨਹੀਂ, ਆ ਜਿਹੜੇ ਆਬਜੈਕਟਿਵ ਸੀ ਨਾ, ਇਹਦੇ ਜਿਹੜੇ ਆਬਜੈਕਟਿਵ ਸੀਗੇ, ਜਿਹੜੇ ਤੁਹਾਨੂੰ ਮੈਂ ਦੱਸਾਂ, ਰਘੂ ਰਾਮ ਰਾਜਨ ਨੂੰ ਛੱਡ ਕੇ ਗਏ ਹੈਗੇ ਨੇ ਬੈਂਕ ਵਗੈਰਾ, ਉਹ ਬੜੇ ਪੜ੍ਹੇ ਲਿਖੇ ਬੰਦੇ ਸੀਗੇ। ਉਹ ਇੱਕ ਪਟੇਲ ਸੀਗਾ, ਕਿਹੜਾ ਪਟੇਲ ਸੀਗਾ, ਇੱਕ ਰਘੂ ਰਾਮ ਰਾਜਨ, ਉਹ ਐਵੇਂ ਨਹੀਂ ਛੱਡ ਕੇ ਗਿਆ ਹੈ, ਠੀਕ ਹੈ ਜੀ। ਇਹ ਆਬਜੈਕਟਿਵ ਸਰ ਸੁਬਰਮਨਿਅਮ ਜਿਹੜਾ ਪਲਾਨਿੰਗ ਚ ਹੋਣਾ ਹੈ ਨਾ, ਉਹ ਵੀ ਬਹੁਤ ਅੱਛਾ ਬਣ। ਕੌਣ ਜੀ? ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਉਹਦੇ ਬਾਅਦ ਆਇਆ ਸੀਗਾ, ਸੁਬਰਮਨਿਅਨ ਕਰਕੇ, ਸਰ ਉਹਦੇ ਵੀ ਤੁਸੀਂ ਕ੍ਰੈਡੈਂਸ਼ੀਅਲ ਦੇਖੋਗੇ, ਹੀ ਇਜ਼ ਵਨ ਆਫ ਦਾ ਟੌਪ ਨੋਚ ਇਨ। ਨਹੀਂ, ਮੇਰਾ ਇਹੀ ਕਹਿਣਾ ਹੈ ਕਿ ਦੇਖੋ, ਮੈਂ ਇਸ ਚੀਜ਼ 'ਚ ਨਹੀਂ ਜਾਵਾਂਗਾ ਕਿ ਨੋਟਬੰਦੀ ਸਕਸੈਸ ਹੋਈ ਕਿ ਨਹੀਂ ਹੋਈ। ਮੈਂ ਸਿਰਫ ਇਹ ਚੀਜ਼ ਪੁੱਛਣਾ ਚਾਹੁੰਦਾ ਰਾਣਾ ਸਾਹਿਬ ਕਿ ਸਰਕਾਰ ਦੀ ਸੋਚ ਅੱਛੀ ਸੀ ਕਿ ਨਹੀਂ ਸੀ ਇਹਦੇ ਪਿੱਛੇ? ਨਹੀਂ ਸੀਗੀ ਜੀ। ਉਹਨਾਂ ਨੇ ਜਿਹੜੇ ਇਹਦੇ ਪ੍ਰੋਜ਼ ਐਂਡ ਕੌਨਸ ਸੀਗੇ, ਮੈਂ ਕਾਰਨ ਦੱਸਦਾ ਨਾ ਕਿਉਂ। ਜਿਹੜੇ ਇਹਦੇ ਫਾਇਦੇ ਤੇ ਨੁਕਸਾਨ ਸੀਗੇ ਉਹਨਾਂ ਨੂੰ ਤੋਲਣਾ ਸੀਗਾ ਇਹ ਫੈਸਲਾ ਲੈਣ ਤੋਂ ਪਹਿਲਾਂ, ਠੀਕ ਹੈ ਜੀ। ਉਹ ਤੋਲਣ ਦੇ ਵਿੱਚ ਤੁਹਾਨੂੰ ਵੀ ਆ ਬੈਂਕਰਸ ਆ ਕੁਝ ਕਰਨਗੇ, ਸਾਨੂੰ ਅੱਗੇ ਦਿੱਕਤਾਂ ਕੀ ਆਉਣਗੀਆਂ, ਇਹਦੇ ਤੇ ਟੋਟਲ ਪੈਸੇ ਕਿੰਨੇ ਲੱਗਣਗੇ, ਜਿਹੜੇ ਤੁਸੀਂ ਨਵੇਂ ਤੁਸੀਂ ਫੇਰ ਨਹੀਂ ਮੇਰਾ ਸਵਾਲ ਸਮਝ ਰਹੇ ਹੋ। ਠੀਕ ਹੈ ਕਿ ਸਰਕਾਰ ਨੇ ਪੂਰੀ, ਸੁਣੋ ਨਾ, ਕਲੀਅਰ ਕੱਟ ਜਵਾਬ ਦੇ ਸਰਕਾਰ ਨੇ ਪੂਰੀ ਤਿਆਰੀ ਦੇ ਨਾਲ ਇਹ ਚੀਜ਼ਾਂ ਨੂੰ ਸਮਝੇ ਬਿਨਾਂ ਹੀ ਇਹ ਫੈਸਲਾ ਲਾਗੂ ਕਰਤਾ। ਇਹ ਸਰਕਾਰ ਦੀ ਗਲਤੀ ਹੈ, ਸਰਕਾਰ ਦਾ ਫੇਲੀਅਰ ਹੈ। ਮੈਂ ਐਗਰੀ ਹਾਂ, 100% ਐਗਰੀ ਹਾਂ। ਮੈਂ ਬਿਲਕੁਲ ਵੀ ਉਹ ਤੇ ਆਰਗੂ ਨਹੀਂ ਕਰਾਂਗਾ। ਮੇਰਾ ਸਵਾਲ ਫੇਰ ਸਮਝਣ ਦੀ ਕੋਸ਼ਿਸ਼ ਕਰੋ ਕਿ ਸਰਕਾਰ ਨੇ ਜਦੋਂ ਇਹ ਫੈਸਲਾ ਕੀਤਾ, ਇਹਦੇ ਪਿੱਛੇ ਮਾਨਸਿਕਤਾ ਕੀ ਸੀ ਉਹਦੀ? ਉਦੇਸ਼ ਦੀ ਗੱਲ ਕਰਦੇ ਹੋ? ਉਦੇਸ਼ ਅਨਿਲ ਜੀ, ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਉਦੇਸ਼ ਉਹਨਾਂ ਦਾ ਸਹੀ ਸੀ ਕਿ ਉਦੇਸ਼ ਮਾੜਾ ਸੀ? ਹਾਂ, ਮਤਲਬ ਹੈ ਕਿ ਉਹਨਾਂ ਦੀ ਸੋਚ ਸਹੀ ਸੀ, ਪਰ ਉਹ ਸਿਰੇ ਨਹੀਂ ਚੜੀ, ਉਹਨਾਂ ਕੋਲੋਂ ਗਲਤੀਆਂ ਹੋਈਆਂ, ਉਹਨਾਂ ਨੇ ਹੋਮਵਰਕ ਨਹੀਂ ਕੀਤਾ। ਤੁਸੀਂ ਇੱਕ ਮੈਂ ਨਾ ਪੁਆਇੰਟ ਹੋ ਰੱਖਿਆ, ਪ੍ਰੋਜ਼ ਐਂਡ ਕੌਨਸ ਨੋਟਬੰਦੀ ਦੇ। ਉਹ ਮੈਂ ਕਹਿੰਦਾ ਵੀ ਬੈਲੈਂਸ ਆਊਟ ਕਰਨਾ, ਵੀ ਫਾਇਦੇ ਆ ਹੋ ਸਕਦੇ ਨੇ, ਨੁਕਸਾਨ ਆ ਹੋ ਸਕਦੇ ਨੇ, ਤੇ
ਉਹਨਾਂ ਨੂੰ ਜਦੋਂ ਉਹਨੂੰ ਬੈਲੈਂਸ ਆਊਟ ਕਰਨਾ ਸੀਗਾ, ਅਗਰ ਫਾਇਦੇ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੇ ਹੁੰਦੇ, ਫਿਰ ਤੁਹਾਡੀ ਪ੍ਰੋਪਰ ਪ੍ਰੈਪਰੇਸ਼ਨ ਹੋਣੀ ਸੀਗੀ ਨੋਟਬੰਦੀ ਦੀ, ਫਿਰ ਉਹ ਲਾਗੂ ਹੋਣੀ ਸੀ। ਠੀਕ ਹੈ ਜੀ। ਉਹਨਾਂ ਨੂੰ ਪਰ ਫਾਇਦੇ ਕੀ ਜਿਹੜੀ ਨਜ਼ਰ ਆਏ ਜੋ ਮੈਂ ਸਮਝ ਰਿਹਾ ਵਾਂ, ਇੱਕ ਤੇ ਫੇਕ ਕਰੰਸੀ ਜਿਹੜੀ ਜਾਲੀ ਕਰੰਸੀ ਉਹ ਬੰਦ ਹੋ ਜਾਣੀ ਸੀ, ਉਹਨਾਂ ਦੀ ਇਹ ਸੋਚ ਸੀ। ਠੀਕ ਹੈ। ਦੂਸਰੀ ਇਹ ਸੀ ਕਿ ਜਿੰਨੇ ਵੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਪੈਸਾ ਦੱਬਿਆ ਹੋਇਆ ਉਹ ਸਾਰਾ ਬੈਂਕਾਂ ਦੇ ਵਿੱਚ ਵਾਪਸ ਆਊਗਾ ਔਰ ਵਪਾਰ ਫਿਰ ਚੱਲਣ ਲੱਪੂਗਾ, ਪੈਸਾ ਘੁੰਮਣ ਲੱਪੂਗਾ ਔਰ ਸਾਨੂੰ ਟੈਕਸ ਆਊਗਾ। ਠੀਕ ਹੈ। ਇਹ ਸੀ ਉਹਨਾਂ ਦਾ ਸੋਚ ਕਿ ਪੈਸਾ ਲੋਕੀ ਜਿਹੜੇ ਦੱਬੀ ਬੈਠੇ ਉਹ ਸਾਰਾ ਪੈਸਾ ਬਾਹਰ ਨਿਕਲੇ ਔਰ ਜਿਹੜੀ ਫੇਕ ਕਰੰਸੀ ਹੈ ਬੰਦ ਹੋਵੇ, ਜਿਹਦੇ ਨਾਲ ਅੱਤਵਾਦੀਆਂ ਦਾ ਜਿਹੜਾ ਨੈਟਵਰਕ ਹੈ ਉਹ ਟੁੱਟੇ। ਇਹ ਸੋਚ ਲੈ ਕੇ ਉਹ ਚੱਲੇ ਸੀ। ਹੁਣ ਇਹਦੇ ਵਿੱਚ ਨੁਕਸਾਨ ਕੀ ਸੀ, ਤੁਸੀਂ ਦੱਸੋ ਕਿ ਇਹ ਨੋਟਬੰਦੀ ਨਾਲ ਨੁਕਸਾਨ ਕੀ ਹੋਣੇ ਸੀ? ਫਾਇਦੇ ਉਹਨਾਂ ਨੇ ਇਹ ਸੋਚੇ, ਨੁਕਸਾਨ ਤੁਸੀਂ ਦੱਸੋ। ਇਹ ਜਿਹੜੇ ਫਾਇਦੇ ਨੇ ਨਾ, ਨੁਕਸਾਨ ਜਿਹੜੀ ਇੰਡੀਆ ਦੀ ਜਿਹੜੀ ਤੁਹਾਨੂੰ ਪਤਾ ਇਨਫਾਰਮਲ ਇਕਨੋਮੀ ਹੈ, ਜਿਹੜੀ ਇਨਫਾਰਮਲ ਇਕਨੋਮੀ ਉਹ ਕਿੰਨੇ %? ਨਹੀਂ ਬੋਲੋ, ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਇਨਫਾਰਮਲ ਇਕਨੋਮੀ ਮੀਨਸ ਜਿਹੜੀ ਤੁਹਾਡੀ ਕੈਸ਼ ਇਕਨੋਮੀ ਚੱਲਦੀ ਹੈ। ਰਾਣਾ ਜੀ ਆਪਣੇ ਨਾਲ ਨਾ ਰੀਤੂ ਸੋਨੀ ਜੀ ਗੁਜਰਾਤ ਤੋਂ ਆ, ਉਹ ਗੱਲ करना चाहते हैं, मैं 2 मिनट टाइम दइए उन्होंने। करो जी, करो बिल्कुल करो। हाँ जी, तो है ना, हम डीमोनेटाइजेशन पे बात कर रहे हैं। एक्चुअली डीमोनेटाइजेशन का है ना, जो शॉर्ट टर्म जो ऑब्जेक्टिव है वो तो सबको पता है, बट एक्चुअली डीमोनेटाइजेशन का एक बहुत बड़ा लॉन्ग टर्म ऑब्जेक्टिव था। अगर आप इसको कनेक्ट करोगे कि जब डीमोनेटाइजेशन हुआ उसके 6 महीने 7 महीने या 1 साल के अंदर जीएसटी इम्प्लीमेंट हो गया था। सो द ऑब्जेक्टिव वाज टू कलेक्ट डेटा, बिकॉज जो इनफॉर्मल इकोनॉमी का जो डेटा है वो कहीं उसके जो उसका जो लाइन मिल रहा है ना, वो कहीं मिल ही नहीं रहा था। मतलब उसका अगर आप किसी भी तरीके से कनेक्ट करना चाहो कि ये कहाँ है पैसा, किन के पास कितना है, वो कहीं भी नहीं पता, उसका कोई और छोर नहीं मिल रहा था। सो उसके बाद अगर आप देखोगे गवर्नमेंट ने इतना डेटा माइनिंग किया है। जब डिमोनेटाइजेशन का डेटा कलेक्ट हुआ उसके बाद में 3 लाख शेल कंपनीज का डेटा बाहर निकला। 3 लाख शेल कंपनीज का मतलब क्या है? शेल कंपनीज माने खाली कंपनीज। खाली कंपनीज मतलब जो सिर्फ पैसा रूट करने के लिए यूज आती थी, उनमें कोई बिजनेस नहीं होता था। वो डेटा पब्लिक किया गया। 3 लाख कंपनीज थी। सो यू कैन इमेजिन ओवर अ पीरियड एवरी ईयर अगर उसमें से जो पैसा रूट हो रहा था ब्लैक मनी वाला, तो वो कितना ज्यादा रूट हो रहा था। दैट इज नंबर 1। नंबर 2, अगर आप ये देखो कि जो डिमोनेटाइजेशन का डेटा है उसके बाद जो जीएसटी रजिस्ट्रेशन का डेटा है उसको डेटा माइन किया, दोनों को मैच करके तब आज की डेट में गवर्नमेंट जीएसटी के सारे फ्रॉड्स पकड़ पा रही है। आई मीन द पिन पॉइंट्स की कहाँ आप ऑब्वियसली ये डेटा नहीं पकड़ सकते कि किसके पास कितना है, बट गवर्नमेंट कुड एक्चुअली कलेक्ट जैसे किन सेंटर्स से कितना पैसा आया, कौन सी बैंक्स में कितना पैसा किस पर्टिकुलर डे पे जमा हुआ, ये डेटा को लेकर के जब उन्होंने डीप माइनिंग किया। और इसके लिए आई टेल यू फॉरेंसिक एक्सपर्ट्स अपॉइंट हुए हैं। अ फ्रेंड ऑफ माइन वर्क्स इन बिग 4, वन ऑफ द बिग 4, जो कि बहुत बड़ा बड़े बड़े प्रोजेक्ट्स उनके पास में, जो इस तरीके से डेटा माइन करते हैं कि ये इसके फादर का नाम ये है, इसका फादर इस कंपनी में शेयर होल्डर है, ये शेयर होल्डर एक दूसरी कंपनी में डायरेक्टर है, इसकी वाइफ जो है वो एक तीसरी कंपनी में डायरेक्टर है, पैसा यहाँ से सीधा इस कंपनी में गया है, इस डेट को गया है। सो इट्स अ डीप डेटा माइनिंग विच हैपेंस, जो 1, 2, 3 साल तक चलती रही और अभी भी शायद चल रही होगी। उस डेटा से गवर्नमेंट एक्चुअली आप देखोगे इतनी, आज ही एक चार्टर्ड अकाउंटेंट पकड़ा गया है फॉर जीएसटी फ्रॉड ऑफ 3000 करोड़। अगर आप रेट्स देखोगे, आईटी रेट्स एंड जीएसटी रेट्स, जो छोटी बड़ी हर तरह की कंटिन्यूसली हो रही है, उसमें वो डेटा बहुत ज्यादा काम आ रहा है, बहुत ज्यादा। दैट इज नंबर 1। नंबर 2, उसकी सबसे बड़ा इम्पैक्ट उसके बाद में ये हुआ, हमारा जो इनफॉर्मल इकोनॉमी है उसका तो यू मीन टू से कि जो इन्होंने नोटबंदी की, ये डिटरमाइन करने के लिए की कि कितनी इनफॉर्मल इकोनॉमी है हमारी, कितने %? नहीं, नॉट सर परसेंटेज, द सेट पॉइंट्स ऑफ ब्लैक मनी। वेयर इज द ब्लैक मनी? यस, कि कहाँ कितना है, कहाँ से कितना। हाँ जी, नहीं, मेरा पॉइंट ये है, अगर ब्लैक मनी उन्होंने पकड़ी तो 99.3% तो करेंसी वापस आ गई है आरबीआई। अरे आप अभी भी नहीं समझे सर, उन्होंने ब्लैक मनी नहीं पकड़ी, उन्होंने ब्लैक मनी। तो मैं समझूंगा ना, वेयर इज द ब्लैक मनी? सर मैं वही समझा रही हूँ। आप बहुत देर से बोल रहे हो, मैं 20 मिनट से 1 मिनट सर, आप बहुत देर से आपने बोला। लेट मी कंप्लीट प्लीज, एक मिनट, लेट मी कंप्लीट। आपका पहला पॉइंट। अरे लेट मी कंप्लीट, मैं वही समझा रही हूँ,
मैं वही समझा रही हूँ। ब्लैक मनी नहीं पकड़ी है, ब्लैक मनी तो उसके बाद में रेट से पकड़ी है। जो डिमोनेटाइजेशन से सिर्फ डेटा पकड़ा है। ब्लैक मनी जो पकड़ में आई ना, वो उसके बाद में कंटिन्यूसली जो रेट्स हो रही है उससे पकड़ में आ रही है। जो रेट्स में जो पैसा, जो ट्रांजैक्शंस जो पकड़ में आ रहे हैं, ब्लैक मनी उसके बाद पकड़ी है, उस टाइम नहीं पकड़ी। उस टाइम डेटा पकड़ा है, फिर उसको जीएसटी के रिटर्न के साथ से डेटा मैच किया है, और फिर देखा कि पहले और बाद में क्या फर्क आया है, और फिर आपने आइडेंटिफाई किया है। और ये मैं आपको बहुत ब्रॉड बता रही हूँ। उसके बाद में नेक्स्ट अगर आप देखोगे हमारे जो इन्फॉर्म ब्लैक मनी पकड़ी नहीं जाएगी, ब्लैक मनी नोटबंदी से पकड़ी नहीं जाएगी, वो ऑटोमेटिकली खत्म हो जाएगी। कारण जिसकी ब्लैक मनी है वो बैंक में जाके वाइट नहीं करवाएगा। ब्लैक मनी डिस्ट्रॉय ऑटोमेटिकली हो जाती है अगर आपका 80% पैसा ही वापस आता आरबीआई को। आपका 99.3% पैसे वापस आ गए हैं, वो पकड़े नहीं जाएंगे नोटबंदी से। सर वो उस टाइम नहीं पकड़े गए, वही आप समझ नहीं रहे हो। जब बाद में रेट्स में अगर कहीं कैश मिल रहा है तो वो ब्लैक मनी है ना। नहीं, वो तो बाद में अगर रेट में कैश मिल रहा है वो ब्लैक मनी है या नहीं, ये बताइए आप। रेट का पॉइंट क्या हुआ? जब वो खत्म वही ही तो हो कह रहे गया। हो, तब कैश मिल गया आपको, तो आपको कैश ब्लैक मनी मिल गई ना। जब वो मिट्टी हो गई, जब वो मिट्टी ही हो गई कि आप उसको सर एक मिनट अगर राणा आज जी के राणा डेट में जी जो राणा कैश जी मिल आप रहा है बात नहीं उस समझ टाइम रहे, वाला एक नहीं है, मिनट नया कैश है। मैंने अपना पॉइंट लेकिन क्लियर कर आपको वो दिया। लोग पता चल गए जो एक्चुअली ये काम कर रहे थे। राणा जी सुनिए, एक्चुअली ब्लैक मनी ਹੋਇਆ ਕੀ ਹੈ ब्लैक नहीं मैनू अपना पॉइंट पूरा कर लैन दो जी, मैं फिर तुसी डिस्कशन रखे हो। ब्लैक मनी अपने आप डिस्ट्रॉय हो जाती है अगर आप हम ये होता कि जो 99.3 की फिगर है अगर वो 80% रह जाती, 70% रह जाती और बाकी ब्लैक मनी थी, तब मैं तो मान लेता। आपको मैम यही तो सर वो समझा रहे एक हैं, आप बात तरीका नहीं है, समझ रहे, यही लेकिन कह आप रहे हैं अभी वो। भी आप सुनिए, सर अगर आप बोल रहे हैं ना, मैं बहुत देर से सुन रही हूँ, एंड यू नो इफ यू ही इज लेफ्ट। मैम एक्चुअली पता क्या पॉइंट है इनका, वो ना एडमेंट है पूरे कि हाँ ब्लैक मनी है ही नहीं, गलत है, बस नोटबंदी गलत है, उनके अलावा उनको कुछ नहीं सुनना। उनको अभी यही नहीं पता है कि अगर आप नंबर ऑफ आईटीआर रिटर्न्स का इंक्रीज देखोगे जो फाइल होती थी पहले और अभी, दैट इज एक्चुअली कन्वर्जन ऑफ इनफॉर्मल इकोनॉमी टू एक्चुअली फॉर्मल प्रॉब्लम इकोनॉमी। पता क्या है मैम, मैं आपको बताता हूँ कि इनको कंफ्यूजन क्या हुई है। इनको कंफ्यूजन ये हुई है डेट की, इनको टाइम की प्रॉब्लम आ रही है कि जिस टाइम ये काम किया गया उसी टाइम ब्लैक मनी क्यों नहीं मिली। अरे नहीं मिली क्योंकि डेटा चाहिए था। हाँ, डेटा नहीं था। और अब जैसे आपने डेटा बोला कि चाहिए 3000 करोड़ मिल रहा है, भाई सीए से ये हो रहा है, तो वो ब्लैक मनी हुई है ना। एक बार अगर आपने कंफ्यूजन कोई नहीं है, बस ये है भी मैं नहीं मानना। हाँ, अगर सपोज मान लो सूरत शहर में 1000 करोड़ रुपए जमा हुआ, सपोज उसके अंदर तो आपने आइडेंटिफाई किया ना कि कैश कौन से सिटी से आ रहा है, कहाँ कहाँ कैश के सेंटर्स थे। ये तो बहुत मैं ब्रॉड बता रही हूँ। जब आप इसकी डीप डेटा माइनिंग करोगे तो आपको बहुत सारे पॉइंट्स मिलेंगे जिसके बेसिस पर आप फ्यूचर में अगले 5 से 10 साल तक रेट्स डालोगे। रितु जी बहुत बढ़िया जानकारी दी आपने मैम, थैंक यू सो मच। रितु जी मैं ना एक बात बोलूं, ये जो राणा भाई आए थे ना, है तो चलो हमारे दोस्त ही हैं, फेसबुक पे मतलब सोशल फ्रेंड ही हैं, तो ये बात पता क्या है, वो चाहते हैं कि इंस्टेंट रिजल्ट आने चाहिए जब से मोदी जी आए हैं। नहीं 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 नहीं, एक सेकंड म्यूट करियो जरा, मैंने अपनी आवाज आ रही है लाली जी। मैं दस दवा एक्चुअली वो पता की कह रहे ने, ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਇਹ ਨੋਟਬੰਦੀ ਹੋਈ ਸੀ ਨਾ 99.3% ਜਿਹੜੀ ਕਰੰਸੀ ਸੀ ਉਹ ਵਾਪਸ ਆ ਗਈ, ਫਿਰ ਬਲੈਕ ਮਨੀ ਕਿੱਥੇ ਹੈ। एक्चुअली ਉਹਨਾਂ ਨੂੰ ਇਹ ਸਮਝਣਾ ਚਾਹੀਦਾ ਸੀ ਕਿ ਬੈਂਕ ਨੇ ਤੇ ਆਪਣੇ ਦਰਵਾਜ਼ੇ ਖੋਲ ਦਿੱਤੇ ਕਿ ਲਿਆਓ ਕਰੰਸੀ ਚੇਂਜ ਕਰਵਾ ਲਓ, ਲੋਕੀ ਧੜਾ ਧੜ ਆਪਣੀ ਕਰੰਸੀ ਦੇਈ ਗਏ। ਹੁਣ ਜਦੋਂ ਉਹ ਸਾਰੀ ਕਰੰਸੀ ਵਾਪਸ ਚਲੀ ਗਈ, ਲੋਕਾਂ ਨੇ ਕਹਿਤਾ ਲੈ ਵੀ ਪੂਰੀ ਕਰੰਸੀ ਆ ਗਈ ਵਾਪਸ। ਉਸ ਤੋਂ ਬਾਅਦ ਜਦੋਂ ਡਾਟਾ ਖੰਗਾਲਣਾ ਸ਼ੁਰੂ ਕੀਤਾ ਗਿਆ ਕਿ ਇਸ ਬੰਦੇ ਦੇ ਅਕਾਊਂਟ ਦੇ ਵਿੱਚ 50 ਕਰੋੜ ਰੁਪਇਆ ਕਿਸ ਤਰ੍ਹਾਂ ਜਮਾ, ਇਹਦੀ ਰਿਟਰਨ ਤੇ 10 ਲੱਖ ਰੁਪਏ ਦੀ ਹੈ, ਉਹਦੀ ਫਿਰ ਬਲੈਕ ਮਨੀ ਹੁਣ ਫੜੀ जा रही है। शायद मैम यही क्या मैम ने ये ऐसे बहुत सारे डेटा कनेक्ट किए गए हैं। मतलब अगर इस पर ही अगर करना है ना तो एक्चुअली एक फॉरेंसिक का रूम करना पड़ेगा पूरा। ये एक पूरी चेन थी और मेरे को अब उतना ज्यादा याद भी नहीं है। जब मैंने उस वक्त रिसर्च की थी इसके ऊपर तो बहुत, जब जीएसटी आया था देन हम लोग को समझ में आया कि ये क्यों किया गया। जब जीएसटी का जो फॉर्म फाइलिंग था उसमें जो इन्फॉर्मेशन मांगी गई उससे पता चला। लेकिन नोटबंदी का एक्चुअली जो रियल इम्पैक्ट है ना वो ये भी नहीं है। मैं गुजरात में रहती हूँ, गुजरात ब्लैक मनी का हब मान लो आप।
ये है मतलब यहाँ के लोगों को कैश से इतना प्यार है कि उनका बस चले ना तो वो तकिए के अंदर भर के उसके ऊपर सो जाए, ऐसा है। और रितु जी मैं लेकिन चलो अब एक ऐसे आपको है, अब ऐसे है कि किसी को मैम की बात पे ऑब्जेक्शन है तो वो काउंटर कर सकता है, अदरवाइज हम टॉपिक चेंज करते हैं इसका। एक बात बोलूंगा बस सर, जो रितु जी ने कहा ना वो 99.3% करेंसी वापस आ गई। एक मैं और इसमें बात ये ऐड राणा करनी जी ने चाहूंगा। कहा। हाँ हाँ चलो कुछ किसी ने भी कहा वो ना ਜਿਹੜੀ ਭਾਜੀ ਪਤਾ ਕਿੱਦਾਂ ਸੀਗੀ, ਜੇ ਆਪਣੇ ਇੰਡੀਆ ਦੀ ਜਿਹੜੀ ਕਰੰਸੀ ਦੇ ਨੋਟ ਹੈ 16 ਲੱਖ ਕਰੋੜ ਦੇ ਆ। रितु मैम ऐसे है ना, मुझे आज का तो अभी का डेटा ध्यान नहीं है। हाँ तो 16 लाख करोड़ की इंडियन टोटल करेंसी है। तो उसमें ना जो वो 20 लाख करोड़ चल रही थी, 4 लाख करोड़ के नोट तो काउंटरफीट चल रहे थे। ये डाटा आपके पास कैसे है? सर वो गूगल की सर्चिंग है। ओके ओके कंटिन्यू। ਚਲੋ ਆਪਾਂ ਹੁਣ ਗੱਲ ਕਰੀਏ ਵੀ ਜਿਹੜਾ 47 ਦੇ ਵਿੱਚ ਜਿਹੜਾ ਮਤਲਬ ਵੰਡ ਹੋਈ ਆ, ਉਹਦੇ ਵਿੱਚ ਜਿਹੜੇ ਆਪਣੇ ਮਤਲਬ ਇੱਕ ਕਤਲੇਆਮ ਹੋਇਆ ਵਾ ਤੇ ਉਹਦਾ ਕਾਰਨ ਕੀ ਰਿਹਾ ਵਾ, ਤੇ ਜਿਹੜੇ ਭਾਰਤ ਦੀ ਵੰਡੀ ਪੈ ਗਈ ਆ ਕਿਉਂ ਪਈ ਆ। मैं तो यह कहूंगा कि जगदीप जी की जानकारी बहुत आंसू है। इन्होंने काफी मतलब उस चीज का इंक ये वो कितों करेंसी छपदी काफी अच्छी जानकारी दी और मेरा ज्ञान च काफी बढ़ोतरी हुई है। एक मैम ने बहुत अच्छी जानकारी दे दी और एक जगदीप जी ने ਇਹ ਭਾਜੀ ਜਗਦੀਪ ਜੀ ਬਹੁਤ ਪੜ੍ਹੇ ਲਿਖੇ ਇਨਸਾਨ ਹੈ, ਇੰਜੀਨੀਅਰ ਆ ਇਹ ਇਸ ਵੇਲੇ। नहीं ओके है, बहुत अच्छी जानकारी जी। इंजीनियर है ते प्लस जिस विषय ते इन्होंने जानकारी दी है वो विषय एक हट के है इन्होंने प्रोफेशन तो। ਜਗਦੀਪ ਜੀ ਹੈ ਨਾ ਇੰਡੀਆ ਦਾ ਸਭ ਤੋਂ ਵਰਲਡ ਦਾ ਸਭ ਤੋਂ ਉੱਚਾ ਪੁਲ ਬਣਾ ਰਹੇ ਆ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਚਨਾਬ ਨਦੀ ਦੇ ਉੱਪਰ। क्या बात है, क्या बात है, क्या बात। ਹਾਂਜੀ ਦੇਖੋ ਜਿੱਦਾਂ ਤੁਸੀਂ ਕਹਿ ਰਹੇ थे ना कि हॉलोकॉस्ट ਦਾ रीजन है ठाकरा दे पुत्र सूरमे। जो सर मैं देखा हूँ ना, जब मैंने पढ़ा है जहाँ अपनी तरफ से जो सोचा है दिमाग में आज तक की हिस्ट्री के हिसाब से पिछले जो इंसिडेंट थे, तो जो सेपरेशन की सीड है वो 47 में नहीं आई है, वो 1912-13 के आसपास आ चुकी थी। हाँ और जो ब्रिटिश रूल है हमारा, उन्होंने सेक्ट पहले ही चूज कर चुके थे वो। नहीं जगदीप जी मैं इसको एक और बार बताता हूँ, आप इसमें ऐड करूंगा। लाहौर में ना 1931 में ऑल इंडिया मुस्लिम कन्वेंशन फोरम, जब पूरा इंडिया था ना कनेक्टेड, पूरा बड़ा इंडिया था। हाँ जी 1931 में ना वो एक ऑल इंडिया मुस्लिम कन्वेंशन फोरम हुआ था। उन्होंने तब से ही सोच बना ली थी हमें एक इस्लामिक राज लेना है, चाहे कत्लेआम हो के ले, इस्लाम की एक थ्योरी रही है तलवार के दम पे लेना। बिल्कुल सर, वही मैं आपको बता रहा हूँ कि जो एक मतलब यूफोरिया था ना नेहरू और गांधी का कि नहीं जी हम मिला के चलेंगे, वो सारी की सारी थ्योरी की वजह से ही जो झेला है वो सबने झेला है। क्योंकि जो रजाकार मूवमेंट चलाने वाले थे और जो बरेलवी और देवबंदी सेक्ट थी, जो बेसिकली मेन एडवोकेट थे इस चीज के, ठीक है, चाहे वो मेवात सेक्शन हो, चाहे बरेलवी सेक्शन जो इधर अपना यूपी बिहार वाली साइड का है, चाहे देवबंदी वाले जो अभी आधे बंगाल में बैठे हैं, ठीक है, ये बंदे थे जो पुशिंग कर रहे थे स्टार्टिंग से कि नहीं हमें चाहिए। क्योंकि जो कलकत्ता में हॉलोकॉस्ट किया था उन्होंने इससे पहले 47 से पहले ही, वो सारे धीरे धीरे करके ये फुटप्रिंट बना रहे थे, प्रेशराइज कर रहे थे कि हमें चाहिए। और इन द एंड जब इन्होंने देख लिया कि नेहरू को ऑप्शन में और जिन्ना को तो फिर अपने लिए लेना ही लेना है कुछ ना कुछ, तो जिन्ना भी पूरी तरह से जिद्दी था इस बात पे कि मेरे को चाहिए, अब अगर नेहरू को मिलेगा तो मेरे को चाहिए। तो वो दोनों चीजों की जिन्ना जैसा बंदा अगर जिसको आप बोलोगे इस्लामी के तरीके में, तो वो कुफर है। वो हर वो चीज करता था इस्लाम के नाम पे। उनके लिए मतलब ये था कि जो है जमाती सेक्शन है मेवात का, ठीक है, मेवात जन्म स्थान है इसका, जमात सेक्शन जो जिसको जमाती आजकल बोलते हैं हम सब, उच्चे पजामे वाले, ठीक है, उनके हिसाब से जो भी गलत है इस्लाम का वो सारा जिन्ना करता था। शराब, सिगरेट, सुअर का मांस वो सब खाता था, ठीक है जी। उसके बावजूद उन्होंने जिन्ना को क्यों प्रोपोगेट किया? क्योंकि उनको पता था कि हमें एक बार ये डिवाइड लेना है और यही बंदा है जो हमारा मोहरा बनेगा, पपेट बनेगा। उसके बाद जो जिन्ना के साथ उन्होंने किया वो अलग चीज है। सेकंड, जो यहाँ सेक्टर रह गए हैं
उनको ये पता था कि जो आधे वहां गए उनकी क्या हालत होगी, और जो यहाँ रह गया अब उनका ये माइंड है कि एक बार फिर से हमने अपना लेना है। ये मेरा पॉइंट था। आपका पॉइंट बिल्कुल सही है, इसमें कोई दो राय नहीं है। बाकी सुना तो पढ़ा तो ये भी है, या सुना है कि जिन्ना मान गया था महात्मा गांधी नेहरू कहने पर कि पार्टिसिपेशन जो है भी नहीं होगा। क्या ये बात सच है? नहीं नहीं सर, ये सब वो मिथोलॉजिकल ਤੁਸੀਂ कह सकते हो, सच ऐसा कुछ सच नहीं है। अगर ऐसा सच होता तो जितनी मुस्लिम लीग की सीटें थी वहां पे वोटिंग में मुस्लिम क्यों जीते हैं? कांग्रेस तो वहां खड़ी नहीं हो पाई है। नहीं, वो चाहे कोलकाता, मुस्लिम लीग वाला जो वोटिंग सेक्शन वो तो पहले हुआ था ना, ये जो 47 की बात कर रहा हूँ। सर 47 में ऐसा कुछ नहीं हुआ, वो प्री डिसाइडेड हो चुका था कि क्या होगा, और ये 46 से इसकी प्रेपरेशन भी शुरू हो चुकी थी। हाँ, नेहरू जी का अलग वो विचार और वो आबो हवा थी कि वो एडवीना के साथ कहीं भी घूम रहे थे और पीछे वाइसराय आके यहाँ पे 1 या 2 दिन में पूरे इंडिया को डिवाइड करके चला जाता है। दैट इज अनदर थिंग, क्योंकि उनको सीरियस लेना ही नहीं था इस कंट्री को कभी भी। वो तो अपनी एक अलग ही उसकी, मैं क्या बोल सकता हूँ अभी, ख्वाबों की दुनिया में जी रहे थे। वो ख्वाबों की दुनिया में जीने के चक्कर में उन्होंने कश्मीर पेश कर दिया यूएन में एक डिस्प्यूटेड टेरिटरी के लिए, चाइना को यूएनसी में सीट दे दी, सब कुछ तो वो इसी तरह दे के चले गए। ख्वाबों में भी कह सकते हैं, जो ऐसा है ना, उनको भी जो है तो वो अदर थे, यहाँ के लोकल तो है नहीं थे। मनोज जी आवाज घट आ रही थोड़ी, 1 मिनट, अब आ रही है? पै गया फर्क। हाँ, फिर उनका जो था ना, भी वो लोकल तो है नहीं थे, बाहर बाहर के थे। उन्होंने जब वो आए थे तो उनको था भी एक मुगल है एक हिंदू है यहाँ पे, थर्ड थे सिख था थोड़ा सा छोटा सा पार्ट, तो उन्होंने उस हिसाब से अपना जो डिवाइड मतलब सोच भी ये अलग अलग है, इनको अलग अलग दे दो, ये है। नहीं मनोज, ऐसा मेरे हिसाब से तो नहीं है, क्योंकि अगर आप इस पे जाओगे तो फिर द्रविडियन है, तमिलियन है, मलयालम है, तेलुगु है, नॉर्थ ईस्ट सेक्शन है, वो आपका बंगाली हिंदुइज्म में सेक्शन आ जो जाते हैं ना वो सारे। सर देखिए हिंदुइज्म में आते हैं, पॉलिटिकल डिफरेंस आइडियोलॉजिकली उस टाइम पे भी थे, फर्स्ट चीज। सेकेंडली उस टाइम पे जो रूलिंग क्लास या अपर हैंड क्लास जो थी वो बंगाली थी, क्योंकि सबसे ज्यादा अगर इंटरकनेक्टेड कोई अंग्रेज हुकूमत में था वो बंगाली थे। नॉर्थ सेक्शन में कोई इतने ज्यादा रिप्रेजेंटेटिव थे ही नहीं, 2-4 थे, और बाकी सब तो रेबल थे हमारे, जिनको आज हमारे क्रांतिकारी हैं, जो भगत सिंह हो गए, चंद्रशेखर आजाद हो गए, ये सब तो जो अगली जनरेशन पढ़ के आई है वो तो आगे लड़ रही थी ना इनके साथ। बाकी जो ये थे इंटरेक्शन वाला था वो सारा कुछ तो कलकत्ता से चलता था उस टाइम तक। दिल्ली ब्रिटिश रूल टाइम तक तो दिल्ली की इतनी इंपॉर्टेंस नहीं थी जितनी कोलकाता की थी जी। कोई और बोलिए। ਉਹ ਚਾਚਾ ਜੜਾਂ 'ਚ ਬਹਿ ਗਿਆ ਸਾਲਾ, ਉਹ ਲੈ ਕੇ ਬਹਿ ਗਿਆ ਸਾਰਿਆਂ ਨੂੰ। अनिल जी ਤੁਸੀਂ कुछ दसो। हाँ नहीं मैं सुन रहा हूँ, अच्छा लग रहा है। कोई जितों मैंने जानकारी मिलती है ना फिर मैं मुंह बंद कर लेना, कान खोल लेना, ये मेरी नेचर च रहा हमेशा। अनिल जी हिस्ट्री च 0 है, वो तो है ही है जी, मैं तां ही सीखता रहना मैं ना, मैं बोलता नहीं। मेरे को तो करंट मुद्दे ते जो पुछना पुछी जाओ, अभी तो उत्ते ध्यान देने ज्यादा, हिस्ट्री च मैं घट ध्यान देना। चलो फिर आज्ञा दियो फिर। ठीक है जी फिर। ठीक है जी, ओके भाजी सारे, गुड नाइट जी, ओके जी, शुभ ठीक है आजादी जी। रात्रि। दिवस ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਤੁਹਾਨੂੰ ਵੀ ਭਾਜੀ ਬਹੁਤ ਬਹੁਤ ਪਰਮਾਤਮਾ ਸਭ, ਸਾਡੇ ਦੇਸ਼ ਨੂੰ ਅਖੰਡ ਭਾਰਤ ਬਣਾਵੇ ਦੁਬਾਰਾ ਫਿਰ। ਵਧਾਈਆਂ बिल्कुल ਜੀ, भाजी, ਵਧਾਈਆਂ। ਚਲੋ ਠੀਕ ਹੈ ਜੀ, ਰਾਮ ਰਾਮ ਸਾਰਿਆਂ ਨੂੰ। राम राम, ਰਾਮ ਰਾਮ। राम राम जी, जय श्री राम, वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕੀ वाहिगुरु जी ਫਤਿਹ की ਜੀ। ਜੈ ਸ਼੍ਰੀ ਰਾਮ ਜੀ। फतेह। जय श्री राम जी, जय श्री राम।
ਹਾਂਜੀ ਨਿਤਿਨ ਜੀ, ਕੁਝ ਕਹਿਣਾ ਚਾਹੁੰਦੇ ਤੁਸੀਂ? ਜੀ ਦਿਲਪ੍ਰੀਤ ਜੀ, ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਸਿੰਘ ਦਾਊ ਮਾਜਰਾ ਜੀ, ਰਾਣੇ ਭਾਜੀ ਚਲੇ ਗਏ ਸਾਰੇ ਬੰਦੇ ਯਾਰ, ਸੌਣ ਲੱਗੇ ਆ ਇੰਡੀਆ ਵਾਲੇ। ਆਹੋ ਬਹੁਤ ਹੋ ਗਿਆ। ਮੈਂ ਤਾਂ ਇੱਕੋ ਪੁਆਇੰਟ ਰੱਖਣਾ ਸੀ ਬਾਅਦ ਤੋਂ, ਹੁਣ ਪਤਾ ਨਹੀਂ ਉਹ ਲੇਡੀ ਸੀ ਇੱਕ ਬੰਦਾ ਸੀ ਜਿਹੜੇ ਹਿੰਦੀ ਚ ਗੱਲ ਕਰ ਰਹੇ ਸੀਗੇ। ਯਾਨੀ ਮੇਰਾ ਪੁਆਇੰਟ ਸਿਰਫ ਇਹ ਆ, ਅਗਰ ਨੋਟਬੰਦੀ ਕਾਮਯਾਬ ਹੁੰਦੀ, ਅਗਰ ਮੈਂ 80% ਵੀ ਮੰਨ ਲੈਂਦਾ ਵੀ 80% ਨੋਟ ਆਏ ਨੇ ਬੈਂਕ ਤੱਕ ਚੱਲ ਕੇ, ਤੇ ਬਾਕੀ ਨਹੀਂ ਆਏ, ਆਪਾਂ ਉਹਨੂੰ ਬਲੈਕ ਮਨੀ ਮੰਨ ਲਈਏ। ਜਦੋਂ ਲਗਭਗ 100% ਪੈਸੇ ਆ ਗਏ ਤਾਂ ਨੋਟਬੰਦੀ ਉਸ ਪੁਆਇੰਟ ਆਫ ਵਿਊ ਨਾਲ ਫੇਲ ਹੋ ਗਈ। ਬਸ ਇਹ ਕੋਈ ਨਹੀਂ, ਸਿੰਪਲ ਪੁਆਇੰਟ ਹੈ। ਹੁਣ ਰਾਣਾ ਜੀ ਮੈਂ ਚਲੋ ਇਸ ਗੱਲ ਦੇ ਵਿੱਚ ਮੈਂ ਮੰਨਦਾ ਤੁਸੀਂ ਚਲੋ ਕਾਫੀ ਪੜ੍ਹੇ ਲਿਖੇ ਹੋ, ਇੰਟੈਲੀਜੈਂਟ ਹੋ, ਪਰ ਏਦਾਂ ਹੁਣ ਮੈਨੂੰ ਇਹਨਾਂ ਮੁੱਦਿਆਂ ਤੇ ਬੜੀ ਨੌਲੇਜ ਨਹੀਂ ਗੀ। ਉਹ ਮੈਡਮ ਨੂੰ ਜ਼ਿਆਦਾ ਨੌਲੇਜ ਹੈ ਕਿਉਂਕਿ ਮੈਡਮ ਬੈਂਕਰ ਆ, ਉਹ ਵਕੀਲ ਵੀ ਹੈ, ਬੈਂਕਰ ਵੀ ਆ। ਬੈਂਕਰ ਹੈਗੇ ਨੇ। ਹੁਣ ਜਿਹੜੀ ਲੈਂਗੁਏਜ ਤੁਹਾਨੂੰ ਮੈਂ ਸਮਝਾ ਰਿਹਾ ਉਹ ਤਾਂ ਬੜੇ ਸੋਫਿਸਟੀਕੇਟਡ ਤਰੀਕੇ ਨਾਲ ਸਮਝਾ ਰਹੇ ਸੀ ਨਾ। ਮੈਂ ਹੁਣ ਤੁਹਾਨੂੰ ਸਿੰਪਲ ਪੁਆਇੰਟ ਦੱਸ ਰਿਹਾ ਆ। ਨੋਟਬੰਦੀ ਕੀਤੀ, ਬਲੈਕ ਮਨੀ, ਉਮੀਦ ਸੀ ਕਿ ਵੀ ਬਲੈਕ ਮਨੀ ਜਿਹੜੀ ਹੈਗੀ ਆ ਉਹ ਖਤਮ ਹੋ ਜੂਗੀ। ਉਹ ਖਤਮ ਹੋ ਜਾਣੀ ਸੀ ਅਗਰ ਜੇ 100 ਨੋਟ ਛਾਪੇ ਨੇ ਆਰਬੀਆਈ ਨੇ, ਅਗਰ 80 ਉਹ ਵਾਪਸ ਆਏ ਹੁੰਦੇ ਤਾਂ ਬਾਕੀ ਆਪਾਂ ਮੰਨ ਸਕਦੇ ਸੀ ਵੀ ਇਹ ਬਲੈਕ ਮਨੀ ਆ, ਲੋਕਾਂ ਦੀ ਜ਼ਰੂਰਤ ਨਹੀਂ ਹੋਈ ਬਦਲਾਉਣ। ਹੁਣ ਉਹ ਬੈਂਕਰ ਨੇ ਜਾਂ ਕੀ ਨੇ, ਇਹਦਾ ਮਤਲਬ ਇਹ ਥੋੜਾ ਹੈਗਾ ਵੀ ਬੈਂਕਰ ਹੁਣ ਜਦੋਂ ਜਾਂ ਤਾਂ ਲੌਜਿਕ ਹੋਵੇ ਆਪਾਂ ਮੰਨ ਵੀ ਲਈਏ ਗੱਲ। ਔਰ ਫਿਰ ਰੇਡਾਂ ਪੈ ਰਹੀਆਂ ਨੇ, ਰੇਡ ਪੈਣ ਦੀ ਲੋੜ ਹੀ ਨਹੀਂ ਸੀ ਪੈਣੀ। ਰੇਡ ਪੈਣ ਦੇ ਡਰ ਤੋਂ ਤਾਂ ਉਹਨਾਂ ਨੇ ਆਪਣੇ ਮਨੀ ਚੇਂਜ ਨਹੀਂ ਕਰਵਾਈ ਹੈਗੀ ਜਿਹੜੀ ਬਲੈਕ ਸੀ, ਤੇ ਉਹ ਤਾਂ ਕੋਈ ਛੋਟੇ ਨਹੀਂ ਬਣਦਾ। ਹਾਂਜੀ, ਮੈਂ ਉੱਥੇ ਉਹਨਾਂ ਦੇ ਪਹਿਲੇ ਪੁਆਇੰਟ ਤੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਵੀ ਆਹ ਵਾਲੇ ਮੈਂ ਤੁਹਾਡੇ ਲੌਜਿਕ ਨਾਲ ਸਹਿਮਤ ਨਹੀਂ ਹੈਗਾ ਵੀ ਰੇਡਸ ਪਈਆਂ ਇਹਦੇ ਕਰਕੇ ਵੀ ਇਹ ਫਲਾਣੇ ਕੋ ਬਣੀ ਮਿੱਟੀ, ਉਹ ਮਿੱਟੀ ਹੋ ਗਏ ਪੈਸੇ ਜਿਹੜੇ। ਹਾਂਜੀ, ਪਤਾ ਗੱਲ ਕੀ ਆ, ਹੁਣ ਜਿਸ ਸੰਦਰਭ ਵਿੱਚ ਤੁਸੀਂ ਗੱਲ ਕਰਦੇ ਆ, ਤੁਸੀਂ ਆਪਣੀ ਜਗ੍ਹਾ ਸਹੀ ਹੋਵੋਗੇ, ਪਰ ਉਹ ਜਿਹੜਾ ਸੰਦਰਭ ਸੀ ਤੁਹਾਡੇ ਆਪਸ ਦੇ ਵਿੱਚ ਨਾ, ਤੁਹਾਡੀ ਕੋਈ ਮਿਸਅੰਡਰਸਟੈਂਡਿੰਗ ਕਲੀਅਰ ਨਹੀਂ ਹੋ ਪਾਈ। ਨਹੀਂ, ਤੁਸੀਂ ਜਿਹੜਾ ਮੈਂ ਤੁਹਾਨੂੰ ਤਰਕ ਦੇ ਰਿਹਾ ਤੇ ਜਿਹੜਾ ਉਹਨਾਂ ਨੇ ਸਮਝਾਇਆ ਤੁਹਾਨੂੰ ਕਿਹਦਾ ਸਮਝ ਲੱਗਿਆ ਜ਼ਿਆਦਾ? ਮੈਂ ਸਿੰਪਲ ਗੱਲ ਕਰਦਾ। ਮੈਨੂੰ ਜਿਹੜਾ ਤੁਸੀਂ ਸਰ ਤਰਕ ਸਮਝਾਇਆ ਉਸੇ ਤਾਂ ਠੇਠ ਪੰਜਾਬੀ ਵਾਲਾ ਵੀ, ਪੰਜਾਬੀ ਜਿੱਦਾਂ ਕਹਿੰਦੇ ਵੀ ਜੇ ਇੰਨੇ ਪੈਸੇ ਫੜੇ ਗਏ ਤੇ ਵਿੱਚੋਂ ਇੰਨੇ ਕਿਉਂ ਨਹੀਂ, ਕਿੱਥੇ ਗਏ, ਹਨਾ, ਉਹ ਤੁਹਾਡੀ ਉਸ ਹਿਸਾਬ ਦੀ ਗੱਲ ਆ। ਉਹ ਜਿਹੜਾ ਉਹ ਲੌਜਿਕ ਦੇ ਰਹੇ ਸੀਗੇ ਉਹ ਸੀਗਾ ਮਤਲਬ ਕਾਨੂੰਨੀ ਤਰੀਕੇ ਵਾਲਾ ਨਾ, ਉਹ ਸੋਫਿਸਟੀਕੇਟਡ ਸੀਗਾ। ਜਾਨੀ ਉਹਦੇ ਵਿੱਚੋਂ ਜਿਹੜਾ ਅਸਲ ਤਰਕ ਸੀਗਾ ਵੀ ਰੇਟਸ ਪੈ ਰਹੀਆਂ ਨੇ, ਉਹ ਕੋਈ ਸੈਂਸ ਨਹੀਂ ਬਾਈ ਜੀ, ਰੇਟ ਪੈਣੀ ਉਹ ਨਹੀਂ। ਰੇਟਸ ਐਵੇਂ ਥੋੜਾ ਮਾਰੀ ਜਾਣਗੇ, ਕੁਝ ਡਾਟਾ ਹੋਊਗਾ ਗਵਰਨਮੈਂਟ ਦੇ ਕੋਲ ਤਾਂ ਹੀ ਰੇਟਸ ਮਾਰਨਗੇ ਬਾਈ ਜੀ। ਡਾਟਾ ਇਕੱਠਾ ਕਰਨ ਲਈ ਡਾਟਾ ਮੈਂ ਕਹਿੰਦਾ ਤੁਸੀਂ ਦੇਖੋ, ਸਿੰਪਲ ਗੱਲ ਫੇਰ ਮੈਂ ਉਹੀ ਕਹਿੰਦਾ, ਆਰਬੀਆਈ ਨੇ ਨੋਟ ਛਾਪੇ ਨੇ, ਠੀਕ ਹੈ ਜੀ। ਆਰਬੀਆਈ ਉਹਦੀ ਇਵੈਲੂਏਸ਼ਨ ਕਰ ਰਹੀ ਹੈ, ਜਿਹੜੇ ਵਾਪਸ ਨੋਟ ਆ ਰਹੇ ਨੇ ਅਸਲੀ ਨੇ ਨਕਲੀ ਨੇ। ਅਸਲੀ ਨੋਟ ਉਹਨਾਂ ਨੇ ਵਾਪਸ ਲੈ ਕੇ ਜਿਹੜੇ ਪੁਰਾਣੇ ਛਾਪੇ ਸੀਗੇ ਨਵੇਂ ਦੇਣੇ ਤੁਹਾਨੂੰ ਸ਼ੁਰੂ ਕਰਤੇ। ਅਲਟੀਮੇਟਲੀ 99.3% ਪੁਰਾਣੇ ਨੋਟ ਤੁਹਾਡੇ ਆਰਬੀਆਈ ਦੇ ਕੋਲ ਆ ਗਏ ਵਾਪਸ। ਹੁਣ ਮੈਂ ਇਹ ਕਹਿਣਾ, ਜੇ ਵਾਪਸ 90% ਆ ਜਾਂਦੇ, ਆਪਾਂ 10% ਮੰਨਦੇ ਸੀਗੇ ਵੀ ਜਿਨ੍ਹਾਂ ਨੇ ਬਲੈਕ ਮਨੀ ਰੱਖੀ ਸੀ ਉਹ 10% ਡਿਸਟਰੋਏ ਹੋ ਗਈ ਆਟੋਮੈਟਿਕਲੀ ਵਿਦਆਊਟ ਰੇਟਸ। ਉਹਨਾਂ ਦੀ ਮੈਂ ਗੱਲ ਸਮਝ ਗਿਆ ਸੀਗਾ, ਸੋਫਿਸਟੀਕੇਟਡ ਬੋਲ ਕੇ। ਤੇ ਤੁਸੀਂ ਉਹ ਆਮ ਬੰਦੇ ਨਾਲ ਜਦੋਂ ਗੱਲ ਕਰਨੀ ਹੈ ਨਾ, ਤੁਸੀਂ ਹੁਣ ਮੈਂ ਇਹਦਾ ਜਵਾਬ ਦੇਣਾ ਤੁਹਾਨੂੰ। 16 ਲੱਖ ਕਰੋੜ ਆਰਬੀਆਈ, 16 ਲੱਖ ਕਰੋੜ ਦੇ ਨਾ ਆਰਬੀਆਈ ਦੇ ਟੋਟਲ ਨੋਟ ਆ। ਸੁਣੋ ਮੇਰੀ ਗੱਲ, 16 ਲੱਖ ਕਰੋੜ ਜਿਹੜੇ ਇੰਡੀਆ ਚੱਲ ਰਹੇ ਆ, ਤੇ ਉਹ ਟੋਟਲ ਹੈ ਨਾ 4 ਲੱਖ ਕਰੋੜ ਕਾਊਂਟਰਫੀਟ ਆਈ ਹੋਈ ਸੀਗੀ। ਨਹੀਂ ਹੋਣਗੇ, ਕਾਊਂਟਰਫੀਟ ਹੋਣਗੇ, ਮੈਂ ਮੰਨਦਾ ਆ। ਕਾਊਂਟਰਫੀਟ ਚੀਜ਼ ਹੋਰ ਆ, ਆਪਾਂ ਬਲੈਕ ਮਨੀ ਦੀ ਗੱਲ ਕਰ ਰਹੇ ਹਾਂ। ਉਹ ਜਦੋਂ ਆਪਾਂ ਤੁਸੀਂ ਕਹਿੰਦੇ ਵੈਲੂਏਸ਼ਨ ਕਰਨੀ ਆ, ਉਹ 16 ਲੱਖ ਕਰੋੜ ਤੋਂ ਬਾਅਦ ਜਿੰਨੀ ਵੱਧ ਗਈ ਆ, ਉਹ ਕਿੱਦਾਂ ਕਰਨੀ ਸੀਗੀ? ਏਦਾਂ ਹੀ ਹੋਣੀ ਸੀ ਕਿ ਪਹਿਲਾਂ ਕਿ ਨੋਟ ਤਾਂ ਜਮ੍ਹਾਂ ਕਰਨੇ ਪੈਣੇ ਸੀ। ਤੁਸੀਂ ਫੇਰ ਦੇਖੋ ਉਹਨੂੰ, ਤੁਸੀਂ ਕਾਊਂਟਰਫੀਟ ਕਰੰਸੀ ਨੂੰ ਤੁਸੀਂ ਬਲੈਕ ਮਨੀ ਨਾਲ ਜੋੜੀ ਜਾਂਦੇ ਹੋ। ਬਲੈਕ ਮਨੀ ਤਾਂ ਜੈਨੂਅਨ ਮਨੀ ਹੈ ਨਾ। ਇਹਦਾ ਮਤਲਬ ਬਲੈਕ ਮਨੀ, ਉਹ ਜਿਹੜੇ ਮੈਡਮ ਦਾ ਪਹਿਲਾ ਪੁਆਇੰਟ ਸੀਗਾ ਬਲੈਕ ਮਨੀ ਵਾਲਾ, ਉਹ ਵਾਲੇ ਦੇ ਨਾਲ ਮੈਂ ਸਹਿਮਤ ਨਹੀਂ ਸੀਗਾ। ਜਿਹੜੀ ਕਾਊਂਟਰਫੀਟ ਕਰੰਸੀ ਆ ਉਹਦੇ ਨਾਲ ਮੈਂ ਐਗਰੀ ਆ। ਜਿਹੜੀ ਕਾਊਂਟਰਫੀਟ ਤੁਸੀਂ ਕਰੰਸੀ ਚੈੱਕ ਕਰਨੀ ਆ, ਫਿਰ ਤਾਂ ਤੁਹਾਨੂੰ ਹਰੇਕ 3 ਸਾਲ ਨੋਟਬੰਦੀ ਕਰਨੀ ਪੈਣੀ ਹੈ, ਜਾਂ ਤੁਹਾਨੂੰ ਨੋਟ ਇਹੋ ਜਿਹੇ ਛਾਪਣੇ ਪੈਣੇ ਨੇ ਵੀ ਉਹਦੇ ਨਾਲ ਦਾ ਕਾਊਂਟਰਫੀਟ ਨੋਟ ਬਣੇ ਨਾ ਸਕੇ। ਰਾਣਾ ਜੀ ਮੇਰੀ ਗੱਲ ਸੁਣੋ ਜੀ, ਇੱਥੇ ਇੰਡੀਆ ਵਿੱਚ ਪਤਾ ਕੀ ਚੱਲਦਾ ਸੀਗਾ? ਸੁਣੀ ਮੇਰੀ ਗੱਲ, ਮੇਰੀ ਥੋੜੀ ਗੱਲ ਧਿਆਨ ਨਾਲ। ਇੱਥੇ ਹੈ ਨਾ, ਜਦੋਂ ਇੱਕ ਬੰਦੇ ਦਾ ਖਾਤਾ ਆਧਾਰ ਕਾਰਡ ਦੇ ਨਾਲ ਨਹੀਂ ਅਟੈਚ ਸੀਗਾ ਪਹਿਲਾਂ, ਉਹ ਹੈ ਨਾ ਇੱਕ ਬੰਦਾ ਆਪਣੀਆਂ 20 ਕੰਪਨੀਆਂ ਹਨਾ ਕਾਗਜ਼ਾਂ 'ਚ ਖੋਲੀ ਫਿਰਦਾ, 20 ਖਾਤੇ ਇੱਕ ਬੰਦੇ ਦੇ ਚੱਲਦੇ ਸੀਗੇ, 20 ਕੰਪਨੀਆਂ ਦੇ। ਉਹ ਕੰਪਨੀ ਉਹਦੀ ਇੱਕ ਹੀ ਹੁੰਦੀ ਸੀਗੀ, ਉਹਦੇ 20 ਖਾਤੇ ਚੱਲਦੇ ਸੀ। ਉਹ ਟੈਕਸ ਸਲੈਬ ਸੀ ਨਾ, ਜਿਹੜੀ ਜਿੱਦਾਂ ਗਵਰਨਮੈਂਟ ਦੀ ਟੈਕਸ ਸਲੈਬ ਆ, ਜੇ ਫਰਜ਼ ਕਰ ਲਓ 10 ਲੱਖ ਨੂੰ ਹੋਰ ਟੈਕਸ ਪੈਂਦਾ, ਕਰੋੜ ਨੂੰ ਹੋਰ ਟੈਕਸ ਪੈਂਦਾ ਆ, ਉਹ
ਉਹ ਹਨਾ 20 ਅਕਾਊਂਟਾਂ ਦੇ ਵਿੱਚ 20 ਕਰੋੜ ਸ਼ੋ ਕਰੀ ਜਾਂਦੇ ਸੀ। ਜੇ ਇੱਕ ਅਕਾਊਂਟ ਦੇ ਵਿੱਚ 20 ਕਰੋੜ ਸ਼ੋ ਕਰਦੇ ਸੀਗੇ ਤਾਂ ਉਹਨੂੰ ਟੈਕਸ ਜ਼ਿਆਦਾ ਪੈਂਦਾ ਸੀ। ਜੇ 20 ਅਕਾਊਂਟਾਂ 'ਚ 20 ਕਰੋੜ ਸ਼ੋ ਕਰੀ ਜਾਂਦੇ ਸੀ, ਉਹ ਸ਼ੈਲ ਕੰਪਨੀਆਂ 3 ਲੱਖ ਸੀਗੀਆਂ। ਉਹ ਜਦੋਂ ਡਿਸਟਰੋਏ ਹੋ ਗਈਆਂ ਤੇ ਉਹ ਸਾਰੇ ਬਲੈਕ ਮਨੀ ਉਹਨਾਂ ਨੂੰ ਭਾਜੜਾ ਪੈ ਗਿਆ ਵੀ ਹੁਣ ਰੱਖਣੇ ਕਿੱਥੇ ਪੈਸੇ। ਉਹ ਫਿਰ ਡਾਟਾ ਦਿਓ ਜੀ, ਜਿਹੜੀਆਂ ਸ਼ੈਲ ਕੰਪਨੀਆਂ ਕਿਹੜੀਆਂ ਡਿਸਟਰੋਏ ਹੋਈਆਂ ਨੇ ਜੀ। ਭਾਜੀ ਗੂਗਲ ਸਰਚ ਕਰੋ, ਤੁਸੀਂ ਗੂਗਲ ਤੇ ਬਾਕੀ ਚੀਜ਼ਾਂ ਸਰਚ ਕਰਕੇ ਇਹਨੂੰ ਵੀ ਕਰੋ। ਮਿੰਟ ਲੱਗਣਾ ਜੀ ਮੈਨੂੰ। ਜਿਹੜੀਆਂ ਸ਼ੈਲ ਕੰਪਨੀਆਂ ਦਾ ਤਾਂ ਪੈਸਾ ਆ ਰਿਹਾ ਇੰਡੀਆ ਤੋਂ, ਮੌਰੀਸ਼ੀਅਸ ਤੋਂ, ਅੱਜ ਦੀ ਡੇਟ ਦੇ ਵਿੱਚ। ਭਾਜੀ ਮੈਂ ਕਹਿੰਦਾ ਦੇਖੋ ਲੂਪ ਹੋਲਸ ਹੁੰਦੇ ਹਰ ਇੱਕ ਚੀਜ਼ ਦੇ ਵਿੱਚ, ਹਲੇ ਨਹੀਂ ਬੰਦ ਹੋਏ ਹੋਊਗੇ, ਮੈਂ ਮੰਨਦਾ ਆ। ਹੋ ਹੀ ਨਹੀਂ ਸਕਦੇ, ਜਾਨੀ ਉਹ ਜਿਹੜੀ ਉਹਦੇ ਨਾਲ ਬਹੁਤ ਵੱਡੇ ਨੁਕਸਾਨ ਹੋਏ ਨੇ। ਉਹ ਤਾਂ ਮੈਡਮ ਹੁਣ ਵੀ ਕਹਿ ਰਹੇ ਨੇ, ਹੁਣ ਵੀ ਨੋਟਬੰਦੀ ਦਾ ਫਾਇਦਾ ਹੋ ਰਿਹਾ। ਮੈਂ ਤਾਂ ਆਇਆ ਸੀਗਾ, ਇਨਫਾਰਮਲ ਇਕਨੋਮੀ ਖਤਮ ਹੋ ਗਈ, ਉਹਦੇ ਨਾਲ ਡਿਸਟਰੋਏ ਹੋ ਗਈ ਆਮ ਲੋਕਾਂ ਦੀ। ਮੈਂ ਆਪਣੇ ਪ੍ਰੈਕਟੀਕਲ ਐਗਜ਼ਾਮਪਲ ਦੱਸਦਾ ਆ। ਮੈਂ ਜਦੋਂ ਫੋਨ ਕੀਤਾ, ਆਲੂ ਬੀਜੇ ਸੀ 5 ਕਿੱਲੇ। 5 ਕਿੱਲੇ ਸੀਗੇ ਆਪਣੇ ਆਲੂ ਸਿੱਧੇ ਵੇਚਣੇ ਸੀਗੇ, 5 ਕਿੱਲੇ ਦਾ ਬੀਜ ਵੇਚਣਾ ਸੀ, ਆਲੂਆਂ ਦਾ ਬੀਜ ਇਹਨੂੰ ਕਹਿੰਦੇ ਨੇ। ਉਹ ਕੰਟਰੈਕਟ ਸੀ ਬੰਗਾਲ ਦੀ ਕਿਸੇ ਫਰਮ ਨਾਲ, ਜਿਹੜਾ ਮੇਰਾ ਭਰਾ ਖੇਤੀ ਕਰਦਾ ਸੀ। ਉਹ ਕਹਿੰਦੇ ਭਰਾਵਾ ਸਾਡੇ ਨੋਟ ਨਹੀਂ ਹੈਗੇ, ਫਰਵਰੀ 2017 ਦੀ ਗੱਲ ਹੈ, ਵੀ ਸਾਡੇ ਕੋਲ ਪੈਸੇ ਨਹੀਂ ਹੈਗੇ। ਜੇ ਤੂੰ ਉਹ ਦੇਣੇ ਨੇ ਦੇ ਦੇ, ਜਦੋਂ ਪੈਸੇ ਆਉਣਗੇ ਅਸੀਂ ਤੈਨੂੰ ਦੇ ਦਾਂਗੇ, ਅਦਰਵਾਈਜ਼ ਅਸੀਂ ਤੇਰਾ ਆਲੂ ਨਹੀਂ ਚੁੱਕ ਸਕਦੇ। ਨਹੀਂ ਏਦਾਂ ਹੋਈ ਆ, ਸਾਰੇ ਜ਼ਿਮੀਂਦਾਰਾਂ ਨਾਲ ਏਦਾਂ ਹੋਈ ਆ। ਨਹੀਂ ਜ਼ਿਮੀਂਦਾਰਾਂ ਨਾਲ ਨਹੀਂ, ਰੇਹੜੀ ਵਾਲੇ ਨਾਲ। ਤੁਸੀਂ ਕੋਈ ਤੁਹਾਡੇ ਕੋਲ ਪੈਸੇ ਹੀ ਖਤਮ ਹੋ ਗਏ ਮਤਲਬ ਬਿਲਕੁਲ। ਲੋਕਾਂ ਕੋਲ ਕੈਸ਼ ਮਨੀ ਤਾਂ ਤੇਰੀ ਕਾਊਂਟਰਫੀਟ ਕਰੰਸੀ ਨੂੰ ਅਗਰ ਬੰਦ ਕਰਨਾ ਨਾ, ਦੇਖੋ ਤੁਸੀਂ ਦੋ ਚੀਜ਼ਾਂ ਨੂੰ ਫੇਰ ਗੱਲ ਕਰ ਰਹੇ ਹੋ। ਮੈਡਮ ਬੜੇ ਸੋਫਿਸਟੀਕੇਟਡ ਤਰੀਕੇ ਨਾਲ, ਮੈਂ ਸਮਝ ਗਿਆ ਸੀ ਇਹ ਵੀ ਸਟਾਈਲ ਹੁੰਦਾ ਗੱਲ ਕਰਨ ਦਾ। ਗੱਲ ਨੂੰ ਐਂ ਬਣਾ ਕੇ ਪੇਸ਼ ਕਰ ਦਿਓ, ਵਧਾ ਚੜਾ ਕੇ, ਵੀ ਸੁਣਨ ਵਾਲਾ ਵੈਸੇ ਹੀ ਮੰਨੀ ਜਾਵੇ, ਉਹਨੂੰ ਭਾਵੇਂ ਸਮਝ ਆਵੇ ਨਾ ਆਵੇ ਵੀ ਉਹ ਠੀਕ ਕਹਿ ਰਹੇ ਨੇ। ਉਹ ਭਾਈ ਤੁਸੀਂ ਗੱਲ ਕਰਦੇ ਪੜ੍ਹੇ ਲਿਖੇ ਤਰੀਕੇ ਨਾਲ, ਮੈਂ ਗੱਲ ਕਰਦਾ ਦਿਹਾਤੀ ਸਿੱਧੀ ਜਟਕਾ ਸੌਦਾ। ਮੈਂ ਵੀ ਪੜ੍ਹੇ ਲਿਖੇ ਤਰੀਕੇ ਨਾਲ, ਮੈਂ ਤੁਹਾਨੂੰ ਬਲੈਕ ਮਨੀ ਦੇ ਉੱਤੇ ਮੈਡਮ ਗੱਲ ਕਰ ਰਹੇ ਸੀਗੇ। ਕਾਊਂਟਰਫਿਟ ਕਰੰਸੀ ਤੇ ਤਾਂ ਪਹਿਲਾਂ ਗੱਲ ਹੋ ਚੁੱਕੀ, ਜਿਹੜੇ ਭਾਈ ਸਾਹਿਬ ਜਗਦੀਪ ਸਿੰਘ ਹੋਣੀ ਪਹਿਲਾਂ ਗੱਲ ਕਰ ਰਹੇ ਸੀ ਕਾਊਂਟਰਫਿਟ ਦੇ ਉੱਤੇ। ਉਹਦਾ ਮੈਂ ਜਵਾਬ ਦੇਤਾ ਵੀ ਜੇ ਕਾਊਂਟਰਫਿਟ ਕਰੰਸੀ ਤੁਸੀਂ ਬੰਦ ਕਰਨੀ ਆ, ਫਿਰ ਤੁਹਾਨੂੰ ਹਰੇਕ ਚੌਥੇ ਪੰਜਵੇਂ ਸਾਲ ਅਗਰ ਨੋਟਬੰਦੀ ਹੀ ਤਰੀਕਾ ਆ ਕਾਊਂਟਰਫਿਟ ਕਰੰਸੀ ਦਾ, ਯਾਨੀ ਜਾਲੀ ਕਰੰਸੀ ਦਾ ਕਾਬੂ ਕਰਨ ਵਾਲਾ, ਤੁਹਾਡੇ ਕੋਲ ਤਰੀਕਾ ਇਹ ਹੋਣਾ ਚਾਹੀਦਾ। ਜਿਹੜੇ ਵੱਡੇ ਨੋਟ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਤਰੀਕੇ ਨਾਲ ਉਹ ਬਣਾਏ ਜਾਣ ਤਾਂ ਕਿ ਉਹਦਾ ਨਕਲੀ ਬਣੇ ਨਾ ਸਕੇ। ਛੋਟੇ ਨੋਟ 100 200 ਵਾਲੇ ਚਲਾ ਦਿਓ, ਵੱਧ ਕੋਈ ਗੱਲ ਨਹੀਂ। ਲੋਕਾਂ ਨੂੰ ਉਹ ਛੋਟੇ ਨੋਟਾਂ ਦੇ ਵਿੱਚ ਜਾਨੀ ਨਕਲੀ ਨੋਟ ਘੱਟ ਹੋਣਗੇ, ਵੱਡਿਆਂ ਤੇ ਜ਼ਿਆਦਾ ਹੋਣਗੇ। ਤੁਸੀਂ 10,000 ਦਾ ਨੋਟ ਬਣਾ ਦਿਓ, ਹੋਵੇ ਵੀ ਉਹ ਨੋਟ ਨੂੰ ਕਾਪੀ ਨਾ ਕਰ ਸਕੇ, ਕੋਈ ਵੀ ਨਕਲੀ ਨਾ ਬਣਾ ਸਕੇ। ਆਹ ਤਰੀਕਾ ਰਾਣੇ ਭਾਜੀ ਇਕੱਲੇ 1000 ਦੇ ਨੋਟ ਸੀਗੇ, 20 ਦੇ ਨੋਟ ਵੀ ਤੇ 50 ਦੇ ਨੋਟ ਵੀ, 100 ਦੇ ਨੋਟ ਵੀ, 10 ਦੇ ਨੋਟ ਵੀ ਨਕਲੀ ਸੀਗੇ। ਨਹੀਂ ਉਹ ਹੋਈ ਜਾਣ, ਕੋਈ ਗੱਲ ਨਹੀਂ, ਡਜ਼ਨਟ ਮੈਟਰ। 10 ਸਾਲ ਜੇ ਉਹਨੇ 1 ਕਰੋੜ ਦਾ ਨਕਲੀ ਬਣਾਉਣਾ ਤੇ ਕਿੰਨੇ ਬਣਾਊਗਾ। ਤੇ ਜਿਹੜਾ 2-2000 ਦਾ ਨੋਟ ਆ ਜਾਂ 1000 ਦਾ, ਦੇਖ ਲਓ 100 ਗੁਣਾ ਘਟ ਗਿਆ 10 ਰੁਪਏ ਦੇ ਨੋਟ ਨਾਲ ਉਹਨਾਂ ਦਾ ਵਜਨ। ਉਹਨਾਂ ਦਾ 2000 ਦੇ ਨੋਟ ਨੂੰ ਤਾਂ ਮੈਂ ਵੀ ਗਲਤ ਕਹਿਣਾ, ਇਹ ਨੋ ਡਾਊਟ ਆ। 500 ਦਾ ਨੋਟ ਉੱਪਰ ਚਾਹੀਦਾ ਨਹੀਂ। ਹਾਂ ਤੁਸੀਂ ਨੋਟ ਹੀ ਘਟਾ ਦਿਓ, ਬਸ ਨੋਟ ਘਟਾ ਦਿਓ, ਕੋਈ ਗੱਲ ਨਹੀਂ। ਹਾਂ 2000 ਦਾ ਨੋਟ ਤਾਂ ਚਾਹੀਦਾ ਹੀ ਨਹੀਂ ਬਿਲਕੁਲ ਵੀ। ਇਹ ਤਾਂ ਵਾਕਈ ਸਹੀ ਗੱਲ ਹੈ, 2 ਨੰਬਰ ਦਾ ਕੰਮ ਹੋ ਰਿਹਾ ਆ। ਨਿਆਣੇ ਸੁੱਕੇ ਆ। 200 ਦਾ ਨੋਟ ਹੈਗਾ, ਗਿਣੀ ਜਾਣ ਤੋਂ 200 ਦਾ, ਵੱਧ ਤੋਂ ਵੱਧ 500 ਦਾ ਔਰ 1000 ਦਾ ਬਣਾ ਦਿਓ। ਪਰ ਉਹ ਤੁਸੀਂ ਨਕਲੀ ਕਰੰਸੀ ਰੋਕਣੀ ਆ। 1000 ਦਾ ਨੋਟ ਇਹੋ ਜਿਹਾ ਬਣੇ ਵੀ ਜਿਹੜਾ ਕਾਪੀ ਕਰਨਾ ਔਖਾ ਹੋ ਜਾਵੇ ਤੇ ਮਿੰਟ 'ਚ ਪਛਾਣਿਆ ਜਾਵੇ। ਇੱਧਰਲੇ ਪਾਸੇ ਤੁਸੀਂ ਕੰਮ ਕਰ ਸਕਦੇ ਹੋ। ਹਾਂ ਮੈਂ ਕਰਦੀ। ਚਲੋ ਬਾਕੀ ਗੁੱਡ ਨਾਈਟ ਜੀ ਸਾਰਿਆਂ ਨੂੰ। ਤੇ ਮੈਂ ਠੀਕ ਹੈ ਭਾਈ। ਦਵਿੰਦਰ ਭਾਈ ਤੁਸੀਂ ਬੋਲੋ ਕੁਝ। ਮੇਰਾ ਤੇ ਇੱਕ ਰਿਸ਼ਤੇਦਾਰ ਆ, ਉਹ ਤੁਹਾਡੇ ਨਾਲ ਸਭ ਨਾਲੋਂ ਵੱਡਾ ਉਹ RSS ਦਾ ਭਗਤ ਆ। ਹਾਲ ਅੱਜ ਉਹਨੇ ਆਉਣਾ ਮੇਰੇ ਵੱਲ, ਹਲੇ ਮੈਂ ਉਹਦੇ ਨਾਲ ਮੱਥਾ ਮਾਰਨਾ ਹੈ। ਉਹ ਕਿਹੜਾ ਆ? ਹੈਗਾ ਉਹਦਾ ਨਾਂ ਵੀ ਕੀ ਆ? ਮੇਰਾ ਗੋਤ ਆ ਸਵੈਚ, ਮੇਰੇ ਤਾਏ ਦਾ ਮੁੰਡਾ ਛੋਟਾ, ਉਹਦਾ ਨਾਂ ਹੈਗਾ ਰਜਿੰਦਰ ਸਿੰਘ ਸਵੈਚ। ਉਹ ਤਾਂ ਇਸੇ ਗੱਲ ਤੇ ਮਾਣ ਮਹਿਸੂਸ ਕਰਦਾ ਵੀ ਮੇਰਾ ਨਾਂ ਵੀ RSS ਪੈਂਦਾ ਹੈ, ਰਜਿੰਦਰ ਸਿੰਘ ਸਵੈਚ। ਕੋਈ ਨਹੀਂ, ਆਪਾਂ ਜੋੜਦੇ ਆਪਣੇ ਨਾਲ ਉਹਨੂੰ, ਕੋਈ ਗੱਲ ਨਹੀਂ। ਜੋੜੋ ਮੈਂ ਤੁਹਾਨੂੰ ਭੇਜ ਦੂੰ, ਉਹਦੀ ਫੇਸਬੁੱਕ ਤੇ ID ਭੇਜ ਦੂੰ, ਉਹ ਚੈੱਕ ਕਰ ਲਿਓ, ਫਿਰ ਨੰਬਰ ਲੈ ਲਿਓ ਉਹਦੇ ਕੋਲੋਂ। ਅਸੀਂ ਉਹਦੇ ਨਾਲ ਮੇਰਾ ਜੱਫਾ ਲੱਗਣਾ ਚ ਪੂਰਾ। ਕੋਈ ਨਹੀਂ, ਆਪਾਂ ਇੱਕ ਦੂਜੇ ਦਾ ਵਿਚਾਰ ਵਟਾਂਦਰਾ ਕਰਦੇ ਰਹਾਂਗੇ। ਦਵਿੰਦਰ ਭਾਜੀ ਦੱਸੋ ਕੁਛ। ਹਾਂਜੀ ਜਗਸੀਰ ਭਾਜੀ। ਹਾਂਜੀ ਮੈਂ ਸੁਣ ਰਿਹਾ ਸੀਗਾ, ਪਰ ਪਹਿਲਾਂ ਮੇਰੇ ਤੋਂ ਬਹੁਤਾ ਵਿੱਚ ਟਾਈਮ ਸੁਣ ਨਹੀਂ ਹੋਇਆ। ਮੈਂ ਥੋੜਾ ਟਾਈਮ ਤੋਂ ਦੁਬਾਰਾ ਜੁੜਿਆ ਸੀ, ਕਈ ਕੁਛ ਚਲੋ ਹੋ ਜਾਂਦਾ। ਤੇ ਚਲੋ ਇਹ ਤਾਂ ਗੱਲਾਂ ਚੱਲੀ ਜਾਣੀਆਂ ਨੇ। ਰਾਣੀ ਉਹਨਾਂ ਕੋਲ ਤਾਂ ਇੱਕੋ ਹੀ ਏਜੰਡਾ, ਇਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ। ਚਲੋ ਕੋਈ ਨਹੀਂ, ਏਦਾਂ ਦਾ ਯਾਰ ਕੋਈ ਦੇਣ ਨਾ ਦਵਿੰਦਰ, ਏਦਾਂ ਦਾ ਬੰਦਾ ਵੀ ਇੱਕ ਚਾਹੀਦਾ ਹੁੰਦਾ ਯਾਰ, ਜਿਹੜਾ ਮਤਲਬ ਬੰਝ ਪਾਈ ਰੱਖੇ ਮਾੜੀ ਮੋਟੀ। ਆਹੋ ਇਹ ਤਾਂ ਜ਼ਰੂਰੀ ਹੈ, ਇਹ ਵੀ ਚੀਜ਼ ਚਾਹੀਦੀ ਹੈ। ਯਾਰ ਮੁੱਦਾ ਵੀ ਤਾਂ ਹੀ ਕੰਟਰੋਵਰਸ਼ੀਅਲ ਬਣਦਾ ਜੇ ਇਦਾਂ ਦਾ ਬੰਦਾ ਵਿੱਚ ਹੋਊਗਾ। ਆਪਾਂ ਤਾਂ ਹਰੇਕ ਨੂੰ ਐਡ ਕਰਦੇ ਵੀ ਜਿਹੜਾ ਮਰਜ਼ੀ ਆਵੇ ਆਪਣੇ, ਠੀਕ ਹੈ। ਮੇਰੇ ਵਰਗਾ ਘੱਟ ਬੋਲਣ ਵਾਲਾ ਨਾ, ਜੇ ਹੁਣ ਇਹੋ ਜਿਹੇ ਹੋਣਗੇ ਵਿੱਚ, ਫਿਰ ਤਾਂ ਗਰੁੱਪ ਹੀ ਨਹੀਂ ਚੱਲ ਸਕਦਾ। ਜੇ ਗੱਲ ਕਰਦੇ ਆ ਤਾਂ ਗੱਲ ਤੁਰਦੀ ਆ, ਤੇ ਗੱਲ ਬਈ ਚਲੋ ਬਥੇਰਾ ਕੁਝ ਆਪਾਂ ਕਈ ਫੀਲਡਾਂ ਦੇ ਵਿੱਚ ਜ਼ਮੀਨ ਨੌਲੇਜ ਨਹੀਂ ਸੀ, ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ। ਇਹ ਕੋਈ ਏਡੀ ਗੱਲ ਨਹੀਂ। ਚਲੋ
ਉਹ ਤਾਂ ਹੁਣ ਜਗਸੀਰ ਸਵਾਲ ਭਾਜੀ ਜਗਸੀਰ ਭਾਜੀ ਮੈਂ ਹਨਾ ਇਹ ਚਲੋ ਰਾਣਾ ਮੇਰੇ ਨਾਲ ਮਤਲਬ ਇਸ ਕਰਕੇ ਕਈ ਵੇਲੇ ਮੈਨੂੰ ਹਨਾ ਲੱਗਦਾ ਰਹਿੰਦਾ ਮੈਂ ਇਹ ਡਿਬੇਟਾਂ ਦੇ ਵੀ ਕਈ ਵੇਲੇ ਜਾਣਾ ਮੈਨੂੰ ਚੁੱਪ ਕਰਾ ਦਿੰਦਾ ਹਨਾ ਸਾਨੂੰ ਗੱਲ ਨਹੀਂ ਰੱਖਣ ਦਿੰਦਾ ਤੇ ਆਪਣੀ ਗੱਲ ਨਾ ਸਾਡੇ ਮੂੰਹ ਚ ਪਾਉਂਦਾ ਆ ਅਸੀਂ ਨਹੀਂ ਏਦਾਂ ਕਰਦੇ ਅਸੀਂ ਕਹਿੰਦੇ ਜਿਹੜਾ ਮਰਜ਼ੀ ਆਵੇ ਭਾਵੇਂ ਖਾਲਿਸਤਾਨੀ ਆ ਕੋਈ ਸਾਰੇ ਸਾਡੇ ਭਰਾ ਹੀ ਆ ਯਾਰ ਕੋਈ ਵਿਚਾਰਧਾਰਾ ਲੱਗ ਲੱਗ ਗਿਆ ਹਾਂਜੀ ਹਾਂਜੀ ਨਹੀਂ ਨਹੀਂ ਚਲੋ ਇੱਥੇ ਆਪਣੀ ਕੀ ਕਹਿੰਦੇ ਆ ਵੀ ਪਲੇਟਫਾਰਮ ਤਾਂ ਬਹੁਤ ਵਧੀਆ ਬਸ ਜੇ ਇਹਨੂੰ ਸਹੀ ਢੰਗ ਨਾਲ ਲੋਕ ਵਰਤਦੇ ਰਹਿਣ ਤਾਂ ਹਾਂ ਉਹ ਫਿਰ ਤਾਂ ਆਪਾਂ ਤਾਂ ਮੈਨੂੰ ਤਾਂ ਕਈ ਜਾਣੇ ਗਾਲਾਂ ਵੀ ਕੱਢ ਛੱਡ ਮੈਂ ਕਿਹਾ ਭਰਾਵਾ ਕੱਢ ਲਓ ਜੇ ਤੁਹਾਡੇ ਗਾਲਾਂ ਕੱਢ ਕੇ ਸਰਦਾ ਫਿਰ ਹੋਰ ਕੀ ਆ ਉਹਨੇ ਹੁਣ ਕੋਈ ਚਲਾਇਆ ਤਾਂ ਹੁਣ ਆਪੋ ਆਪਣੀ ਵਿਚਾਰਧਾਰਾ ਕੋਈ ਕਿਸੇ ਪਾਸੇ ਜੁੜਿਆ ਕੋਈ ਕਿਸੇ ਪਾਸੇ ਉਹਨੂੰ ਹੁਣ ਇਹ ਆਏ ਨਹੀਂ ਬਦਲ ਨਾ ਇੰਨੀ ਛੇਤੀ ਕੋਈ ਬਦਲ ਸਕਦਾ ਨਾ ਕੋਈ ਇੰਨੀ ਛੇਤੀ ਕੋਈ ਉਹ ਆਪਦੇ ਆਪ ਚੇਂਜ ਆਉਂਦੀ ਹੁੰਦੀ ਬੰਦੇ ਚ ਜੇ ਕੋਈ ਆਵੇ ਤਾਂ ਮੈਂ ਤੇ ਜੋਨੀ ਬੜੈਚ ਹਨਾ ਸੀ ਅਸੀਂ ਮਿਲਦੇ ਗਿਲਦੇ ਰਹਿੰਦੇ ਜੋਨੀ ਪਰਸੋਂ ਵੀ ਮੇਰੇ ਤੋਂ ਬੈਠਾ ਗਿਆ ਦਫ਼ਤਰ ਤੇ ਮੈਨੂੰ ਤੇ ਜੋਨੀ ਨੂੰ ਤੇ ਟੋਨੀ ਬੈਲ ਨੂੰ ਹਨਾ ਕਹਿਣ ਲੱਗ ਪਏ ਉੱਥੇ ਕਿਤੇ ਖਾਲਿਸਤਾਨੀ ਦੇ ਗਰੁੱਪ ਚ ਕਹਿੰਦਾ ਵੀ ਟੋਨੀ ਬੈਲ ਦੀ ਕਤੀੜ ਆ ਗਈ ਇੱਕ ਜੋਨੀ ਬੜੈਚ ਆ ਇੱਕ ਪੰਜਾਬ ਵਾਲੀ ਆਈਡੀ ਵਾਲਾ ਆ ਇਹ ਸਾਰੇ ਜਾਣੇ ਹਿੰਦੁਸਤਾਨ ਨੂੰ ਕਹਿੰਦਾ ਵੀ ਲੈ ਕੇ ਚੱਟਦੇ ਰਹਿੰਦੇ ਆ ਉਹ ਮੈਂ ਕਿਹਾ ਯਾਰ ਤੁਸੀਂ ਮੁੱਦੇ ਦੀ ਗੱਲ ਕਰੋ ਕਿਹਦੀ ਕਤੀੜ ਆ ਕੌਣ ਆ ਕਿੱਦਾਂ ਇਹ ਤੇ ਚੱਲੀ ਜਾਣਾ ਰੌਲਾ ਆਹੋ ਚਲ ਕੋਈ ਕਿਸੇ ਨਾ ਕਿਸੇ ਪਾਸੇ ਤਾਂ ਬੰਦਾ ਜੁੜਿਆ ਕੋਈ ਗੱਲ ਹਾਂ ਮੈਂ ਕਿਹਾ ਵੀ ਤੁਸੀਂ ਇੱਕ ਪਾਸੇ ਵਿਰੋਧ ਕਰਦੇ ਆ ਵੀ ਅਸਲੀ ਜਿਹੜੀਆਂ ਸਮੱਸਿਆਵਾਂ ਨੇ ਨਾ ਪੰਜਾਬ ਦੀਆਂ ਉਹ ਅਸਲੀ ਸਮੱਸਿਆਵਾਂ ਵੱਲ ਨੂੰ ਕੋਈ ਨਹੀਂ ਸੋਚਦਾ ਹੈਗਾ ਅੱਜ ਜਾਂਦੀ ਸਵੇਰੇ ਦੀ ਗੱਲ ਹੈ ਇੱਕ ਹੋਰ ਗਰੁੱਪ ਜੋ ਕਹਿੰਦਾ ਵੀ 20 ਕੋਈ ਕੰਮ ਕਰਨਾ ਸੀ ਮਿਸਤਰੀ ਲਾ ਲਿਆ ਕਹਿੰਦਾ 20,000 ਮਿਸਤਰੀ ਕਹਿੰਦਾ ਹੋ ਜਾਊਗਾ ਉਹਦੇ ਲੱਗਾ 40,000 ਮਤਲਬ ਕਿ ਵਿੱਚ ਵਿਚਾਲੇ ਅੜਕ ਗਿਆ ਕੰਮ ਹੁਣ ਪੈਸੇ ਖਰਚਣ ਨੂੰ ਨਹੀਂ ਮਤਲਬ ਵਿਚਾਲੇ ਹੀ ਅੜ ਕੀਤਾ ਕਰਾਇਆ ਵੀ ਉਹ ਖੱਤੇ ਪੈ ਗਿਆ ਉਹ ਜੇ ਆਪਾਂ ਕੰਧਾਂ ਕਰ ਲਈਆਂ ਨਿਊਆਂ ਭਾਰੀਆਂ ਸਾਰਾ ਕੁਝ ਕਰ ਲਿਆ ਤੇ ਬਾਹਰ ਟਾਕੀਆਂ ਲਾਈਆਂ ਜਾਂ ਛੱਤ ਨਾ ਪਈ ਏਦਾਂ ਦੁਨੀਆ ਬਹੁਤ ਪਰੇਸ਼ਾਨ ਹੈ। ਇੱਕ ਕੱਲ ਫੋਟੋ ਆਈ ਹੈ ਨਾ ਇੱਕ ਔਰਤ ਦੀ ਉਹਦੇ ਮੂੰਹ ਦੇ ਵਿੱਚ ਕੱਟ ਜਿਹਾ ਵੱਜਿਆ ਹੋਇਆ ਐਕਸੀਡੈਂਟ ਨਾਲ ਉਹਨੂੰ 10 ਲੱਖ ਰੁਪਈਆ ਚਾਹੀਦਾ ਆਪਰੇਸ਼ਨ ਕਰਨ ਨੂੰ ਉਹ ਵਿਚਾਰੇ ਪਰਿਵਾਰ ਬੜਾ ਤੰਗ ਆ ਏਦਾਂ ਦੁਨੀਆ ਯਾਰ ਪਰੇਸ਼ਾਨ ਬਹੁਤ ਆ ਉਹ ਅਸਲੀ ਮੁੱਦੇ ਇਹ ਨੇ ਐਵੇਂ ਦੁਨੀਆ ਚੱਕੀ ਜਾਂਦੀ ਆ ਨਾ ਹੋਰ ਹੀ ਮਸਲੇ ਕੋਈ ਮਸਲਾ ਚੱਕੀ ਫਿਰੀ ਜਾਂਦਾ ਇਹ ਅਸਲੀ ਮਸਲੇ ਪੰਜਾਬ ਦੇ ਜਿਹੜੇ ਅਸਲੀ ਮਸਲੇ ਨੇ ਨਾ ਵੀ ਲੋਕਾਂ ਦੀ ਜਿਵੇਂ ਮੈਂ ਕਈ ਵਾਰੀ ਕਿਹਾ ਬਈ ਇਹ 25 ਲੱਖ ਦੀ ਅੱਜ ਜਿਹੜਾ ਹੁਣ ਚੋਣਾਂ ਹੋਣੀਆਂ ਨੇ ਚੋਣਾਂ ਦੇ ਵਿੱਚ ਮੈਨੀਫੈਸਟੋ 'ਚ ਇਹ ਚਾਹੀਦਾ ਵੀ ਦੇਖੋ ਅਸੀਂ ਹਰ ਬੰਦੇ ਦੀ 25 ਲੱਖ ਦੀ ਮੈਡੀਕਲ ਇੰਸ਼ੋਰੈਂਸ ਕਰਾਂਗੇ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਗਲੀਆਂ ਨਾਲੀਆਂ ਹਜੇ ਤੱਕ ਪੱਕੀਆਂ ਨਹੀਂ ਹੋਈਆਂ ਹਿੰਦੁਸਤਾਨ ਦੇ ਵਿੱਚ 75 ਸਾਲ ਹੋ ਗਏ ਅਜੇ ਵੀ ਗਲੀਆਂ ਚੋਂ ਹੀ ਪਾਣੀ ਮੀਂਹ ਮਾੜਾ ਜਿਹਾ ਪੈਂਦਾ ਖੜ ਜਾਂਦਾ ਸਾਰੇ ਪਾਸੇ ਕਈ ਬਠਿੰਡੇ ਹੁੰਡੇ ਹੋਰ ਕਈ ਪਾਸੇ ਹੁਣ ਏਦਾਂ ਜਿਹੜੀ ਅਸਲੀ ਆ ਸਮੱਸਿਆਵਾਂ ਨੇ ਉਹਨਾਂ ਕੰਨੀ ਨੂੰ ਜਾਂਦੇ ਨਹੀਂ ਦੁਨੀਆ ਇਹਨਾਂ ਦੇ ਹੱਲ ਵਾਸਤੇ ਸੋਚਣਾ ਚਾਹੀਦਾ ਹੋਰ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਖਾਲਿਸਤਾਨ ਦਾ ਕੋਈ ਮੁੱਦਾ ਨਹੀਂ ਲੈਣ ਨਹੀਂ ਦੇਣ ਨਹੀਂ ਮੈਂ ਕਹਿੰਦਾ 5% ਬੰਦੇ ਨਹੀਂ ਹੋਣੇ ਖਾਲਿਸਤਾਨ ਦੇ ਸਹਿਮਤ ਜੇ ਸੋਸ਼ਲ ਮੀਡੀਆ ਦੇਖੀਏ ਤਾਂ ਇਹ ਲੱਗਦਾ ਵੀ ਖਾਲਿਸਤਾਨ ਹੀ ਸਭ ਤੋਂ ਵੱਡਾ ਮਸਲਾ ਪੰਨੂ ਜਿਹਨੂੰ ਮੈਨੂੰ ਲੱਗਦਾ 1% ਲੋਕ ਨਹੀਂ ਚੰਗਾ ਮੰਨਦੇ ਹੋਣੇ ਪਰ ਸੋਸ਼ਲ ਮੀਡੀਆ ਤੇ ਇਹੀ ਦੁਨੀਆ ਬਹੁਤ ਚੱਕੀ ਫਿਰੀ ਜਾਂਦੀ ਹੈ ਨਾ ਜਿੰਨੇ ਆ ਹੈਗੇ ਨੇ ਕੋਈ ਕੁਛ ਕਰੀ ਜਾਂਦੇ ਨੇ ਮਤਲਬ ਅਸਲੀ ਮੁੱਦਿਆਂ ਦੇ ਉੱਤੇ ਗੱਲ ਜੇ ਕਿਤੇ ਹੋਵੇ ਨਾ ਤਾਂ ਫਾਇਦਾ ਹੋਊਗਾ ਫਿਊਚਰ ਦੇ ਵਿੱਚ ਜਿਹੜਾ ਕੋਈ ਇਸ ਤਰ੍ਹਾਂ ਦੀ ਧੈਰਾ ਰਾਜ ਤਾਂ ਉਹਨੇ ਕਰਨਾ ਹੀ ਆ ਉਹਨੂੰ ਆਪਦਾ ਪ੍ਰੋਗਰਾਮ ਤਾਂ ਦੇਣਾ ਚਾਹੀਦਾ ਵੀ ਆਹ ਸਾਡਾ ਪ੍ਰੋਗਰਾਮ ਹੋ ਤੇ ਆਹ ਸਾਡਾ ਕੋਈ ਪ੍ਰੋਗਰਾਮ ਕੋਈ ਵੀ ਹੈ ਨਹੀਂ ਤੁਸੀਂ ਉਦਾਂ ਹੀ ਠੀਕ ਆ ਸਾਡਾ ਆਹ ਹੋ ਗਿਆ ਹੋਇਆ ਮੈਂ ਮੰਨਦੇ ਆ ਚਲੋ ਜੇ ਮਤਲਬ ਕਿਸੇ ਨਾਲ ਹੋਇਆ ਪਰ ਹੋ ਗਿਆ ਪਰ ਅਗਲਾ ਜਿਹੜਾ ਜਿਹਦੇ ਬੇਸ ਤੇ ਤੁਸੀਂ ਅੱਗੇ ਤੁਰਨਾ ਉਹ ਤਾਂ ਪ੍ਰੋਗਰਾਮ ਤਾਂ ਪ੍ਰੋਪਰ ਹੋਵੇ ਨਾ ਤੇ ਜਦੋਂ ਤੁਸੀਂ ਗੱਲਾਂ ਕਈ ਵਾਰੀ ਫਨੀ ਜਿਹੀਆਂ ਲੱਗਦੀਆਂ ਫਿਰ ਉੱਥੇ ਬੰਦਾ ਕਹਿੰਦਾ ਕਿ ਯਾਰ ਇਹ ਤਾਂ ਉਹੀ ਜਿਹੜਾ ਹੋਇਆ ਸੀ ਹੁਣ ਸਾਰੇ ਕਰਨ ਲੱਗ ਜਾਂਦੇ 84 ਚ ਕਾਂਗਰਸ ਨੂੰ ਤਾਂ ਯਾਰ ਸਾਰੇ ਪੰਜਾਬ ਦੇ ਵਿੱਚ ਤਾਂ ਫਿਰ ਕਾਂਗਰਸ ਦੀ ਸਰਕਾਰ ਬਣਾਈ ਰੱਖੀ ਆ ਉਦੋਂ ਪਿੱਛੋਂ 8 ਸਾਲ ਪਿੱਛੋਂ 92 ਚ ਕਾਂਗਰਸ ਦੀ ਸਰਕਾਰ ਬਣਾਤੀ ਮਤਲਬ ਸੁਚੇਤ ਤਾਂ ਹੈ ਨਹੀਂ ਉਧਰ ਨੂੰ ਤਾਂ ਕਰਦੇ ਨਹੀਂ ਆ ਜਿੰਨੇ ਪੰਜਾਬ ਦੇ ਆ ਖਾਲਿਸਤਾਨੀਆਂ ਨੇ ਸਾਰੇ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਮਤਲਬ ਏਦਾਂ ਹੀ ਇਹ ਸਭ ਡਰਾਮੇਬਾਜ਼ੀ ਹੈ ਹੋਰ ਕੀ ਆ ਕੋਈ ਅਸਲੀ ਮੁੱਦਾ ਨਹੀਂ ਹੈਗਾ ਅਸਲੀ ਰਿਅਲਟੀ ਦੇ ਵਿੱਚ ਕੁਝ ਨਹੀਂ ਹੈਗੀ ਇਹ ਗੱਲ ਸਭ ਐਵੇਂ ਪੋਲੀਟੀਕਲ ਏਜੰਡੇ ਨੇ ਦਵਿੰਦਰ ਹਨਾ ਉਹ ਗਰੁੱਪ ਇਸ ਤੋਂ ਪਹਿਲਾਂ ਇੱਕ ਗਰੁੱਪ ਜਿਹੜਾ ਚੱਲਦਾ ਸੀ ਨਾ ਜਿਹਦੇ ਵਿੱਚ ਆਪਾਂ ਪਹਿਲਾਂ ਸੀਗੇ ਉਹਦੇ ਵਿੱਚ ਮੁੱਦਾ ਪਤਾ ਕੀ ਚੱਲਿਆ ਕਹਿੰਦੇ ਵੀ ਤੁਸੀਂ ਇੰਦਰਾ ਗਾਂਧੀ ਨੂੰ ਗਾਲਾਂ ਕੱਢੋ ਉਹ ਜਿੰਨੇ ਵੀ ਆਪਣੇ ਹਿੰਦੂ ਭਾਈਚਾਰੇ ਵਾਲੇ ਬੰਦੇ ਬੈਠੇ ਸੀਗੇ ਉਹਨਾਂ ਸਾਰਿਆਂ ਨੇ ਗਾਲਾਂ ਕੱਢਤੀਆਂ ਹੁਣ ਇਹ ਕਹਿੰਦੇ ਵੀ ਤੁਸੀਂ ਬੇਅੰਤ ਸਿੰਘ ਨੂੰ ਗਾਲਾਂ ਕੱਢੋ ਜਾਂ ਉਹ ਕਹਿੰਦਾ ਉਹ ਤਾਂ ਹਿੰਦੂ ਹੈ ਉਹ ਤਾਂ ਸਿੱਖ ਹੈ ਹੀ ਨਹੀਂ ਉਹ ਤਾਂ ਕੇਸਾਧਾਰੀ ਹਿੰਦੂ ਆ ਜੀ ਉਹਨੂੰ ਹੀ ਸਿੱਖ ਹੀ ਨਹੀਂ ਮੰਨਦੇ ਇਹ ਕਹਿੰਦੇ ਵੀ ਅਸੀਂ ਕਦੋਂ ਇੰਦਰਾ ਗਾਂਧੀ ਨੂੰ ਆਪਣਾ ਹਿੰਦੂ ਮੰਨਦੇ ਆ ਜਾਂ ਰਾਜੀਵ ਗਾਂਧੀ ਨੂੰ ਹਿੰਦੂ ਮੰਨਦੇ ਆ ਤੇ ਉਦੋਂ ਬਾਅਦ ਗੱਲ ਤਾਂ ਸੁਣਿਓ ਉਹ ਪਤਾ ਕੀ ਕਹਿੰਦੇ ਯਾਰ ਇਹ ਤਾਂ ਕਹਿੰਦਾ ਵੀ ਸਾਡੇ ਨਾਲ ਧੱਕਾ ਹਿੰਦੂਆਂ ਨੇ ਕੀਤਾ ਉਹ ਕਹਿੰਦਾ ਵੀ ਅਸੀਂ ਨਹੀਂ ਮੰਨਦੇ ਵੀ ਹਿੰਦੂਆਂ ਨੇ ਕੀਤਾ ਵਾ ਬਈ ਅਸੀਂ ਨਹੀਂ ਮੰਨਦੇ ਵੀ ਅਸੀਂ ਤਾਂ ਕਹਿੰਦੇ ਕੀਤਾ ਨੀਗਾ ਠੀਕ ਹੈ ਕਿ ਨਹੀਂ ਵੀ ਤੁਸੀਂ ਸਾਨੂੰ ਟਾਰਗੇਟ ਕਰੀ ਜਾਂਦੇ ਆ ਮੈਂ ਫਿਰ ਉਹਦੇ ਵਿੱਚ ਬੋਲ ਪਿਆ ਮੈਂ ਕਿਹਾ ਯਾਰ ਦੇਖੋ ਉਹ ਕਹਿੰਦਾ ਵੀ ਸਾਡੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਆਬਾਦੀ ਸਾਡੀ ਸਿੱਖਾਂ ਦੀ ਆ ਮੈਂ ਕਿਹਾ ਹੁਣ ਤੁਸੀਂ ਆਪਣੀ ਆਬਾਦੀ ਦੀ ਗੱਲ ਕੀਤੀ ਹੁਣ ਮੇਰੇ ਕੋਲ ਜਵਾਬ ਲੈ ਲਈਓ
ਮੈਂ ਕਿਹਾ ਵੀ ਤੁਹਾਡੀ ਸਭ ਤੋਂ ਵੱਧ ਆਬਾਦੀ ਆ, ਮੈਂ ਕਿਹਾ ਤੁਹਾਡੀ ਕੌਮ ਸਾਰੀ, ਮੈਂ ਕਿਹਾ ਕਾਂਗਰਸ ਦੀਆਂ ਜੁੱਤੀਆਂ ਚੱਟਦੀ ਸਰਕਾਰ ਬਣਾਉਂਦੀ ਆ ਅੱਜ ਤੋਂ, ਮੈਂ ਕਿਹਾ 84 ਤੋਂ ਲੈ ਕੇ ਅੱਜ ਤੱਕ ਸਰਕਾਰ ਬਣ ਰਹੀ ਤੁਹਾਡੀ, ਮੈਂ ਕਿਹਾ ਤੁਸੀਂ ਸਹੀ ਕਹਿੰਦੇ ਵੀ ਹਿੰਦੂਆਂ ਦੀ ਸਰਕਾਰ ਨੇ ਧੱਕਾ ਕੀਤਾ, ਮੈਂ ਕਿਹਾ ਦਿਓ ਜਵਾਬ, ਫਿਰ ਸਾਰੇ ਚੁੱਪ ਕਰ ਗਏ। ਏਦਾਂ ਹੀ ਆ, ਸਭ ਪਖੰਡ ਜ਼ਿਆਦਾ ਹੀ ਆ, ਸੱਚਾਈ ਘੱਟ ਆ। ਉਹ ਯਾਰ ਬਸ ਮੈਂ ਹਨਾ ਚਲੋ ਦਵਿੰਦਰ ਭਾਈ ਇੱਕ ਗੱਲ ਵੇਖ ਰਹੀ ਹੈ, ਬੰਦੇ ਆਪਣੇ ISI ਦੁਆਰਾ ਵਰਤ ਹੋ ਰਹੇ, ਜੋ ਏਜੰਡਾ ਚਲਾ ਰਹੇ ਆ, ਬਸ ਹਿੰਦੂਆਂ ਨੂੰ ਮਾੜਾ ਕਹੀ ਜਾਓ, ਜਿਹੜੀ ਕ੍ਰਿਸਚਨ ਮਿਸ਼ਨਰੀਆਂ ਕਰੀ ਜਾਂਦੀਆਂ, ਧੋਖਾ ਕਰੀ ਜਾਂਦੀਆਂ ਵਾ। ਹੁਣ ਭਾਜੀ ਜਗਸੀਰ ਭਾਜੀ, ਇਹ ਮਲੇਰਕੋਟਲੇ ਵਿੱਚ 26 ਜੱਟ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੇ ਹਨਾ ਮੁਸਲਮਾਨ ਲਵ ਜਿਹਾਦ ਕਰਕੇ ਲੈ ਗਏ, ਉਸ ਮੁੱਦੇ ਤੇ ਕਿਸੇ ਨੇ ਨਹੀਂ ਬੋਲਣਾ, ਉਹ ਤਾਂ ਕਹਿੰਦੇ ਜੀ ਉਹਦਾ ਫੇਰ ਹੋ ਗਿਆ। ਨਨਕਾਣਾ ਸਾਹਿਬ ਹੋਈ ਘਟਨਾ ਕਿ ਕਿੰਨੇ ਕਦਮ ਬਦਲਦੇ ਸੀ। ਹੁਣ ਦੇਖ ਲਓ ਰਾਜਸਥਾਨ ਦੇ ਵਿੱਚ ਅੱਜ ਇੱਕ ਵੀਡੀਓ ਚੱਲ ਰਹੀ ਹੈ, ਰਾਜਸਥਾਨ ਨਹੀਂ ਉਧਰ ਅਫਗਾਨਿਸਤਾਨ ਚੋਂ ਦੀ 20 ਪਰਿਵਾਰ ਰਹਿ ਗਏ ਸਿਰਫ। ਕਿੰਨਾ ਉੱਥੇ ਸਿੱਖਾਂ ਦਾ, ਕਿੰਨੇ ਸਿੱਖ ਸੀਗੇ, ਬਹੁਤ ਸੀਗੇ ਪਹਿਲੇ ਸਮੇਂ ਦੇ ਵਿੱਚ, ਕੋਈ ਕਿਸੇ ਨੂੰ ਹੈ ਨਹੀਂ ਉਹਦਾ, ਬਸ ਐਵੇਂ ਪੋਲੀਟੀਕਲ ਰਾਜਨੀਤੀ ਇੱਥੇ ਚੱਲ ਰਹੀ ਹੈ ਪੰਜਾਬ ਦੇ ਵਿੱਚ, ਹੋਰ ਕੀ ਆ, ਉਹ ਰਾਜਨੀਤਿਕ ਪਿੱਛੇ ਚੱਲ ਰਹੀਆਂ ਨੇ ਸਾਰੀਆਂ ਗੱਲਾਂ। ਨਹੀਂ ਤਾਂ ਹੁਣ ਸਭ ਤੋਂ ਵੱਧ ਸੀਰੀਅਸ ਇਸ਼ੂ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਸੱਚਾਈ ਆ, ਮਤਲਬ ਹੋਈ ਆ। ਉਹ ਜਿੱਥੇ ਸੱਚੀ ਹੋਈ ਆ ਗੱਲ, ਉੱਥੇ ਕੋਈ ਗੱਲ ਨਹੀਂ ਕਰਦਾ। ਜਿੱਥੇ ਇੱਥੇ ਪੋਲੀਟੀਕਲ ਲੜਾਈਆਂ ਹੋਈਆਂ ਵੱਧ ਗਈਆਂ, ਚਲੋ ਠੀਕ ਆ, ਹੋਈਆਂ ਬਹੁਤ, ਇੱਥੇ ਵੀ ਬਹੁਤ ਖੂਨ ਖਰਾਬਾ ਹੋ ਗਿਆ, ਬੜਾ ਨੁਕਸਾਨ ਹੋ ਗਿਆ, ਇਹ ਵੀ ਗੱਲ ਕਰ ਲੈਣ, ਪਰ ਇਹ ਗੱਲ ਨੂੰ 100%, ਉਹ ਗੱਲ ਨੂੰ 0% ਤੇ ਰੱਖੀ ਬੈਠੇ ਆ। ਮਤਲਬ ਅਸਲੀਅਤ ਨਹੀਂ ਹੈਗੀ ਇਹਨਾਂ ਚੀਜ਼ਾਂ ਦੇ ਵਿੱਚ। ਦਵਿੰਦਰ ਇਹ ਹਨਾ ਦੇਖੋ, ਹਾਂਜੀ ਗੱਲ ਦੱਸਿਓ ਕਿ ਨਾ ਕੋਈ ਸਮਾਣੇ ਬਾਰੇ ਗੱਲ ਵਿੱਚ ਚੱਲੀ ਸੀ, ਕੋਈ ਸਮਾਣੇ, ਕੋਈ ਉਹਦੇ ਬਾਰੇ ਧਿਆਨ ਦੇਣ ਦੀ ਲੋੜ ਆ, ਸਮਾਣੇ ਕੀ ਸੀ ਉਹ ਇਸ਼ੂ? ਭਾਜੀ ਸਮਾਣੇ ਦੇ ਵਿੱਚ ਨਾ ਇਹ ਗਊਸ਼ਾਲਾ ਸੀਗੀ, ਤੇ ਅੱਛਾ ਉੱਥੇ ਮੰਦਿਰ ਸੀਗਾ, ਮੰਦਿਰ ਦੇ ਵਿੱਚ ਸ਼ਿਵਲਿੰਗ ਰੱਖਣ ਗਏ ਸੀਗੇ ਆਪਣੇ ਕੋਈ ਹਿੰਦੂ ਵੀਰ, ਤੇ ਉਹ ਅੱਛਾ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹ ਭਜਾਤੇ ਉੱਥੋਂ ਦਬ ਕੇ ਮਾਰ ਕੇ। ਅੱਛਾ ਤੇ ਉਹ ਕਹਿੰਦੇ ਵੀ ਇਹ ਕੰਮ ਮਾੜਾ ਆ, ਵੀ ਇਹ ਤਾਂ ਮਤਲਬ ਕਿਸਾਨੀ ਮੁੱਦੇ ਨੂੰ ਹਿੰਦੂ ਸਿੱਖਾਂ ਵਾਲਾ ਮੁੱਦਾ ਬਣਾਈ ਜਾਂਦੇ ਆ, ਫਿਰ ਕੰਮ ਖਰਾਬ ਹੋਊਗਾ ਗਾਂ ਆਉਣ ਵਾਲੇ ਟਾਈਮ 'ਚ। ਅੱਛਾ 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 ਕਿਸਾਨੀ ਮੁੱਦੇ ਦਾ, ਇਹ ਮੁੱਦੇ ਨਾਲ ਤਾਂ ਕੋਈ ਲੈਣ ਦੇਣ ਨਹੀਂ ਹੈ ਨਾ, ਧਾਰਮਿਕ ਮੁੱਦੇ ਨਾਲ ਵੀ, ਇਹ ਤਾਂ ਬਿਲਕੁਲ ਧਾਰਮਿਕ ਗੱਲ ਆ, ਇਹ ਤਾਂ ਧਾਰਮਿਕ ਹੱਕ ਬਣਦਾ ਹੈ ਨਾ। ਇਹ ਤਾਂ ਮੇਰੇ ਉੱਥੇ ਚਾਹੀਦਾ ਵੀ ਜਿੱਦਾਂ BJP ਜਾਂ ਤੁਸੀਂ ਜਿਹੜੇ ਕੋਈ ਬੰਦੇ ਕੰਮ ਕਰਦੇ ਹੋ, ਉਹਦਾ ਸਟੈਂਡ ਲੈਣਾ ਚਾਹੀਦਾ। ਜਿੱਥੇ ਯਾਰ 100% ਆਪਾਂ ਸਹੀ ਆ, ਉੱਥੇ ਸਟੈਂਡ ਲਓ ਤਾਂ ਆਪਾਂ ਨੂੰ ਸਪੋਰਟ ਕਹਾਂ ਮਿਲ ਜਾਂਦੀ ਆ, ਬਾਅਦ 'ਚ ਥੋੜਾ ਟਾਈਮ ਲੱਗ ਜਾਂਦਾ ਹੁੰਦਾ, ਪਰ ਉੱਥੇ ਗੱਲ ਕਰਦੇ ਨਾ, ਉੱਥੇ ਜ਼ਰੂਰ, ਕਿਉਂਕਿ ਜੇ ਇਦਾਂ ਨਹੀਂ ਸਟੈਂਡ ਲੈਂਦੇ ਫਿਰ ਉਹ ਹੋਰ ਇਹੋ ਜਿਹੀ ਜਨਤਾ ਅੱਗੇ ਬਣ ਜਾਂਦੀ, ਬਿਲਕੁਲ ਹੀ ਨਜਾਇਜ਼ ਤੇ ਬਿਲਕੁਲ ਹੀ ਗਲਤ ਕਰ ਰਹੇ ਆ। ਉਹਨਾਂ ਨੂੰ ਕਿਸੇ ਨੇ ਸਪੋਰਟ ਨਹੀਂ ਕਰਨੀ ਉੱਥੇ, ਠੀਕ ਆ ਵੀ ਉਸ ਟਾਈਮ ਦੇ ਵਾਸਤੇ ਉਹਨਾਂ ਨੂੰ ਸਪੋਰਟ ਮਿਲ ਗਈ, ਉਹ ਲੋਕ ਇਲਾਜ ਦਵਾਇਓ, ਪਰ ਲੌਂਗ ਟਾਈਮ ਜਦੋਂ ਥੋੜੀ ਜਿਹੀ ਗੱਲ ਚੱਲੂਗੀ ਵੀ ਇਹ ਤਾਂ ਬਿਲਕੁਲ ਗਲਤ ਗੱਲ ਆ, ਉੱਥੇ ਤੁਸੀਂ ਨਾ ਸਟੈਂਡ ਲੈਣਾ ਚਾਹੀਦਾ। ਗਊਸ਼ਾਲਾ ਦੀ ਜ਼ਮੀਨ ਐਕਵਾਇਰ ਕਰਾ ਕੇ ਮਸਜਿਦ ਬਣਾ ਦਿਓ ਪੰਜਾਬ ਦੇ ਵਿੱਚ, ਤੇ ਕਿਸੇ ਨੇ ਵਿਰੋਧ ਨਹੀਂ ਕਰਨਾ ਕਿਸੇ ਕਿਸਾਨ ਜਥੇਬੰਦੀ ਨੇ। ਦਵਿੰਦਰ ਮੇਰੇ ਪਿੰਡ ਦੇ ਵਿੱਚ ਹਨਾ 5 ਗੁਰਦੁਆਰੇ ਸੀਗੇ, ਮੁੱਦਾ ਪਿੰਡ ਆ ਮੇਰਾ ਜਲੰਧਰ ਰੋਡ ਤੇ, ਤੇ ਉਹ 5 ਗੁਰਦੁਆਰਿਆਂ ਵਿੱਚੋਂ 3 ਦੇ ਮਸੀਤਾਂ ਬਣ ਗਈਆਂ, ਹੁਣ ਦੇਖ ਲਾ। ਮੈਨੂੰ ਤਾਂ ਯਾਰ ਇਹ ਗੱਲਾਂ ਤੋਂ ਐਂ ਲੱਗਦਾ ਹੁੰਦਾ ਵੀ ਇਹ ਕਿਵੇਂ ਹੋ ਸਕਦਾ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਗੱਲ ਸੱਚਾਈ ਹੈ, ਏਦਾਂ ਕਿਵੇਂ ਹੋ ਸਕਦਾ। ਮੈਂ ਤੈਨੂੰ ਫੋਟੋਆਂ ਖਿੱਚ ਕੇ ਭੇਜ ਦੂੰਗਾ ਜਾ ਕੇ, ਪਿੰਡ ਜਾ ਕੇ। ਨਹੀਂ ਫਿਰ ਉਹ ਕਿਵੇਂ ਚੱਕਰ ਕੀ ਚੱਲਿਆ ਵੀ ਇਹ ਉਹ ਵੀ ਉੱਥੇ ਪਹਿਲਾਂ ਚੱਕਰ ਆ ਜਿਹੜੇ ਸਰਮਾਏਦਾਰ ਜ਼ਿਮੀਂਦਾਰ ਆ ਉਹ ਸਭ ਚਲੇ ਗਏ ਕੈਨੇਡਾ, ਅਮਰੀਕਾ, ਇੰਗਲੈਂਡ। ਅੱਛਾ ਤੇ ਗਰੀਬ ਜ਼ਿਮੀਂਦਾਰ ਰਹਿ ਗਏ ਆ, ਉਹਨਾਂ ਦਾ ਵਿਚਾਰਾ ਪੇਸ਼ ਨਹੀਂ ਜਾਂਦੀ। ਤੇ ਜਿਹੜੇ ਬਾਕੀ ਉੱਥੇ ਭਈਏ ਬਹੁਤ ਆ ਗਏ ਮੁਸਲਮਾਨ, ਤੇ ਇਸ ਵੇਲੇ 300 ਭਈਆ ਰਹਿ ਰਿਹਾ ਮੁੱਦਾਂ ਦੇ ਵਿੱਚ, 300 ਭਈਆ ਮੁਸਲਮਾਨ, ਜਿਨ੍ਹਾਂ ਨੇ ਸਾਰੀ ਜ਼ਿਮੀਂਦਾਰੀ ਜ਼ਮੀਨ ਠੇਕੇ ਤੇ ਲਈ ਹੋਈ ਆ। ਡੈਮੋਗ੍ਰਾਫੀ ਚੇਂਜ ਹੋ ਰਹੀ ਹੈ ਇੱਥੇ, ਉਸ ਮੁੱਦੇ ਤੇ ਕੋਈ ਗੱਲ ਨਹੀਂ ਕਰਦਾ। ਮੈਂ ਇਹਨਾਂ ਨੂੰ ਜਗਾਉਣਾ ਹੈ, ਫਿਰ ਸਾਨੂੰ ਕਹਿੰਦੇ ਯਾਰ ਤੁਸੀਂ ਹਿੰਦੂ, ਕਹਿੰਦਾ ਯਾਰ ਕੱਟੜ ਗੱਲਾਂ ਕਰਦੇ ਆ, ਜੋ ਧਰਮ ਦੀ ਰਾਜਨੀਤੀ ਕਰਦੇ ਆ। ਮੈਂ ਕਿਹਾ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਤੇ ਮੈਂ ਕਿਹਾ ਜੇ ਅਸੀਂ ਧਰਮ ਦੀ ਗੱਲ ਕਰ ਲਈਏ ਫਿਰ ਅਸੀਂ ਕੱਟੜਵਾਦੀ ਹੋ ਗਏ। ਮਤਲਬ ਫਿਰ ਉਹਨਾਂ ਨੇ ਵੇਚਤੇ ਉਹ ਗੁਰਦੁਆਰੇ, ਕਮੇਟੀਆਂ ਨੇ ਫਿਰ ਉਹਨਾਂ ਨੂੰ ਵੇਚਤਾ। ਵੇਚੇ ਨਹੀਂ, ਉਹਦਾ ਬਾਲੀ ਵਾਰਸੀ ਹੈ ਨਹੀਂ ਕੋਈ ਗੁਰਦੁਆਰਿਆਂ ਦਾ। ਇਹ ਤਾਂ ਗੁਰਦੁਆਰਿਆਂ ਦੀ ਗੱਲ ਹੈ ਨਾ, ਸਿਚੁਏਸ਼ਨ ਤਾਂ ਇਹ ਬਹੁਤ ਪਿੰਡਾਂ 'ਚ ਬਣੀ ਖੜੀ ਹੈ। ਗੁਰਦੁਆਰੇ ਬਣ ਗਏ, ਉੱਥੇ ਜਿਹੜਾ ਨਿਤਨੇਮ ਹੋਣਾ ਜਾਂ ਹੋਣਾ, ਉਹਦੇ ਲਈ ਕਿਤੇ ਗ੍ਰੰਥੀਆਂ ਦਾ ਹੈ ਨੀ ਗੇ, ਤੇ ਉਹ ਕਈ ਆਮ ਹੀ ਇਹ ਹਾਲਤ ਹੈਗੀ ਹੈ ਵੀ ਬਾਲੀ ਵਾਰਸ ਨਾ ਹੋਣ ਵਾਲੀ ਸਿਚੁਏਸ਼ਨ ਬਹੁਤ ਥਾਵਾਂ ਤੇ ਹੈਗੀ ਹੈ। ਬਸ ਉਹ ਸਾਂਭੀ ਜਾਂਦੇ ਆ ਗਏ ਹੁਣ ਸਾਰਾ ਸਿਸਟਮ। ਦੇਖੀ ਤਾਂ ਸਹੀ ਹੈ ਬਣਾ ਕੇ ਨਹੀਂ ਤੁਸੀਂ ਨਕੋਦਰ ਨਹੀਂ ਰਹਿੰਦੇ? ਮੈਂ ਰਹਿਣਾ ਤਾਂ ਨਕੋਦਰ, ਪਰ ਮੇਰਾ ਪਿੰਡ ਦਾ ਮੁੱਦਾ ਆ ਵੀ ਕਿਤੇ ਆਉਣ ਜਾਣ ਤਾਂ ਲੱਗਾ ਰਹਿੰਦਾ ਹੁਣ ਮਾੜਾ ਮੋਟਾ, ਰਿਪੋਰਟ ਤਾਂ ਲੈਂਦੇ ਰਹੀਦਾ ਆਲੇ ਦੁਆਲੇ ਪਿੰਡਾਂ ਦੀ। ਨਕੋਦਰ ਤੋਂ ਕਿੰਨੀ ਕੁ ਦੂਰ ਪੈ ਜਾਂਦਾ? 8 ਕਿਲੋਮੀਟਰ ਨੇੜੇ ਹੀ ਆ। ਆਹੋ ਉੱਥੇ ਮਤਲਬ ਕਿ ਕਰ ਸਕਦਾ ਫਿਰ ਪੰਜਾਂ ਦੀ ਫੋਟੋ ਭੇਜੀ ਵੀ
ਆ 5 ਗੁਰਦੁਆਰੇ 3 ਗੁਰਦੁਆਰੇ ਤੇ 2 ਮਸਜਿਦਾਂ ਬਣ ਗਈਆਂ। ਆਹੋ 2 ਮਸੀਤਾਂ ਬਣ ਗਈਆਂ, 3 ਪੁਰਾ- ਗੁਰਦੁਆਰੇ ਰਹਿ ਗਏ ਆ। ਪੁਰਾਣੀ ਕੋਈ ਫੋਟੋ ਹੋ ਸਕਦੀ ਜਿਹ 'ਚ ਪ੍ਰੂਫ ਹੁੰਦਾ ਹੋਵੇ ਵੀ ਇਹ ਪਹਿਲਾਂ ਗੁਰਦੁਆਰਾ ਸੀਗਾ। ਮੈਨੂੰ ਤਾਂ ਐਂ ਆਹੋ ਲੱਗਦਾ ਹੁੰਦਾ ਯਾਰ ਏਦਾਂ ਕਿਵੇਂ ਹੋਈ ਜਾਂਦਾ। ਮੈਂ ਤਾਂ ਆਪ ਸੁਣ ਕੇ ਹੈਰਾਨ ਆ। ਉਹ ਸੁਖਪਾਲ ਸਿੰਘ ਸਰਾਂ ਕਹਿੰਦਾ ਸਪਰਮ ਰੱਖੀ ਜਾਂਦੇ ਆ ਮੁੰਡੇ ਨੇ, ਪੁੱਛਕ ਹੋਈ ਜਾਂਦੇ ਨੇ, ਕਹਿੰਦਾ ਉਹ ਬੱਚੇ ਨਹੀਂ ਹੁੰਦੇ, ਫਿਰ ਏਦਾਂ ਦੀਆਂ ਵੀ ਭਾਜੀ ਗੱਲਾਂ ਹੋ ਮੇਰੀ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣ ਲੱਗਾ ਵਾਂ। ਇਹ ਇੱਕ ਹੋਰ ਆંકੜੇ ਬਹੁਤ ਡਰਾਵਣੇ ਆ। ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪੀਟਲ ਹੈ, ਉਹਦਾ ਜਿੰਨਾ ਵੀ ਸਟਾਫ ਹੈ ਸਾਰਾ ਕ੍ਰਿਸਚਨ ਆ, ਸੁਣ ਲਓ। ਤੇ ਉਹ ਲੈਬੋਰਟਰੀ ਦੇ ਵਿੱਚ ਜਿੰਨੇ ਵੀ ਸਾਰੇ ਸਟਾਫ ਹੈ, ਸਾਰੀ ਲੈਬੋਰਟਰੀ ਦੇ ਵਿੱਚ ਜਿਹੜੇ ਹੈ ਨਾ ਲੈਬੋਰਟਰੀ ਟੈਕਨੀਸ਼ੀਅਨ ਹੈ, ਸਾਰੇ ਕ੍ਰਿਸਚਨ ਆ। ਅੱਛਾ ਇਹ ਚੀਜ਼ਾਂ ਬੜੇ ਤਰੀਕੇ ਨਾਲ ਕਰ ਰਹੇ ਆ। ਉਹ ਤੁਹਾਡੇ ਜਿਹੜੇ ਹੈ ਨਾ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜੇ ਹੁਣ ਪੰਜਾਬ ਦੇ ਵਿੱਚ ਉਹ ਕਹਿੰਦੇ ਇਹ ਟੈਸਟ ਟਿਊਬ ਬੇਬੀ, ਤੇ ਇਹਨਾਂ ਨੇ ਸਾਰੇ ਆਪਣੇ DNA ਚੇਂਜ ਕਰਨੇ ਦੇਖ ਲਈਏ ਤੁਸੀਂ। ਇਹ ਜਿਹੜੀਆਂ ਨਾ ਸਾਰੇ ਪਿੱਛੇ ਦੇ ਈਸਾਈ ਮਿਸ਼ਨਰੀਆਂ ਲੱਗੀਆਂ ਹੋਈਆਂ, ਉਹ ਡੂੰਘੇ ਤਰੀਕੇ ਨਾਲ ਕੰਮ ਕਰਦੀਆਂ। ਹਿੰਦੂ ਸਿੱਖ ਨੂੰ ਲੜਾ ਕੇ ਉਹ ਪਿੱਛੇ ਕੰਮ ਕੱਢ ਰਹੀਆਂ ਆਪਣਾ ਤਰੀਕੇ ਨਾਲ। ਠੀਕ ਆ। ਤੇ ਉਹ ਜਿਹੜੀਆਂ ਇਸਲਾਮਿਕ ਤਾਕਤਾਂ ਹੈ ਉਹ ਤਾਂ ਆਪਾਂ ਨੂੰ ਪਤਾ ਹੀ ਆ ਕੀ ਕਰਨ ਰਹੀਆਂ ਸ਼ੁਰੂ ਤੋਂ। ਮਤਲਬ 600 ਸਦੀ ਤੋਂ ਪਤਾ ਕਰਦੇ ਆ ਵੀ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਕਿਸੇ ਨੂੰ ਵੀ ਉਹ ਕਿਹੜੇ ਤਰੀਕੇ ਨਾਲ ਕੰਮ ਕਰਦੇ ਆਏ ਆ। ਹਾਂ ਮੈਂ ਇਹਨਾਂ ਨੂੰ ਇਸ ਕਰਕੇ ਮੈਂ ਹਿੰਦੂ ਵੀਰਾਂ ਨੂੰ ਵੀ ਕਹਿੰਦਾ ਹੁੰਦਾ ਵੀ ਯਾਰ ਤੁਸੀਂ ਖਾਲਿਸਤਾਨੀਆਂ ਨਾਲ ਨਾ ਬੈਂਸਿਆ ਕਰੋ। ਜੇ ਕੋਈ ਆਪਣੇ ਮਨ ਚ ਤੇ ਆਉਂਦਾ ਬੋਲ ਲੈਣ ਦਿਓ, ਜੇ ਗਾਲਾਂ ਕੱਢਦਾ ਭਜਾ ਦਿਓ, ਤੁਸੀਂ ਵੀ ਗਾਲ ਕੱਢ ਦਿਓ, ਹਨਾ। ਇੱਕ ਅੱਧੀ ਚਲੋ ਚੱਲ ਯਾਰ ਜਾਂਦੀ ਆ। ਪੋਲੀਟੀਕਲ ਤਾਂ ਕਰ ਲੈਣ। ਆ ਥੋੜਾ ਆਸ਼ੀਸ਼ ਹੀ ਨਹੀਂ ਹਟਦਾ ਹੈਗਾ, ਸਰਿਆਂ ਝੂਠ ਹੀ ਬੋਲੀ ਜਾਂਦਾ। ਹੁਣ ਮੇਰੀ ਗੱਲ ਸੁਣਿਓ, ਮੇਰੇ ਤੋਂ ਉਦੋਂ ਪਿੱਛੋਂ ਨਾ ਮੇਰੇ ਤੋਂ ਲਿੰਕ ਟੁੱਟ ਗਿਆ ਸੀ। ਮੈਂ ਕਿਸੇ ਨੂੰ ਲੈਣ ਜਾਣਾ ਸੀ, ਕਿਤੇ ਇੱਧਰ ਚਲੇ ਗਿਆ ਸੀ ਕਿਸੇ ਪਾਸੇ। ਮੇਰੇ ਤੋਂ ਕਹਾਂ ਸੁਣਿਆ ਨਹੀਂ। ਪਰ ਇਹ ਜਿਹੜਾ ਹੈਗਾ ਨਾ ਉਹ ਆਰੀਆ ਸਮਾਜੀ ਨੇ ਕਹਿੰਦਾ ਤੇ ਰਾਹੁਲ ਆਰੀਆ ਨੇ ਇੱਕ ਵੀਡੀਓ ਬਣਾਈ ਹੋਈ ਆ, ਪਾਈ ਹੋਈ ਆ YouTube ਤੇ। ਕਹਿੰਦਾ ਗੁਰੂ ਗੋਬਿੰਦ ਸਿੰਘ ਤਾਂ ਕਹਿੰਦਾ ਔਰੰਗਜ਼ੇਬ ਦਾ ਸਪੋਰਟਰ ਸੀਗਾ, ਉਹ ਤਾਂ ਲਿਖੀ ਜਾਂਦਾ। ਇਹਨਾਂ ਦੀ ਆਹ ਸੋਚ ਆ, ਉਹਦੀ ਐਵੀਡੈਂਸ ਯਾਰ ਦੇਈ ਮੇਰੀ ਜਾਂਦੇ, ਏਦਾਂ ਕਰੀ ਦਵਿੰਦਰ ਜਾਂਦੇ। ਮੇਰੀ ਸੁਣ ਲੈ ਗੱਲ। ਦਵਿੰਦਰ ਇੱਕ ਮਿੰਟ ਮੇਰੀ ਗੱਲ ਸੁਣੀ। ਆਪਾਂ ਹਨਾ ਇਹਨੂੰ ਚਲੋ ਦੇਖੋ, ਮੈਂ ਭਾਵੇਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦਾ, ਪਰ ਆਪਾਂ ਸੱਚ ਨੂੰ ਸੱਚ ਕਵਾਂਗੇ। ਇਹ ਨਹੀਂ ਗੱਲ ਜਿਵੇਂ ਹਨਾ ਮਤਲਬ ਆਪਾਂ ਮੈਨੂੰ ਸਿੱਖ ਧਰਮ ਨਾਲ ਇੱਕ ਦਿਨ ਵੀ 1% ਵੀ ਕੰਟਰੋਵਰਸੀ ਮੇਰੀ ਹੈ ਨੀ ਗੀ। ਦੇਖੋ ਜਿਹੜੀ ਗੱਲ ਗਲਤ ਹੈ, ਮੈਂ ਵੀ ਇਸ ਗੱਲ ਤੇ ਇਹਨੂੰ ਆਪਾਂ ਘੇਰਨਾ। ਸ਼ੀਸ਼ ਠਾਕੁਰ ਭਾਵੇਂ ਚਲੋ ਆਪਣੇ ਭਾਈ ਭਰਾਈ ਆ। ਇਹ ਬੰਦੇ ਨੇ ਅੱਜ ਵੀ ਇਹ ਗੱਲ ਕਹੀ ਆ, ਕਹਿੰਦਾ ਮਤਲਬ ਇਹ ਆਪਸ ਚ ਕਿਤੇ ਗੱਲ ਕਰਦੇ ਸੀਗੇ, ਕਹਿੰਦਾ ਵੀ ਔਰੰਗਜ਼ੇਬ ਦੇ ਨਾਲ ਰਲ ਕੇ ਲੜਾਈ ਲੜੀ ਆ। ਆਪਾਂ ਇਸ ਐਵੇਂ ਮੁੱਦੇ ਤੇ ਮਾਰੀ ਆਪਾਂ ਜਾਂਦੇ ਡਿਬੇਟ ਚਲਾਉਣੀ ਆ। ਬੱਚੇ ਸ਼ਹੀਦ ਕਰਵਾ ਲਏ ਨਾ, ਸਾਰਾ ਪਰਿਵਾਰ, ਸਾਰਾ ਆਪਾਂ ਗੁਰੂ ਸਾਹਿਬ ਡਿਬੇਟ ਪਿਤਾ ਸ਼ਹੀਦ ਡਿਬੇਟ ਕਰਾ। ਡਿਬੇਟ ਚਲਾਉਣੀ ਆ। ਫਿਰ ਇਹਨਾਂ ਨੇ ਇੰਨੀ ਗੱਲ ਵੀ ਕਹੀ ਆ ਇਹ ਬਈ ਇਹ ਹਨਾ, ਔਰ ਇਹ ਦਾ ਕੀ ਨਾਂ ਆ, ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਵੀ ਮੁਸਲਮਾਨਾਂ ਨਾਲ ਰਲ ਕੇ ਰਾਜਪੂਤਾਂ ਦੇ ਖਿਲਾਫ ਲੜਾਈ ਲੜਦੇ ਰਹੇ ਆ। ਏਦਾਂ ਸੀਗੀ ਉਹ ਗੱਲ? ਉਹ ਯਾਰ 1% ਵੀ ਨਹੀਂ ਆ ਜਿਹੜੀ ਉਹ ਮੈਨੂੰ ਮਾੜਾ ਜਿਹਾ ਇੱਕ ਇਹ ਤਾਂ ਅਨਿਲ ਦੀ ਗੱਲ ਮਾੜੀ ਜੀ ਸੁਣੀ ਸੀ ਵਿੱਚੋਂ ਜਾਂਦੀ, ਮੇਰੇ ਤੋਂ ਕੱਟਿਆ ਗਿਆ। ਉਹ ਕੁਛ ਕਹਿੰਦਾ ਸੀ ਤਵਾਰੀਖ ਗੁਰੂ ਖਾਲਸਾ, ਕੁਛ ਏਦਾਂ ਲਿਖਿਆ। ਉਹ ਜਾਨੂੰ ਕੱਟਿਆ ਗਿਆ, ਮੇਰੇ ਤੋਂ ਗੱਲ ਨਹੀਂ ਪੂਰੀ ਸੁਣੀ ਹੈਗੀ। ਪਰ ਯਾਰ ਉਹ 1% ਵੀ ਜਾਣੇ ਠੀਕ ਆ, ਕਿਤੇ ਲਿਖਿਆ ਹੋਵੇ, ਜੇ ਹੋਊਗਾ ਵੀ ਤਾਂ। ਹੁਣ ਆਪਾਂ ਗੁਰੂ ਸਾਹਿਬ ਦਾ ਆਪਣਾ ਜ਼ਫਰਨਾਮਾ ਲਿਖਿਆ ਹੋਇਆ, ਆਪਣੇ ਹੱਥ ਨਾਲ ਲਿਖਿਆ ਹੋਇਆ। ਹੁਣ ਉਹ ਬੰਨਾਂਗੇ ਆਪਾਂ, ਜਾਂ ਕਿਤੇ ਨੇ 250 ਸਾਲ ਪਹਿਲਾਂ ਅੰਗਰੇਜ਼ਾਂ ਵੇਲੇ ਕਿਸੇ ਨੇ ਕੁਛ ਲਿਖਤਾ। ਉਹ ਪਤਾ ਨਹੀਂ, ਇਹ ਕਿਤਾਬ ਮੈਂ ਤਾਂ ਕਦੇ ਸੁਣੀ ਨਹੀਂ ਹੈਗੀ ਪਹਿਲਾਂ। ਮੈਂ ਤਾਂ ਜਿੰਨੀਆਂ ਸੁਣੀਆਂ ਨੇ ਆਹ ਕਿਤਾਬ ਦਾ ਜਿਹਦਾ ਉਹ ਰੈਫਰੈਂਸ ਦੇ ਰਿਹਾ ਸੀ, ਇਹੋ ਜਿਹੀ ਤਾਂ ਇਹ ਤਾਂ ਕਿਤਾਬ ਮੇਰੇ ਦਿਮਾਗ 'ਚ ਨਹੀਂ। ਪਰ ਹੋ ਸਕਦਾ ਕਿਸੇ ਨੇ ਕੋਈ ਏਦਾਂ ਵਿੱਚ ਹੈਗੀ ਤਾਂ ਸਹੀ ਗੜਬੜ, ਕਈਆਂ ਨੇ ਕੀਤੇ ਹੋਏ ਨੇ ਕਾਲੇ ਮਾਲੇ ਮਤਲਬ ਇਤਿਹਾਸ ਦੇ ਵਿੱਚ। ਐਸੀ ਗੱਲ ਨਹੀਂ, ਪਰ ਸਾਰੇ ਧਰਮਾਂ 'ਚ ਕੀਤੇ ਹੋਏ ਨੇ, ਕੋਈ ਐਸੀ ਗੱਲ ਨਹੀਂ ਵੀ ਸਿੱਖ ਧਰਮ 'ਚ ਹੀ ਆ। ਹੋਰ ਮੈਂ ਧਰਮਾਂ ਦੀਆਂ ਤੁਹਾਨੂੰ ਕਿਤਾਬਾਂ 'ਚ ਵੀ ਲਿਖੇ ਹੋਏ ਨੇ। ਦਵਿੰਦਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣ ਲੱਗਾ। ਜਿਹੜਾ ਮੈਕਸ ਮੁੱਲਰ ਸੀਗਾ ਨਾ, ਮੈਕਸ ਮੁੱਲਰ ਗੋਰਾ, ਹਾਂ ਉਹਨੇ ਸਾਰੇ ਆਪਣੇ ਗ੍ਰੰਥਾਂ ਨਾਲ ਛੇੜਛਾੜਾ ਕਰਵਾ ਕੇ ਨਵੇਂ ਗ੍ਰੰਥ ਲਿਖਵਾਏ ਹੋਏ ਸੀਗੇ। ਕਈਆਂ ਨੇ ਕਰਾਏ ਨੇ, ਉਹਨੇ ਵੀ ਕਰਾਏ ਮੈਂ ਨੇ। ਤੈਨੂੰ ਉਹਦਾ ਤਾਂ ਜਾਣੀ ਵੱਡੇ ਪੱਧਰ ਤੇ ਕੰਮ ਸੀਗਾ। ਇੱਕ ਆ ਹਿੰਦਾਲੀ ਹੋਏ ਸੀ, ਕੋਈ ਹਿੰਦਾਲੀ ਪਤਾ ਨਹੀਂ ਕਿਹੜੇ ਸੀਗੇ। ਇਹ ਗੁਰੂ ਘਰ ਨਾਲ ਜਾਂ ਸਿੱਖਾਂ ਨਾਲ ਨਾ ਕਈ ਲੱਗਦੇ ਸੀਗੇ। ਇਹ ਆਰੀਆ ਸਮਾਜੀਆਂ ਦਾ ਇੱਕ ਬੂਟਾ ਸਿੰਘ ਹੋਣੀ ਕਹਿੰਦੇ ਹੁੰਦੇ ਸੀਗੇ ਵੀ ਪਹਿਲਾਂ ਇੱਕ ਬ੍ਰਹਮੋ ਸਮਾਜ ਦੇ ਬੰਦੇ ਹੁੰਦੇ। ਏਦਾਂ ਉਹ 1-ਅੱਧਾ% ਤਾਂ ਹੁਣ ਪੁਲਿਸ ਵੀ ਆ ਨਾ, ਚਾਹੇ ਕੋਈ ਜਿੰਨਾ ਮਰਜ਼ੀ ਚੰਗਾ ਕੰਮ ਕਰ ਦੇਵੇ, ਉਹ 2-4% ਤਾਂ ਹਰ ਇੱਕ ਦੇ ਵਿਰੋਧੀ ਹੋ ਹੀ ਜਾਂਦੇ ਨੇ। ਕੋਈ ਵੀ ਇਹੋ ਜਿਹਾ ਤਾਂ ਕੋਈ ਹੋਇਆ ਨਹੀਂ ਵੀ ਜਿਵੇਂ ਸਰਬ ਪ੍ਰਮਾਣਿਤ ਹੋਵੇ। ਤੇ ਉਹ ਮਾੜਾ ਮੋਟਾ ਤਾਂ ਏਦਾਂ ਕੁਛ ਨਾ ਕੁਛ ਉਹ ਬਈ ਹੁਣ ਦੇਖੋ, ਉਹ ਸਾਰੇ ਜੋ ਕੋਈ ਚੀਜ਼ ਉਹੀ ਲੱਭ ਕੇ ਨੈਗੇਟਿਵ ਚੀਜ਼ ਉਹੀ ਕਰਨੀ, ਪੋਜ਼ੀਟਿਵ ਕੱਢ ਕੇ ਕਰਨੀ ਹੈ ਨੀ ਗੀ। ਇਹ ਚੀਜ਼ਾਂ ਦਾ ਫਾਇਦਾ ਕੀ ਆ, ਉਦੇਸ਼ ਕੀ ਆ ਇਹਨਾਂ ਚੀਜ਼ਾਂ ਦਾ? ਇਹ ਸੋਚ ਕੇ ਦੇਖੋ ਵੀ ਐਜ ਏ ਹਿੰਦੂ ਉਹ ਹੈਗਾ ਆਸ਼ੀਸ਼, ਐਜ ਏ ਹਿੰਦੂ ਇਸ ਤਰ੍ਹਾਂ ਦੀਆਂ ਉਹ ਗੱਲਾਂ ਜਿਹੜੀਆਂ ਕਰਦਾ, ਉਹਦਾ ਫਾਇਦਾ ਕੀ ਆ, ਉਦੇਸ਼ ਕੀ ਆ? ਜਿਵੇਂ ਆਪਾਂ ਗੱਲ ਕਰਦੇ ਸੀ, ਨਿਲ ਕਹਿੰਦਾ ਸੀ ਵੀ ਇਹ ਜਿਹੜਾ ਮੋਦੀ ਉਹਨੇ ਮੰਨ ਲਓ ਵੀ ਉਹਨਾਂ ਤੋਂ ਆਹ ਘਾਟ ਹੋ ਗਈ, ਉਹ ਗਲਤ ਹੋ ਗਿਆ, ਇਹ ਗਲਤ ਹੋ ਗਿਆ। ਵੀ ਯਾਰ ਉਦੇਸ਼ ਦੱਸੋ, ਉਦੇਸ਼ ਸਹੀ ਸੀ ਕਿ ਨਹੀਂ ਸੀ? ਦਵਿੰਦਰ ਉਹ ਗੱਲਾਂ ਜਿੰਨੀਆਂ ਦਵਿੰਦਰ ਮਰਜ਼ੀ ਕਰ ਲਓ, ਵੀ ਉਦੇਸ਼ ਤਾਂ ਦਵਿੰਦਰ ਦੇਖੋ ਵੀ ਉਹਦੇ ਉਦੇਸ਼ ਉਹ ਜਾਂਦੀ ਗੱਲ ਕਿੱਧਰ, ਉਹਦਾ ਫਾਇਦਾ ਕੀ ਹੋਣਾ? ਦਵਿੰਦਰ ਮੈਂ ਹਨਾ ਮੇਰਾ ਤੇ ਤੇਰਾ ਤੇ ਮੇਰਾ ਦੋਨਾਂ ਦਾ ਇੱਕੋ ਜ਼ੋਰ ਹੁੰਦਾ ਵੀ ਆਪਾਂ ਆਪਸ 'ਚ ਇਹਨਾਂ ਨੂੰ ਜੋੜੀਏ,
ਹਿੰਦੂਆਂ ਤੇ ਸਿੱਖਾਂ ਨੂੰ ਤੇ ਵੱਧ ਤੋਂ ਵੱਧ, ਤੇ ਆਪਾਂ ਜਿਹੜਾ ਤਾਕਤਾਂ ਨਾਲ ਆਪਣੀ ਲੜਾਈ ਆ ਉੱਥੇ ਮੁੱਦੇ ਤੇ ਰਹੀਏ। ਪਰ ਇਹ ਸਾਡੇ ਜਿਹੜੇ 2000 ਘੂਸੇ ਹਿੰਦੂ ਆ, ਇਹ ਵੀ ਸੁਣਨ ਨੂੰ ਤਿਆਰ ਨੇਗੇ, ਤੇ ਜਿਹੜੇ ਆਪਣੇ ਇੱਧਰ ਖਾਲਿਸਤਾਨੀ ਵੀਰ ਆ, ਇਹ ਵੀ ਬਸ ਕਹਿੰਦੇ ਵੀ ਭੈਣ ਚੋ ਹਿੰਦੂ ਵੀ ਮਾੜਾ ਆ ਬਸ। ਨਹੀਂ ਹੁਣ ਮੈਂ ਜਿਵੇਂ ਗੱਲ ਕਰਦਾ ਸੀ ਉੱਥੇ ਵੀ, ਜਦੋਂ ਵੀ ਉਸ ਗੱਲ ਦੇ ਵਿੱਚ ਵੀ ਮੈਂ ਕਹਿੰਦਾ ਸੀਗਾ ਵੀ ਆਹ ਸ਼ਿਵਲਿੰਗ ਵਾਲੀ ਗੱਲ ਸੀ, ਉੱਥੇ ਹੁਣ ਕਿਤੇ ਉਹ ਕੋਈ ਕਰਦਾ ਉਹੋ ਜਿਹੇ ਬੰਦੇ ਗੱਲ ਆ ਰਹੀ ਹੈ ਸਮਾਜੀ ਜਾਂ ਹੋਰ, ਵੀ ਇਹ ਠੀਕ ਆ, ਸਹਿਮਤੀ ਨਾ ਸਹੀ, ਮੈਂ ਕਿਹੜਾ ਸਹਿਮਤ ਆ, ਮੈਂ ਕਿਹੜਾ ਮੰਨ ਲਓ ਕਿ ਪੂਜਣਾ ਕਦੇ ਕੁਛ, ਪਰ ਇੱਕ ਐਂ ਸਮਝਦੇ ਵੀ ਹਾਂ ਚੀਜ਼ ਸਹੀ ਆ, ਉਹਨਾਂ ਦਾ ਹੱਕ ਆ। ਏਦਾਂ ਹੁਣ ਇਹ ਕਦੇ ਕਰਦੇ ਨੇ ਵੀ ਆਹ ਹੱਕ ਦੇ ਉੱਤੇ ਗੱਲ ਕਰਨ, ਵੀ ਹਾਲਾਂਕਿ ਇਹਨਾਂ ਦੇ ਤਾਂ ਨੇੜੇ ਬਣਦੇ ਨੇ ਆਰੀਆ ਸਮਾਜੀਆਂ ਦੇ, ਕਦੇ ਵੀ ਨਹੀਂ ਗੱਲ ਕਰਦੇ ਹੈਗੇ। ਬਾਬਰੀ ਮਸਜਿਦ ਤੇ ਆਰੀਆ ਸਮਾਜੀਆਂ ਨੇ ਕੋਈ ਗੱਲ ਕੀਤੀ ਹੈ ਕਦੇ? ਉਲਟ ਭੁਗਤਣਗੇ ਇਹ ਬੰਦੇ। ਬਹੁਤ ਪਤਾ ਨਹੀਂ ਗਲਤ ਹੀ ਚੱਲ ਰਹੀ ਹੈ ਸਾਰੀ ਗੱਲ। ਹੁਣ ਬਾਬਰੀ ਮਸਜਿਦ ਦੇ ਮੁੱਦੇ ਤੇ ਮੇਰੇ ਵਰਗੇ ਕਾਫੀ ਬੰਦੇ, ਅਸੀਂ ਚਲੋ ਪਹਿਲਾਂ ਤਾਂ ਮੈਂ ਵੀ ਵਿਰੋਧ 'ਚ ਰਿਹਾ, ਪਹਿਲਾਂ ਮੈਂ ਵੀ ਸੋਚਦਾ ਸੀ ਵੀ ਗਲਤ ਆ, ਏਦਾਂ ਵੀ ਸ਼ਾਇਦ ਧੱਕਾ ਹੋ ਰਿਹਾ ਮੁਸਲਮਾਨਾਂ ਨਾਲ। ਬਾਅਦ 'ਚ ਜਦੋਂ ਜਾਣਕਾਰੀ ਆਈ, ਚਲੋ ਅਸੀਂ ਵੀ ਬੋਲਦੇ ਕਿ ਜਸ ਟੁੱਟ, ਹੋਰ ਕਾਫੀ ਬੰਦੇ ਏਦਾਂ ਬੋਲਦੇ ਰਹੇ। ਇਹਨਾਂ ਚੋਂ ਕਦੇ ਵੀ ਨਹੀਂ ਕੋਈ ਬੋਲਦੇ, ਹਿੰਦੂ ਹੋ ਕੇ ਨਹੀਂ ਬੋਲਦੇ ਹੈਗੇ, ਹੁਣ ਵੀ ਦਵਿੰਦਰ, ਉਲਟ ਬੋਲਣਗੇ। ਮੈਂ ਤੈਨੂੰ ਫੋਟੋ ਭੇਜ ਦੂੰਗਾ। ਬਾਬਰੀ ਮਸਜਿਦ ਨੂੰ ਜਦੋਂ ਢਾਇਆ ਸੀਗਾ ਹਨਾ 1864 ਦੇ ਵਿੱਚ, ਤੇ 1864 ਦੇ ਵਿੱਚ ਜਿਹੜੀ 1861 ਦੇ ਵਿੱਚ ਪਹਿਲੀ ਹਨਾ ਮਸਜਿਦ, ਪਹਿਲੀ FIR ਦਰਜ ਨਿਹੰਗ ਸਿੰਘਾਂ ਦੇ ਖਿਲਾਫ ਦਰਜ ਆ। ਜੇ ਕੋਈ ਸਿੱਖ ਵੀਰ ਆਪਣਾ ਕਹਿ ਦਿੰਦਾ ਹਨਾ ਬਈ ਇਹ ਬਈ ਧੱਕਾ ਕੀਤਾ ਆ, ਫਿਰ ਕੱਲ ਨੂੰ ਤੁਸੀਂ ਹਨਾ ਨਿਹੰਗ ਸਿੰਘਾਂ ਤੇ ਉਂਗਲ ਚੱਕ ਰਹੇ ਆ। ਹਾਂ ਹਾਂ, ਉਹ ਮੈਂ ਦੇਖੀ ਆ, ਗੱਲ ਸਹੀ ਆ ਉਹ। ਇਹ ਹੁਣ ਸਾਡੇ ਬੰਦੇ ਮੰਨਣ ਨੂੰ ਤਿਆਰ ਨੇਗੇ। ਜੇ ਅੱਜ ਇਹਨਾਂ ਨੂੰ ਗੱਲਾਂ ਦੱਸੀਏ ਨਾ, ਹੁਣ ਇੱਕ ਪਿੱਛੇ ਹਨਾ ਗਰੁੱਪ ਨੇ ਗੱਲ ਕੀਤੀ, ਬੰਦੇ ਨੇ ਕਹਿੰਦਾ ਜਦੋਂ ਮਹਾਤਮਾ ਗਾਂਧੀ ਨੂੰ ਮਾਰਿਆ ਵੀ ਉਦੋਂ ਨਹੀਂ ਕਹਿੰਦਾ ਕਿਸੇ ਦਾ ਕਤਲੇਆਮ ਹੋਇਆ। ਮੈਂ ਦੱਸਦਾ, ਮੈਂ ਕਿਹਾ ਮਹਾਰਾਸ਼ਟਰ ਦੇ ਵਿੱਚ ਚਿੱਤ ਪਾਵਨ ਬ੍ਰਾਹਮਣ ਦੀ ਇੱਕ ਕੌਮ ਆ, ਬਾਹਮਣਾਂ ਦੇ ਵਿੱਚੋਂ ਚਿੱਤ ਪਾਵਨ ਹੁੰਦੇ ਆ, 12000 ਵੱਢਤੇ ਅਗਲਿਆਂ ਨੇ। ਤੁਸੀਂ ਕਹੀ ਜਾਂਦੇ ਭੈਣ ਜੋ ਕੱਲਾ ਸਿੱਖਾਂ ਦਾ ਹੋਇਆ। ਇਹ ਤਾਂ ਯਾਰ ਇਸ ਮੁਲਕ ਦੇ ਵਿੱਚ ਮੁਸਲਮਾਨ ਤੇ ਈਸਾਈਆਂ ਨੇ ਰਲ ਕੇ ਸਾਰਾ ਕੁਛ ਕਰਾਇਆ। ਹੋਇਆ ਬ੍ਰਾਹਮਣਾਂ ਦੇ ਨਾਲ ਉੱਥੇ ਮਹਾਰਾਸ਼ਟਰ ਦੇ ਵਿੱਚ। ਮੈਨੂੰ ਤਾਂ ਪਤਾ ਆਮ ਲੋਕ ਨਹੀਂ ਇੰਨਾ ਪਤਾ ਬਹੁਤ। ਉਹ ਯਾਰ ਮੂਹਰੇ ਹੱਸ ਕੇ ਹਨਾ ਅਗਲੇ ਕਹਿੰਦੇ ਲੈ ਦੇਖੋ ਜੀ ਇਹਨਾਂ ਨਵੀਂ ਕਾਢ ਕੱਢਤੀ, ਏਦਾਂ ਕਹਿਣ ਲੱਗ ਪੈਂਦੇ ਆ। ਨਵੀਂ ਕਾਢ ਉਹਨਾਂ ਵਾਸਤੇ ਆ, ਹੁਣ ਉਹਨਾਂ ਨੂੰ ਨਹੀਂ ਪਤਾ ਕਿ ਤੁਹਾਨੂੰ ਤਾਂ ਜਦੋਂ ਤੁਸੀਂ ਜਾਗੇ ਉਦੋਂ ਹੀ ਸਵੇਰ ਆ। ਉਹ ਗੱਲ ਆ ਇਹਨਾਂ ਲਈ ਤਾਂ। ਉਹ ਅਧੂਰਾ ਗਿਆਨ ਖਤਰਨਾਕ ਹੁੰਦਾ ਨਾ, ਸਾਲਾ ਮਰਵਾ ਦੂਗਾ ਇਹਨਾਂ ਨੂੰ। ਜੋ ਇਸਲਾਮਿਕ ਤਾਕਤਾਂ ਚਾਹੁੰਦੀਆਂ ਵਾ। ਵਾਧੇ ਹੋਏ ਪਏ ਨੇ। ਮੈਨੂੰ ਆਦਾ ਭੇਜੀ ਨਹੀਂ ਯਾਰ ਫੋਟੋ, ਜਦੋਂ ਗਿਆ ਉੱਥੋਂ ਪਿੰਡੋਂ ਖਿੱਚੀ ਤਾਂ ਬਾਹਰੋਂ ਗੱਡੀ 'ਚ ਬਹਿ ਕੇ ਦੂਰੋਂ ਹੀ ਖਿੱਚ ਲਈ। ਉਹਨਾਂ ਕੋਈ ਸਿੰਘਾਂ ਤੋਂ ਪਤਾ ਨਾ ਲੱਗ। ਨਹੀਂ, ਮੈਂ ਤੈਨੂੰ ਪਿੰਡ ਦੇ ਵਿੱਚ ਜਾ ਕੇ ਖਿੱਚ ਕੇ ਲਿਆ ਦੂੰਗਾ। ਉੱਥੇ ਤਾਂ ਆਪਣਾ ਹੱਲੇ ਵੀ ਜਾ ਸਕਦੇ, ਐਸੀ ਗੱਲ ਨਹੀਂ। ਹੈਲੋ, ਉੱਥੇ ਜਾ ਕੇ ਤੈਨੂੰ ਲਿਆ ਦੂੰਗਾ ਫੋਟੋ, ਫਿਕਰ ਨਾ ਕਰ ਤੂੰ। ਮੈਂ ਅੰਦਰੋਂ ਵੀ ਜਾ ਕੇ ਖਿੱਚ ਕੇ ਲਿਆ ਦੂੰਗਾ। ਹੈਲੋ ਹੈਲੋ ਠੀਕ ਹੈ ਭਾਈ ਦਿਲਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਫਿਰ ਆਪਾਂ ਮਿਲਦੇ ਸਵੇਰ ਨੂੰ।